ਦੇਖੋ ਲੋਕ ਬਹੁਤ ਸਿਆਣੇ ਹੋ ਗਏ। 1982 ਦਾ ਤੇ 2020 ਦਾ ਬੜਾ ਫਰਕ ਹੈ। ਜੀ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣਾ ਚਾਹੀਦਾ this is 38 years long journey. ਜੀ Lot of water has gone down the rivers. ਇਹ ਜੀ ਗੱਲ ਉਹ ਨਹੀਂ ਬਣਨੀ, ਹੁਣ ਲੋਕੀ ਸਮਝ ਚੁੱਕੇ ਆ। ਕਾਂਗਰਸ ਦੀ ਗਵਰਨਮੈਂਟ ਨੇ ਸਿੱਖਾਂ ਨੂੰ ਦਿੱਲੀ ਦੇ ਵਿੱਚ ਦੰਗਿਆਂ 'ਚ ਮਾਰਿਆ, ਹਾਂਜੀ ਇਹਦੇ ਦੰਗਿਆਂ ਦੇ ਨਾਂ ਦੇ ਦਿੱਤਾ। ਬਿਲ- ਬੀਜੇਪੀ ਸਰਕਾਰ ਨੇ ਆਈ ਹੈ ਤੇ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਕੀਤੀ ਹੈ, ਕੰਪਨਸੇਸ਼ਨ ਦੀ ਗੱਲ ਕੀਤੀ ਹੈ। ਬਿਲਕੁਲ ਇਹ ਮੈਂ ਮੰਨਦਾ, ਜਿਹੜੇ ਜ਼ਖਮ 36 ਸਾਲ ਪਹਿਲਾਂ ਲੱਗੇ ਨਾ, ਹਾਂਜੀ ਉਹ ਜ਼ਖਮਾਂ ਦੀ ਭਰਪਾਈ ਨਹੀਂ ਹੁੰਦੀ ਨਹੀਂ ਹੁੰਦੀ ਉਹ ਇੱਕ ਵਾਰੀ ਵੱਡਾ ਨਾਸੂਰ ਬਣ ਜਾਏ ਨਾ ਤੇ ਹਾਂਜੀ ਉਹ ਛੇਤੀ ਠੀਕ ਨਹੀਂ ਹੁੰਦਾ। ਦਿਸ ਇਜ਼ ਵੇਅਰ ਸਿੱਖ ਸਾਈਕੀ ਹੈਜ਼ ਸਫਰਡ। ਕਾਂਗਰਸ ਨੇ ਕੋਈ ਵੀ ਜਿਹੜਾ ਨਾ ਜਿੰਨਾ ਵਾਅਦਾ ਪਿਛਲੇ 5 ਸਾਲ ਪਹਿਲਾਂ ਜੋ 2017 ਚ ਕੀਤਾ ਸੀ, 4 ਸਾਲ ਹੋ ਚੱਲੇ ਆ, ਉਹ ਜੀ। ਪੂਰਾ ਨਹੀਂ ਕੀਤਾ। ਜੀ ਤੋ ਅੱਜ ਪਬਲਿਕ ਦਾ ਮੂਡ ਦੇਖੋ, ਜੋ ਮਾਈਨਿੰਗ ਹੋ ਰਹੀ ਆ, ਸ਼ਰਾਬ ਦਾ, ਕੋਵਿਡ ਦੇ ਹੁੰਦੇ ਸ਼ਰਾਬ ਦਾ ਕਿੱਡਾ ਵੱਡਾ ਸਕੈਂਡਲ ਹੋਇਆ, 250 ਬੰਦਾ ਮਰ ਗਿਆ। ਹੁਣ ਹਾਂਜੀ ਗੱਲ ਤਾਂ ਇਹ ਹੈ ਵੀ ਸਿੱਖ ਸੰਗਤ ਐਸਸੀਪੀਸੀ ਦੇ ਮੂਹਰੇ ਅੱਜ ਵੀ ਧਰਨਾ ਲੱਗਾ ਹੋਇਆ। ਹਾਂਜੀ ਇਹ ਹੁਣ ਇਹਨਾਂ ਨੇ 2 ਏਜੰਡੇ ਚੁੱਕੇ ਆ, ਇੱਕ ਤਾਂ ਜਥੇਦਾਰ ਸਾਹਿਬ ਨੂੰ ਨਾਲ ਲੈ ਕੇ ਤੇ ਖਾਲਿਸਤਾਨ ਦੀ ਗੱਲ ਕਰਨ ਲੱਗੇ ਆ। ਹਾਂਜੀ ਇਹ 1982 ਤੋਂ ਬਾਅਦ ਪਿੱਛੇ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਆ, ਤਾਂ ਕਿ ਦੁਬਾਰਾ ਅਸੀਂ ਸਿੱਖ ਸੈਂਟੀਮੈਂਟਸ ਨੂੰ ਐਕਸਪਲੋਇਟ ਕਰਕੇ ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣਾ ਕੇ ਔਰ ਜਥੇਦਾਰ ਸਾਹਿਬ ਨੂੰ ਯੂਜ਼ ਕਰਕੇ ਜੀ ਆਪਣੇ ਆਪ ਸਾਰੇ ਗਰੁੱਪ ਭੰਗ ਕਰਵਾ ਕੇ ਆਪ ਅਕਾਲੀ ਦਲ ਦੇ ਪ੍ਰਧਾਨ ਬਣ ਜਾਏ। ਵਰਿੰਦਰ ਢਿੱਲੋਂ ਦਾ ਜਿਹੜਾ ਉਹਨੇ ਲਿਖਿਆ ਕਿ ਮੇਰੇ ਕੋਲ ਇੱਕ ਨਾ ਐਗਰੀਕਲਚਰ ਲੈਂਡ, ਅੱਗੇ ਲਫ਼ਜ਼ ਹੈ NIL। ਇਹ ਕੌਣ ਹੈਗੇ ਨੇ ਜੀ? ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਵਰਿੰਦਰ ਢਿੱਲੋਂ? ਇਹ ਕਾਂਗਰਸ ਦੇ ਲੀਡਰ ਹੈ ਔਰ ਯੂਥ ਕਾਂਗਰਸ ਦੇ ਪ੍ਰਧਾਨ ਹੈ ਪੰਜਾਬ ਦੇ, ਜਿਨ੍ਹਾਂ ਨੇ ਟਰੈਕਟਰ ਪਹਿਲਾਂ ਇੱਥੇ ਵੀ ਸਾੜਿਆ ਪੰਜਾਬ 'ਚ, ਫਿਰ ਉਹ ਟਰੈਕਟਰ ਜਾ ਕੇ ਦਿੱਲੀ ਦੇ ਵਿੱਚ ਵੀ ਸਾੜਿਆ। ਹੁਣ ਪੈਲੀ ਤੁਹਾਡੇ ਕੋਲ ਹੈ ਨਹੀਂ, ਟਰੈਕਟਰ ਕਾਹਦੇ ਲਈ ਖਰੀਦਦੇ ਹੋ? ਉਹ ਵੀ ਕੁਆੜੀਆਂ ਤੋਂ, ਰਾਜਨੀਤਿਕ ਡਰਾਮਾ ਕਰਨ ਲਈ। ਜਿਹੜਾ ਫਾਰਮਰ ਹੈਗਾ ਉਹਦੀ ਜ਼ਮੀਨ ਦਾ ਕੋਈ ਬੰਦਾ ਉਹਦੇ ਤੇ ਕਬਜ਼ਾ ਨਹੀਂ ਜੇ ਕਰ ਸਕਦਾ। ਠੇਕੇ ਤੇ ਅਸੀਂ ਪਹਿਲਾਂ ਵੀ ਦਿੰਦੇ ਆ, ਤੇ ਜੇ ਹੁਣ ਕੋਈ ਬਾਹਰ ਦਾ ਠੇਕਾ ਉਹ ਸਾਡੇ ਕੋਲ ਧੱਕੇ ਤੋਂ ਦੱਸੇ ਕਰਾ ਲੇਗਾ। ਠੀਕ ਹੈ। ਕਿਹੜੇ ਲਾਅ 'ਚ ਲਿਖਿਆ ਵੀ ਇੱਥੇ ਵੀ ਤੁਸੀਂ ਤੁਹਾਨੂੰ ਯੂ ਵਿਲ ਹੈਵ ਟੂ ਲੀਜ਼ ਦੀ ਲੈਂਡ? ਹਾਂਜੀ ਹਰ ਚੀਜ਼ ਦਾ ਜਿਹੜੇ ਨਾ ਮਿਸ ਇੰਟਰਪ੍ਰੇਟ ਕੀਤਾ ਜਾ ਰਿਹਾ। ਮੈਂ ਸਮਝਦਾ ਸਭ ਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਇਹ ਕੋਈ ਵੱਡਾ ਨਹੀਂ, ਤੁਸੀਂ ਲੋਕ ਸਭਾ ਦੇ ਵਿੱਚੋਂ ਜਾਂ ਰਾਜ ਸਭਾ 'ਚ ਇਹਨੂੰ ਐਕਟ ਨੂੰ ਡਾਊਨਲੋਡ ਕਰ ਲਓ, ਸਾਰੇ ਸਟੱਡੀ ਕਰੋ। ਉਹਦੇ 'ਚ ਕਿਤੇ ਗਲਤੀ ਨਜ਼ਰ ਆਉਂਦੀ ਹੈ ਜਾਂ ਕੋਈ ਪੁਰਾਣੀ ਚੀਜ਼ ਰਹਿ ਗਈ ਤੇ ਸਰਕਾਰ ਤੋਂ ਉਹਨੂੰ ਠੀਕ ਕਰਨਾ ਚਾਹੀਦਾ ਹੈ। ਤੇ ਅਸੀਂ ਤਾਂ ਲੋਕਾਂ ਦੀ ਆਵਾਜ਼ ਸਰਕਾਰ ਕੋਲ ਪਹੁੰਚਾਉਣ ਵਾਲੇ ਹੁੰਦੇ ਆ, ਜਿਹੜੇ ਸਪੋਕਸਪਰਸਨ ਹੈ, ਤੇ ਸਰਕਾਰ ਦੀ ਗੱਲ ਲੋਕਾਂ ਤੱਕ ਲੈ ਕੇ ਜਾਣ ਵਾਲੇ ਆ। ਜੇ ਕੋਈ ਵਾਕਈ ਜੈਨੂਇਨ ਹੈ ਤੇ ਮੈਂ ਸਮਝਦਾ ਸਰਕਾਰ ਨੂੰ ਉਹ ਗੱਲ ਜਿਹੜੀ ਆ, ਅਸੀਂ ਵੀ ਉਹਨਾਂ ਨੂੰ ਦੱਸਾਂਗੇ ਕਿ ਲੋਕ ਇਸ ਗੱਲੋਂ ਨਾਰਾਜ਼ ਹੈ। ਅਸੀਂ ਜਿਹੜੀਆਂ ਜੈਨੂਇਨ ਪ੍ਰੋਬਲਮਸ ਹੈਗੀਆਂ, ਜੇ ਬਿਲਕੁਲ ਜੈਨੂਇਨ ਹੋਣਗੀ, ਕੋਈ ਪਹਿਲੀ ਤਾਂ ਗੱਲ ਹੈ ਐਪਰੀਹੈਂਸ਼ਨਸ ਐਂਡ ਰਿਊਮਰਸ ਜਿਹੜੀਆਂ, ਇਹਨਾਂ ਨੂੰ ਡਿਸਪੈਲ ਕਰਨਾ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਇਹ ਝੂਠ ਹੈਗਾ ਯਾਰ, ਇਹ ਗੱਲ ਸੱਚ ਨਹੀਂ ਹੈਗੀ। ਬਹੁਤ ਸਾਰੇ ਲੋਕ ਹੈ। ਦੂਜਾ, ਆਪ ਜੀ ਨੇ ਗੱਲ ਕੀਤੀ, ਮੈਂ ਹਾਲੇ ਵੀ ਹੱਥ ਦੇ ਵਿੱਚ ਐਕਟ ਲੈ ਕੇ ਬੈਠਾ ਹੈ, so that if you ask any question I will explain you the law and the point। ਹਾਂਜੀ ਦੋਸਤੋ, ਮੈਂ ਤੁਹਾਡਾ ਸੁਖੀ ਚਹਿਲ ਫਰੋਮ ਸਿਲੀਕਨ ਵੈਲੀ ਕੈਲੀਫੋਰਨੀਆ ਦੇ ਵਿੱਚ ਤੁਹਾਡੇ ਨਾਲ ਅੱਜ ਰੂਬਰੂ ਹੋ ਰਹੇ ਹੈਗੇ ਆ। ਸਾਡੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੋਂ ਸਰਦਾਰ ਇਕਬਾਲ ਸਿੰਘ ਲਾਲਪੁਰਾ, ਜਿਹੜੇ ਕਿ ਫਾਰਮਰ IPS ਆਫੀਸਰ ਹੈਗੇ ਨੇ ਔਰ BJP ਦੀ ਨੈਸ਼ਨਲ ਪਾਰਟੀ ਦੇ ਨੈਸ਼ਨਲ ਸਪੋਕਸਮੈਨ ਹੈਗੇ ਨੇ। ਉਹਨਾਂ ਦੇ ਨਾਲ ਅਸੀਂ ਖੁੱਲ੍ਹ ਕੇ ਇੱਕ ਸਪੈਸ਼ਲੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਕਿਸਾਨਾਂ ਦੇ ਰਿਲੇਟਡ ਜੋ ਵੀ ਐਜੀਟੇਸ਼ਨ ਚੱਲ ਰਹੀ ਹੈਗੀ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ ਹੈਗੇ। ਤੇ ਮੈਂ ਇਸ ਤੋਂ ਪਹਿਲਾਂ ਕਿ ਇਸ ਨੂੰ ਆਪਾਂ ਜ਼ਿਆਦਾ ਟਾਈਮ ਇੱਥੇ ਲਗਾਈਏ ਹੈਗੀ ਹੈ, ਇਕਬਾਲ ਸਿੰਘ ਲਾਲਪੁਰਾ ਜੀ ਨੂੰ ਆਪ ਹੀ ਇੱਕ ਵਾਰੀ ਇੱਥੇ ਕਹਿੰਦੇ ਹੈਗੇ ਵੀ ਆਪਣੀ ਇੰਟਰੋਡਕਸ਼ਨ ਦੇਣ। ਲਾਲਪੁਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਹਿਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਕਿਸਾਨ ਹੈ ਜੀ, ਹੁਣ ਤਾਂ ਰਿਟਾਇਰਮੈਂਟ ਦੇ ਸਰਕਾਰੀ ਅਹੁਦੇ ਦਾ ਛੱਡ ਕੇ ਪਿੰਡ ਆ ਗਏ ਸੀ ਜੀ। ਤੇ ਮੇਰਾ ਪਿੰਡ ਹੈ ਜੀ ਲਾਲਪੁਰਾ, ਅਨੰਦਪੁਰ ਸਾਹਿਬ ਦੇ ਲਾਗੇ ਆ। ਅੱਛਾ ਜੀ। ਤੇ ਇੱਥੇ ਰਹਿ ਕੇ ਇੱਕ ਤਾਂ ਖੇਤੀਬਾੜੀ ਕਰੀਦੀ ਹੈ ਜੀ, ਤੇ ਆਪਣੇ ਭਰਾਵਾਂ 'ਚ ਆ ਕੇ ਵਾਪਸ ਆਏ ਆ, ਤੇ ਕੋਸ਼ਿਸ਼ ਕਰ ਰਹੇ ਆ ਕਿ ਆਪਣੇ ਇਲਾਕੇ ਨੂੰ ਇਹਨੂੰ ਕੁਛ ਨਾ ਕੁਛ ਸੁਧਾਰਨ ਦੇ ਵਿੱਚ ਯੋਗਦਾਨ ਪਾਈਏ। ਦੂਜਾ, ਇੱਥੇ 3 ਸਕੂਲ ਨੇ ਜਿਨ੍ਹਾਂ ਦਾ, ਜਿਹੜੇ ਚੀਫ ਖਾਲਸਾ ਦੀਵਾਨ ਦੇ 1894 ਦੇ ਸਕੂਲ ਹੈ, ਤੇ ਉਹਨਾਂ ਸਕੂਲਾਂ ਦਾ ਮਾਣ ਪ੍ਰਧਾਨਗੀ ਕਰਨ ਦਾ ਕਿਸੇ ਵੇਲੇ ਗਿਆਨੀ ਜੈਲ ਸਿੰਘ ਜੀ ਨੂੰ ਹੋਇਆ,
ਜਿਹੜੇ ਰਾਸ਼ਟਰਪਤੀ ਰਹੇ, ਤੇ ਜੀ ਸਰ ਜੋਗਿੰਦਰ ਸਿੰਘ ਮਾਨ ਰਹੇ, ਜਿਹੜੇ ਜੀ ਸਰ ਸਿਮਰਜੀਤ ਸਿੰਘ ਮਾਨ ਦੇ ਪਿਤਾ ਜੀ ਸੀ। ਜੀ ਹੁਣ ਮੈਨੂੰ ਮੌਕਾ ਮਿਲਿਆ, ਮੈਂ ਇਹ ਕੋਸ਼ਿਸ਼ ਕਰ ਰਿਹਾ ਟੂ ਪ੍ਰੋਵਾਈਡ ਬੈਸਟ ਐਜੂਕੇਸ਼ਨ ਐਟ ਦਾ ਚੀਪੈਸਟ ਰੇਟ। ਵੈਰੀ ਮੇਰੀ ਬੇਟੀ ਟੀਚਰ ਹੈ ਤੁਹਾਡੇ ਇੱਥੇ ਅਮਰੀਕਾ ਦੇ ਵਿੱਚ ਹੀ, ਸੋ ਅੱਛਾ ਜੀ ਸ਼ੀ ਇਜ਼ ਮਾਈ ਗਾਈਡ। ਤੇ ਮੈਂ ਸਮਝਦਾ ਵੀ ਜਿਹੜੀ ਅਸੀਂ ਸਾਡਾ ਕੰਪੀਟੀਸ਼ਨ ਬੱਚਿਆਂ ਦਾ ਹਾਂਜੀ ਹੈਗਾ ਨਾਰਥ ਜਿਹੜਾ ਅਮਰੀਕਾ ਤੇ ਹਾਂਜੀ ਯੂਰਪ ਨਾਲ, ਜੀ ਤੇ ਜਿਹੜੀ ਤੁਹਾਡੀ ਐਜੂਕੇਸ਼ਨ ਸਿਸਟਮ ਹੈ ਹਾਂਜੀ ਇਹਦੀਆਂ ਜਿਹੜੀਆਂ ਚੰਗਿਆਈਆਂ ਆਪਣੇ ਬੱਚਿਆਂ ਤੱਕ ਵੀ ਲੈ ਕੇ ਆਏ। ਵੈਰੀ ਗੁੱਡ ਸੋ ਵੈਰੀ ਗੋਲਫ ਖੇਲੀ ਦੀ ਸੀ ਅੱਛਾ ਨੌਕਰੀ ਦੇ ਵਿੱਚ, ਤੇ ਅੱਛਾ ਹੁਣ ਲਾਲਪੁਰਾ ਉਹ ਸਾਹਿਬ ਮੈਨੂੰ ਇਹੀ ਕੁਐਸਚਨ ਹੈਗਾ ਸੀ ਵੀ ਤੁਸੀਂ ਐਜ ਏ ਆਫੀਸਰ ਰਿਟਾਇਰ ਹੋਏ ਹੈਗੇ। ਮੋਸਟਲੀ ਕੀ ਹੁੰਦਾ ਹੈ ਵੀ ਜਿਹੜੇ ਪੁਲਿਸ ਆਫੀਸਰ ਹੁੰਦੇ ਹੈਗੇ ਨੇ, ਆਈਪੀਐਸ ਹੁੰਦੇ ਹੈਗੇ ਨੇ, ਜਾ ਕੇ ਉਹ ਮੋਹਾਲੀ ਜਾਂ ਚੰਡੀਗੜ੍ਹ ਰਹਿੰਦੇ ਹੈਗੇ ਨੇ। ਤੁਸੀਂ ਪਿੰਡ ਰਹਿਣਾ ਕਿਉਂ ਚੂਜ਼ ਕਰਿਆ ਹੈਗਾ? ਤੇ ਬਾਕੀ ਤੁਸੀਂ ਗੁਰਸਿੱਖ ਬੰਦੇ ਹੈਗੇ ਨਾ, ਤੁਸੀਂ ਅੰਮ੍ਰਿਤ ਛਕਿਆ ਹੋਇਆ ਹੈਗਾ। ਮੈਂ 9 ਸਾਲ ਦੀ ਉਮਰ ਚ ਅੰਮ੍ਰਿਤ ਛਕ ਲਿਆ ਸੀ ਜੀ। ਮੇਰੇ ਅੱਛਾ ਪਿਤਾ ਜੀ ਵੀ ਅੰਮ੍ਰਿਤਧਾਰੀ ਸੀ, ਹਾਂਜੀ ਮਾਤਾ ਜੀ ਵੀ ਅੰਮ੍ਰਿਤਧਾਰੀ ਸੀ। ਅੱਛਾ ਜੀ ਸਰਵਿਸ ਦੇ ਵਿੱਚ ਮੈਂ ਸਾਰੀ ਅੰਮ੍ਰਿਤਧਾਰੀ ਹੀ ਰਿਹਾ, ਅੱਜ ਵੀ ਅੰਮ੍ਰਿਤਧਾਰੀ ਹਾਂ। ਅੱਛਾ ਜੀ ਤੇ ਕੋਸ਼ਿਸ਼ ਕੀਤੀ ਹੈ ਚਹਿਲ ਸਾਹਿਬ ਮੈਂ ਸੁਧਾਰ ਲਿਆਉਣ ਦੀ। ਅੱਛਾ ਜੀ ਪੁਲਿਸ ਸਿਸਟਮ ਦੇ ਵਿੱਚ ਮੇਰਾ ਇੱਕ ਮਿਸ਼ਨ ਸੀਗਾ, ਉਹ ਜੀ ਕਹਾਣੀ ਲੰਬੀ ਹੋ ਜਾਏਗੀ। ਤੇ ਮੈਨੂੰ ਵੇਖ ਕੇ ਨਾ ਪਹਿਲੀ ਵਾਰੀ ਜਦੋਂ ਮੈਂ ਕਿਸੇ ਨੂੰ ਐਜ਼ ਪੁਲਿਸ ਅਫਸਰ ਮਿਲਿਆ, ਤੇ ਜੀ ਉਹਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਮੈਨੂੰ ਕਿਸੇ ਸੀਨੀਅਰ ਆਈਜੀ ਨੇ ਭੇਜਿਆ ਸੀ ਅੱਛਾ ਜੀ ਤੇ ਕਿਸੇ ਕੰਮ ਲਈ, ਤੇ ਹੈਗੇ ਸੀ ਉਹਨਾਂ ਦੇ ਰਿਲੇਟਿਵ। ਤੇ ਅੱਛਾ ਜੀ ਜਦੋਂ ਮੇਰੇ ਮਨ ਨੂੰ ਬੜਾ ਦੁੱਖ ਹੋਇਆ, ਮੈਂ ਬਾਅਦ ਪੁੱਛਿਆ, ਉਹ ਕਹਿਣ ਲੱਗਿਆ ਜੀ ਵੀ ਪੁਲਿਸ ਵਾਲਾ ਨਹਿਸ਼ ਹੁੰਦਾ ਹੈ ਜੇ ਇਹਦੇ ਅੱਛਾ ਸਵੇਰੇ ਸਵੇਰੇ ਮੱਥੇ ਲੱਗੀਏ। ਅੱਛਾ ਸੋ ਮੈਨੂੰ ਬਾਅਦ 'ਚ ਬੜਾ ਭੈੜਾ ਲੱਗਾ, ਤੇ ਮੈਂ ਆਪਣੀ ਸਹੁੰ ਖਾਦੀ ਇਨ ਦੀ ਬਿਗਨਿੰਗ ਆਫ ਮਾਈ ਕੈਰੀਅਰ ਅੱਛਾ ਕਿ ਜੀ ਲੋਕ ਮੈਨੂੰ ਦੇਖ ਕੇ ਦਰਵਾਜ਼ਾ ਬੰਦ ਨਾ ਕਰਨ। ਇਹ ਅੱਛਾ ਨਹੀਂ ਜੀ ਮੈਂ ਕਹਿ ਸਕਦਾ ਕਿ ਮੈਂ ਸਾਰੀ ਪੁਲਿਸ ਨੂੰ ਸੁਧਾਰ ਦਿਆਂਗਾ, ਜੀ ਲੇਕਿਨ ਇੰਨਾ ਜ਼ਰੂਰ ਹੋਏਗਾ ਕਿ ਮੈਨੂੰ ਦੇਖ ਕੇ ਕੋਈ ਦਰਵਾਜ਼ਾ ਬੰਦ ਨਾ ਕਰੇ। ਜੀ ਮੈਨੂੰ ਆਪਣਾ ਕਰੈਕਟਰ ਇਸ ਤਰ੍ਹਾਂ ਦਾ ਪੇਸ਼ ਕਰਨਾ ਚਾਹੀਦਾ ਹੈ। ਤੇ ਜੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਮੈਂ 39 ਸਾਲ ਪੁਲਿਸ ਦੀ ਨੌਕਰੀ ਕੀਤੀ ਹੈ ਜੀ ਤੇ ਬੇਦਾਗ ਰਿਹਾ, ਤੇ ਜੀ ਕੋਸ਼ਿਸ਼ ਕੀਤੀ ਹੈ ਲੋਕਾਂ ਦੀਆਂ ਜਾਨਾਂ ਬਚਾਈਆਂ, ਜੀ ਸੱਚ ਦੇ ਨੇੜੇ ਰਿਹਾ, ਤੇ ਜੀ ਲੋਕਾਂ ਦਾ ਜਿਹੜਾ ਦੋਸਤ ਬਣ ਕੇ ਰਹਿਣ ਦੀ ਕੋਸ਼ਿਸ਼ ਕੀਤੀ ਹੈ, ਜੀ ਤੇ ਜਿਹੜਾ ਅਮਨ ਕਾਨੂੰਨ ਵੀ ਬਹਾਲ ਰੱਖਿਆ। ਜੀ ਲੇਕਿਨ 99% ਭਲੇ ਲੋਕਾਂ ਦੀ ਮਦਦ ਨਾਲ 1% ਲੁੱਚਿਆਂ ਨੂੰ ਜਿਹੜਾ ਹੈ ਉਹ ਜ਼ਰੂਰ ਭਜਾ ਕੇ ਰੱਖਿਆ। ਵੈਰੀ ਗੁੱਡ। ਸਰਦਾਰ ਸਾਹਿਬ ਤੁਸੀਂ ਨਾਟ ਓਨਲੀ ਤੁਸੀਂ ਪੁਲਿਸ ਦੇ ਵਿੱਚ ਹੀ ਨੌਕਰੀ ਕਰੀ, ਉੱਥੇ ਵੀ ਰਿਫਾਰਮ ਦੀ ਚੰਗੀ ਗੱਲ ਕਰੀ ਹੈਗੀ ਹੈ, ਪਰ ਤੁਹਾਡੇ ਬਾਰੇ ਇਹਦੇ ਵਿੱਚ ਸਾਹਿਤ ਦੇ ਵਿੱਚ ਵੀ ਬਹੁਤ ਤੁਹਾਡੀ ਗੱਲਬਾਤ ਚੱਲਦੀ ਹੈਗੀ। ਜਿਨ੍ਹਾਂ ਲੋਕਾਂ ਨਾਲ ਗੱਲ ਕਰਦੇ ਆ, ਤੁਸੀਂ ਬਹੁਤ ਜ਼ਿਆਦਾ ਦਰਜਨ ਤੋਂ ਜ਼ਿਆਦਾ ਕਿਤਾਬਾਂ ਵੀ ਲਿਖੀਆਂ ਹੋਈਆਂ ਹੈਗੀਆਂ ਨੇ ਜੀ ਪੰਜਾਬੀ 'ਚ। ਮੈਂ ਚਹਿਲ ਸਾਹਿਬ 14 ਕਿਤਾਬਾਂ ਲਿਖੀਆਂ ਨੇ, ਅੱਛਾ ਤੇ ਜੀ ਮੇਰੀਆਂ ਕਿਤਾਬਾਂ ਇੱਕ ਰਿਸਰਚ ਬੇਸਡ ਬੁੱਕਸ ਹੈਗੀਆਂ, ਸਿੱਖ ਅੱਛਾ ਫਿਲਾਸਫੀ ਤੇ ਹਿਸਟਰੀ ਦੀ। ਅੱਛਾ ਪਹਿਲਾ ਜਿਵੇਂ ਮੁਸਲਮਾਨਾਂ ਬਾਰੇ ਗੁਰੂ ਸਾਹਿਬ ਦਾ ਕੀ ਸੀ, ਜੀ ਮੁਸਲਮਾਨਾਂ ਦੀ ਕੀ ਕੰਟਰੀਬਿਊਸ਼ਨ ਹੈ ਸਿੱਖੀਜ਼ਮ ਤੇ, ਉਹਦੇ ਜੀ ਲਈ ਮੁਸਲਮਾਨ ਕਹਾਵਤ ਮੁਸ਼ਕਿਲ ਕਿਤਾਬ ਮੇਰੀ। ਪਾਕਿਸਤਾਨ ਦੇ ਵਿੱਚ ਵੀ ਬੜੀ ਮਾਕੂਲ ਜਿਹੜੀ ਹੈ ਨਾ, ਬੜੇ ਲੋਕ ਪੀਪਲ ਰੀਡ ਇਟ। ਹਾਂਜੀ, ਜੀ ਸੋ ਦੀ ਡੌਨ ਨਿਊਜ਼ਪੇਪਰ ਸੈਡ ਇਟ ਇਜ਼ ਅ ਮਸਟ ਰੀਡ ਬੁੱਕ। ਜੀ ਹਾਂਜੀ, ਸੋ ਮੇਰੇ ਖਿਆਲ ਪਹਿਲਾਂ ਹੀ ਹੈਗਾ, ਮੈਂ ਆਈ ਐਮ ਓਨਲੀ ਰਾਈਟਰ, ਸਿੱਖ ਰਾਈਟਰ ਇਨ ਪੰਜਾਬ ਜੀ ਜਿਹਦੀ ਕਿਤਾਬ ਤੇ ਰਿਵਿਊ ਡੌਨ ਨਿਊਜ਼ਪੇਪਰ ਨੇ 2013 ਛਾਪਿਆ ਸੀ। ਜੀ Similar is the case with my other book, Gurbani Katha Vichar, why Hindu mythology or the history is quoted in Shri Guru Granth Sahib. ਅੱਛਾ ਜੀ ਗੁਰੂ ਗ੍ਰੰਥ ਸਾਹਿਬ ਕਿਹੜੀਆਂ ਕਹਾਣੀਆਂ ਤੇ ਦਿੰਦੇ ਸੇ ਬਿਗ ਬੁੱਕ 404 ਪੇਜ ਦੀ ਕਿਤਾਬ ਹੈ। ਉਹ ਮੈਂ ਆਈ ਹੈਵ ਕਲੈਰੀਫਾਈਡ ਕਿ ਗੁਰੂ ਸਾਹਿਬ ਕੀ ਇਹਦੇ ਲਿਖਣ ਦਾ ਰਾਮ ਰਹੀਮ ਕ੍ਰਿਸ਼ਨ ਇਹਨਾਂ ਜੀ ਸਾਰਿਆਂ ਦਾ ਜ਼ਿਕਰ ਕਿਹੜੇ ਪਰਪਸ ਲਈ ਕੀਤਾ ਸੀਗਾ। ਅੱਛਾ ਜੀ ਸਿਮਿਲਰ ਇਜ਼ ਦਾ ਕੇਸ ਇਜ਼ ਬ੍ਰਾਹਮਣ ਭਲਾ ਕੀ ਹੈ, ਨਾਨਕ ਤਿਨ ਕੇ ਸੰਗ ਸਾਥ। ਗੁਰੂ ਨਾਨਕ ਸਾਹਿਬ ਦਾ ਮਰਦੇ ਖੁਦਾ ਨਾਨਕ ਅੱਜ ਕੱਲ੍ਹ ਹੁਣ ਨਵੀਂ ਕਿਤਾਬ ਹੈ ਜਿਹਦੇ ਚ ਆ ਰਹੀ ਹੈ ਕਿ ਮਾਨਸ ਤੋਂ ਦੇਵਤੇ। ਹਾਂਜੀ ਕਿ ਇਹ ਸਾਰੀਆਂ ਲੰਬੀਆਂ ਚੌੜੀਆਂ ਕਹਾਣੀਆਂ ਨੇ, ਕਾਫੀ ਕਿਸ਼ ਕਹੀਏ ਕਿ ਸੁਣੀ ਗਏ। ਹਾਂਜੀ, ਖਬਰ ਸਿੰਘੋ ਖਬਰਦਾਰ ਤੇ ਰਾਜ ਕਰੇਗਾ ਖਾਲਸਾ, ਕਦੋਂ ਤੱਕ ਢਹਿੰਦੇ ਰਹਿਣਗੇ ਤਖਤ ਅਤੇ ਸਿਧਾਂਤ। ਹਾਂਜੀ, ਹਾਂਜੀ ਸੱਚ ਸੁਣਾਈ ਸੀ ਸੱਚ ਕੀ ਬੇਲਾ, ਬਹੁਤ ਸਾਰੀਆਂ ਨਾ। ਦਿਸ ਪਰ ਨੰਬਰ ਇਜ਼ ਹਾਂ, ਅਰਾਊਂਡ ਬਹੁਤ ਅੱਛਾ ਜੀ। 40। ਪਰ ਖਾਲਸੇ ਦਾ ਰਾਜ ਤਾਂ ਆਲਰੇਡੀ ਅੱਜ ਕੱਲ ਹੈਗਾ ਜੀ। ਆਪਾਂ ਹਮੇਸ਼ਾ ਕਹਿੰਦੇ ਹੈਗੇ ਵੀ ਰਾਜ ਕਰੇਗਾ ਖਾਲਸਾ ਜੀ ਨਹੀਂ, ਪੰਜਾਬ 'ਚ। ਤੁਸੀਂ ਦੇਖੋ ਉਹ ਨਹੀਂ, ਇਹ ਜਿਹੜਾ ਨਾ ਜੀ ਵੇਖੋ, ਮੈਂ ਤੁਹਾਨੂੰ ਚਾਲ ਸਾਹਿਬ ਗੱਲ ਕਰਦਾ। ਜੀ ਮੈਂ ਜਿਹੜਾ ਇਹ ਮੈਨੂੰ ਜਿੰਨੇ ਲੋਕਾਂ ਨੂੰ ਮੈਂ ਮਿਲਿਆ, ਜੀ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਇਹ ਗੁਰੂ ਸਾਹਿਬ ਨੇ ਕਿੱਥੇ ਲਿਖਿਆ, ਅੱਛਾ ਜੀ ਲਿਖਿਆ ਵੀ ਹੈ ਕਿ ਨਹੀਂ ਲਿਖਿਆ। ਅੱਛਾ ਤੇ ਕਿ ਇਹ ਜਿਹੜੀ ਹੈ ਨਾ, ਇਹ ਭਰਮ ਭੁਲੇਖਾ ਬੜਾ ਵੱਡਾ, ਕਿਸੇ ਹਾਂਜੀ ਨੇ ਰਿਸਰਚ ਨਹੀਂ ਕੀਤੀ। ਅੱਛਾ ਜੀ ਗੁਰੂ ਸਾਹਿਬ ਨੇ ਜਿਹੜਾ ਰਾਜ ਕਰੇ ਦਾ ਖਾਲਸੇ ਦਾ ਵਰ ਦਿੱਤਾ ਹੈ ਨਾ, ਹਾਂਜੀ ਉਹਦੇ ਪਹਿਲਾਂ ਸ਼ਰਤਾਂ ਵੀ ਲੱਗੀਆਂ ਨੇ। ਅੱਛਾ ਜੀ ਇਹ ਸਵਾਲ ਭਾਈ ਨੰਦ ਲਾਲ ਜੀ ਨੇ ਕੀਤਾ ਸੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ।
ਜਦੋਂ ਖਾਲਸੇ ਦੀ ਸਿਰਜਣਾ ਹੋਈ ਕਿ ਆਪ ਜੀ ਨੇ ਖਾਲਸਾ ਸਿਰਜਿਆ, ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਕੀ ਤੁਸੀਂ ਇਹਨਾਂ ਨੂੰ ਰਾਜ ਦਿਓਗੇ ਜੀ? ਤੇ ਗੁਰੂ ਪਾਤਸ਼ਾਹ ਨੇ ਜਵਾਬ ਜਿਹੜਾ ਦਿੱਤਾ ਸੀ, ਉਹ ਕਹਿੰਦੇ ਮੈਂ ਰਾਜ ਦਿਆਂਗਾ ਨਹੀਂ, ਰਾਜ ਇਹਨਾਂ ਦੇ ਪੈਰੀ ਪਏਗਾ। ਵਾਹ। ਹਾਂਜੀ, ਸੋ ਸੁਣੋ ਲਾਲ ਜੀ ਹੋ ਸਾਚ, ਪਗੈ ਭਰੇਗਾ ਆਪਨ ਰਾਜ। ਅੱਗੇ ਉਹਨਾਂ ਨੇ ਸ਼ਰਤਾਂ ਵੀ ਲਾਈਆਂ ਨੇ, 4 ਵਰਨ ਇੱਕ ਵਰਨ ਕਰਾਉ, ਹਾਂਜੀ, ਵਾਹਿਗੁਰੂ ਕਾ ਜਾਪ ਜਪਾਉ, 1.25 ਲੱਖ ਸੇ ਏਕ ਲੜਾਉ, ਹਾਂਜੀ, ਚੜ੍ਹੈ ਸਿੰਘ ਤਿਸ ਮੁਕਤ ਕਰਾਉ, ਝੂਲਣ ਨੇਜੇ ਹਸਤੀ ਸਾਜੇ, द्वार द्वार पर नौबत बाजे, 1.25 लाख जब तुखै पलीता, तब खालसा उदय लौ अस्त जीता। ਉਹਦਾ ਹੈ ਦੋਹਰਾ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੇ ਹੋਏ। ਹੁਣ ਅਸੀਂ ਜਾਤ ਪਾਤ ਦਾ ਅਸੀਂ ਛੱਡੀ ਨਹੀਂ। ਗੁਰੂ ਸਾਹਿਬ ਦੀ ਪਹਿਲੀ ਸ਼ਰਤ ਸੀ, 4 ਵਰਨ ਇੱਕ ਵਰਨ ਕਰਾਉ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਵੋ, ਜਾਣੋ ਜੋਤ ਨਾ ਪੁੱਛੋ ਜਾਤੀ। ਹਾਂਜੀ, ਇਹ ਸਾਰੀਆਂ ਗੱਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਜਿਹੜੀਆਂ ਗੁਰਬਾਣੀ 'ਚ ਅੰਕਿਤ ਹੈ, ਪਰ ਸਾਡੀ ਬਦਕਿਸਮਤੀ ਹੈ, ਅਸੀਂ ਇਹਨਾਂ ਨੂੰ ਅਪਣਾਇਆ ਨਹੀਂ। ਅੱਜ ਵੀ ਸਿੱਖਾਂ ਦੇ ਵਿੱਚ ਉਨੀ ਜਾਤ ਪਾਤ ਆ ਜਿੰਨੀ ਜਿਹੜੀ ਹੈ ਮੇਰੇ ਖਿਆਲ ਅੱਜ ਤੋਂ 500 ਸਾਲ ਪਹਿਲਾਂ ਸੀ। ਜੀ ਜੀ, ਔਰ ਮੇ ਵੀ ਵਰਸ। ਮੈਂ ਨਾ ਆਪਾਂ ਇਹ ਮੈਨੂੰ ਲੱਗਦਾ ਹੈ ਕਿ ਮੈਂ ਜੇ ਤੁਹਾਡੀ ਇੱਕ ਸੈਪਰੇਟ ਫੋਲੋ ਅਪ ਇੰਟਰਵਿਊ ਵਾਸਤੇ ਬਹੁਤ ਜ਼ਿਆਦਾ ਜਿਹੜਾ ਮਟੀਰੀਅਲ ਹੈਗਾ, ਮੈਂ ਚਾਹੁੰਦਾ ਹੈਗਾ ਕਿ ਜਿਹੜਾ ਮੈਸੇਜ ਤੁਹਾਡਾ ਹੈਗਾ ਇਹ ਕਨਵੇ ਹੋਵੇ, ਆਪਾਂ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਜਾਵਾਂਗੇ ਹੈਗੇ। ਪਰ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈਗਾ, ਜੋ ਪੰਜਾਬ ਦੇ ਵਿੱਚ ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ ਹੈਗਾ, ਇਹ ਜਿਹੜਾ ਐਕਟ ਹੈਗੇ ਨੇ, 3 ਐਕਟ ਹੈਗੇ ਨੇ, ਇਹ ਕੀ ਹੈਗੇ ਨੇ? ਤੇ ਮੈਨੂੰ ਜੇ ਤੁਸੀਂ ਬਾਹਰਲੇ ਬੈਠੇ ਬੰਦੇ ਨੂੰ, ਜਿਹਨੂੰ ਕੋਈ ਬਹੁਤ ਜ਼ਿਆਦਾ ਕੋਈ ਨੌਲੇਜ ਨਾ ਹੋਵੇ, ਉਹਨਾਂ ਨੂੰ ਸਮਝਾਉਣਾ ਹੋਵੇ ਇਹ ਕਿਉਂ ਹੋ ਰਿਹਾ ਹੈਗਾ, ਪੰਜਾਬ ਦੇ ਵਿੱਚ ਹੀ ਕਿਉਂ ਜ਼ਿਆਦਾ ਹੋ ਰਿਹਾ ਹੈ, ਕੀ ਐਕਟ ਹੈਗੇ ਨੇ, ਕਿਉਂ ਇਹਨਾਂ ਨੇ ਪਾਸ ਕਰੇ ਹੈਗੇ ਤੁਹਾਡੀ ਸਰਕਾਰ ਨੇ, ਔਰ ਜਲਦਬਾਜ਼ੀ ਦੇ ਵਿੱਚ ਪਾਸ ਕਰੇ ਹੈਗੇ, ਗਲਤੀ ਹੈ, ਚੰਗਾ ਜਾਂ ਮਾੜਾ ਹੈਗਾ, ਉਹ ਸਾਰਾ ਤੁਸੀਂ ਲੋਕਾਂ ਦੇ ਨਾਲ ਤੁਸੀਂ ਸਾਂਝਾ ਕਰੋਗੇ ਹੈਗੇ ਸਾਡੇ ਸਰੋਤਾਂ ਦੇ ਨਾਲ? ਮੈਂ ਬੇਨਤੀ ਇਹ ਕਰਨਾ ਜੀ, ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਸੀ, ਉਦੋਂ ਪੰਜਾਬ ਦੇ ਵਿੱਚ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਸੀ ਖੇਤੀ ਤੋਂ। तो एक MSP बनाती कि जे नहीं भी खरीदेगा, आ ਜਿਹੜਾ ਪੰਜਾਬ ਹੈ ਪੁਰਾਣਾ, that includes ਹਰਿਆਣਾ, ਹਿਮਾਚਲ ਐਂਡ ਪੰਜਾਬ, ਇੱਥੇ ਅਸੀਂ ਇੱਕ ਸਪੋਰਟ ਪ੍ਰਾਈਸ ਦੇਵਾਂਗੇ, ਮਿਨੀਮਮ ਸਪੋਰਟ ਪ੍ਰਾਈਸ। ਉਹਦੇ ਨਾਲ ਇੱਕ ਹੋਰ ਪ੍ਰਾਈਸ ਰੱਖਿਆ ਸੀਗਾ, ਪ੍ਰਾਈਸ that was purchase price, that was above the minimum support price, ਤੇ FCI ਉਹਦੇ ਤੇ ਖਰੀਦਦੀ ਸੀਗੀ। ਹੁਣ ਕੀ ਹੈ ਕਿ ਫਿਰ ਪਿਛਲੇ 40 ਸਾਲ ਪਹਿਲਾਂ ਕਾਂਗਰਸ ਨੇ ਉਹ ਪਰਚੇਜ਼ ਪ੍ਰਾਈਸ ਬੰਦ ਕਰਤੀ। These are the conventions, ਇਹ ਚੱਲ ਰਹੀਆਂ ਨੇ, ਇਹਦਾ ਕੋਈ ਲਾਅ ਵੱਖਰਾ ਫਰੇਮ ਨਹੀਂ ਹੋਇਆ ਹੋਇਆ। ਅਦਰਵਾਈਜ਼ ਹੀ ਸਾਡੇ ਦੇਸ਼ ਦੇ ਵਿੱਚ ਇਹਦਾ ਰਾਸ਼ਨ ਦੇ ਕਾਲ ਸੀਗਾ, ਤੇ ਅਸੀਂ ਕਹਿਤਾ ਸੀ ਕਿ ਕੋਈ ਬੰਦਾ ਦੂਜੀ ਸਟੇਟ 'ਚ ਨਹੀਂ ਖਰੀਦ ਸਕਦਾ, ਦੂਜੀ ਜਗ੍ਹਾ ਜਾ ਕੇ ਕਿਸਾਨ ਨਹੀਂ ਵੇਚ ਸਕਦਾ, ਸਿਵਾਏ ਜਿਹੜਾ ਫਾਰਮਰ ਹੋਵੇ। ਸੋ ਇੱਕ ਬੈਨ ਲਾਈ ਸੀ ਕਿ ਕੋਈ ਵੀ ਪ੍ਰਾਈਵੇਟ ਪਾਰਟੀ ਇੱਕ ਥੋੜੇ ਜਿਹੇ ਸਟਾਕ ਤੋਂ ਬਿਨਾਂ ਜ਼ਿਆਦਾ ਰੱਖ ਨਹੀਂ ਸਕਦੀ। ਸੋ ਉਹਦੇ ਲਈ ਹੁਣ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਬਣਾ ਦਿੱਤੀ ਕਿ ਕੋਈ ਬਾਇਰ ਜਿਹੜਾ ਪ੍ਰਾਈਵੇਟ ਹੈ ਉਹ ਜਿੰਨਾ ਮਰਜ਼ੀ ਸਟਾਕ ਕਰ ਸਕਦਾ, ਲੇਕਿਨ ਜੇ ਉਹ ਪ੍ਰਾਈਸ ਵਧਾਏਗਾ ਤੇ ਗਵਰਨਮੈਂਟ ਆਫ ਇੰਡੀਆ ਉਹਦੇ 'ਚ ਇੰਟਰਫੀਅਰ ਕਰੇਗੀ। ਦਿਸ ਇਜ਼ ਵਨ। ਅੱਗੇ ਇਹ ਸੀਗਾ ਕਿ ਤੁਸੀਂ ਜਿਹੜਾ ਸਾਡਾ ਵਪਾਰੀ ਹੈ ਉਹ ਅਸੀਂ FCI ਤੋਂ ਬਿਨਾਂ ਕਿਸੇ ਨੂੰ ਵੇਚ ਨਹੀਂ ਸੀ ਸਕਦੇ। ਇਹ ਪੈਡੀ ਤੇ ਵੀਟ ਜਿਹੜੀ ਹੈ 95% ਵਾਸ ਪਰਚੇਜ਼ਡ ਬਾਈ ਦੀ FCI। ਨਾਓ with these amendments they have allowed the private buyer to purchase wheat, paddy or whatsoever from anywhere in Punjab or rather India। ਜੇਕਰ ਅਸੀਂ ਅਸਾਮ ਨਹੀਂ ਜਾ ਸਕਦੇ, ਪਰ ਅਸਾਮ ਦਾ ਬਾਇਰ ਤਾਂ ਇੱਥੇ ਆ ਸਕਦਾ ਹੈ। ਦਿਸ ਇਜ਼ ਦੀ ਸੈਕੰਡ ਆਪਸ਼ਨ। ਇੱਕ ਦੂਜੀ ਆਪਸ਼ਨ ਇਹ ਹੈ ਕਿ ਜਿਹੜੇ ਕੋਈ ਪ੍ਰਾਈਵੇਟ ਆ ਕੇ ਬੰਦੇ ਮਦਦ ਕਰਨੀ ਚਾਹੁੰਦੇ ਆ, ਕੋਈ ਜ਼ਮੀਨ ਇੱਥੇ ਠੇਕੇ ਤੇ ਲੈਂਦੇ, ਠੇਕੇ ਤੇ ਪਹਿਲਾਂ ਵੀ ਲਈ ਹੋਈ ਹੈ, ਨੈਸਲੇ ਤੋਂ ਨੈਸਲੇ ਕਰ ਰਿਹਾ, ਪੈਪਸੀ ਕਰ ਰਿਹਾ। ਸੋ ਥੀਸ ਜਿਹੜੇ ਇਹਨਾਂ ਦੇ ਜ਼ਮੀਨਾਂ ਕੰਟਰੈਕਟ ਲੈ ਕੇ ਫਾਰਮਰ ਨੂੰ ਸੀਡ ਦਿੰਦੇ ਆ, ਫਾਰਮਰ ਨੂੰ ਜਿਹੜਾ ਫਰਟੀਲਾਈਜ਼ਰ ਦਿੰਦੇ ਆ, ਇਨਸੈਕਟੀਸਾਈਡ, ਪੈਸਟੀਸਾਈਡ, ਐਂਡ ਇਨ ਸਰਟਨ ਕੇਸਿਸ ਉਹਨਾਂ ਨੂੰ ਪੈਸਾ ਵੀ ਦਿੰਦੇ ਆ। ਕਿੱਥੇ ਹੈਗਾ ਜੀ, ਕਿੱਥੇ ਕਰ ਰਹੇ ਨੇ ਨੈਸਲੇ? ਤਾਂ ਜਿਹੜਾ ਨੈਸਲੇ ਹੈ ਤਾਂ ਮੋਗੇ ਬੇਸਡ ਹੈਗਾ। ਜਿਹੜੀ ਪੈਪਸੀ ਹੈ ਦਸੂਏ ਦੇ ਲਾਗੇ ਪਿੰਡ ਹੈਗਾ, ਟਾਂਡਾ ਤੋਂ ਜਲੰਧਰ ਰੋਡ ਦੇ ਉੱਤੇ ਜਹੂਰਾ ਪਿੰਡ ਹੈ, ਉੱਥੇ ਇਹਨਾਂ ਦਾ ਪਲਾਂਟ ਹੈਗਾ। ਸੋ ਇਹ ਜੇਕਰ ਹੋਰ ਵੀ ਬੰਦੇ ਕੋਈ ਆਉਣਗੇ ਤੇ ਸਾਡੇ ਨਾਲ, ਮੈਂ ਤੁਹਾਨੂੰ ਗੱਲ ਸੁਣਾਉਣਾ, 75-76 ਦੇ ਵਿੱਚ ਨਾ, ਮੇਬੀ 76, ਹਾਂਜੀ ਪ੍ਰੀਸਾਈਜ਼ਲੀ, ਉਦੋਂ ਈਰਾਨ ਤੋਂ ਲੋਕਾਂ ਨੇ ਆਲੂ ਖਰੀਦਿਆ ਸੀ
ਜੀ ਤੇ ਉਹਨਾਂ ਦੇ ਬੜੇ ਬੜੇ ਟਰਾਲੇ ਆਏ ਸੀਗੇ ਤੇ ਜੱਟਾਂ ਨੇ ਇੱਕ ਜਿਹੜਾ ਆਲੂ 10 ਰੁਪਏ ਕਿਲੋ ਵਿਕਿਆ ਸੀ ਉਦੋਂ। ਠੀਕ ਹੈ ਔਰ ਜੱਟਾਂ ਨੇ ਬੜੇ ਪੈਸੇ ਕਮਾਏ। ਜੱਟ ਮੀਨਸ ਜ਼ਿਮੀਦਾਰ, ਠੀਕ ਆਲ ਹੈ ਫਾਰਮਰ ਕਮਿਊਨਿਟੀ। ਜੀ ਤੇ ਉਹਦੇ ਨਾਲ ਇਹ ਹੋਇਆ ਵੀ ਕਾਰਾਂ ਸ਼ਾਰਾਂ ਵੀ ਆ ਗਈਆਂ ਤੇ ਮੌਜਾਂ ਬਣ ਗਈਆਂ। ਜੀ ਉਸ ਤੋਂ ਬਾਅਦ ਈਰਾਨ ਨੇ ਨਹੀਂ ਬਾਏ ਕੀਤਾ, ਅਸੀਂ ਤੀਜੇ ਸਾਲ ਆਲੂ ਬਾਹਰ ਸੁੱਟਦੇ ਆ। ਠੀਕ ਹੈ ਹੁਣ ਉਹਦੇ ਲਈ ਪ੍ਰੋਸੈਸਿੰਗ ਯੂਨਿਟ ਬਣਾਉਣੇ ਪੈਣਗੇ, ਜੀ ਠੀਕ ਹੈ ਕਿ ਨਹੀਂ? ਸੋ ਠੀਕ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਡਬਲ ਕਰ ਦਿਆਂਗੇ ਜਿਹੜੀ ਇਹਨਾਂ ਦੀ ਕਿਸਾਨ ਦੀ ਆਮਦਨੀ ਬਾਈ 2022 ਠੀਕ ਹੈ 2022 ਤੱਕ ਅਸੀਂ ਡਬਲ ਕਰ ਦਿਆਂਗੇ। ਠੀਕ ਤੇ ਹੈ ਜੇ ਡਬਲ ਕਰਨੀ ਹੈ ਤੇ ਦੋ ਰਾਹ ਆ। ਇੱਕ ਤਾਂ ਦੀ ਆਲਰੇਡੀ ਜਿਹੜੀ ਰੋਡ ਐਗਜ਼ਿਸਟ ਕਰਦੀ ਹੈ FCI, ਜਿਹਦੇ ਰਾਹੀਂ ਪਰਚੇਜ਼ ਹੁੰਦੀ ਆ, ਉਹ ਚੱਲਦੀ ਰਹੇਗੀ। ਜੀ ਦੂਜੀ ਗੱਲ ਇਹ ਹੈ ਕਿ ਜਿਹੜਾ ਇੱਕ ਨਵਾਂ 4-ਵੇ ਬਣਾਤਾ ਆ, ਹਾਂਜੀ, ਜਿੱਥੇ ਤੁਸੀਂ ਜਾ ਕੇ ਫਸਟ ਕਲਾਸ ਲੈ ਕੇ ਯੂ ਕੈਨ ਸੈਲ ਇਟ ਟੂ ਦੀ ਪ੍ਰਾਈਵੇਟ ਪੀਪਲ ਆਲਸੋ। ਜੀ ਸੋ ਇਹਦੇ ਨਾਲ ਆੜਤੀ ਨੂੰ ਨੁਕਸਾਨ ਹੋਏਗਾ। ਅੱਛਾ ਜੀ ਉਹ ਆੜਤੀ ਨੂੰ ਨੁਕਸਾਨ ਹੋਏਗਾ ਜੇ ਡਾਇਰੈਕਟ ਪਰਚੇਜ਼ ਹੋਏਗੀ। ਸੋ ਐਵੇਂ ਐਪਰੀਹੈਂਸ਼ਨਸ ਐਂਡ ਰਿਊਮਰਸ ਆਰ ਟੂ ਥਿੰਗਸ ਜਿਹਦੇ ਚ ਕੀਤੀ ਜਾ ਰਹੀ ਹੈ। ਹੁਣ ਉਹਨਾਂ ਨੇ ਐਕਟ ਦੇ ਵਿੱਚ ਤਾਂ ਇਹ ਆ ਗਿਆ ਕਿ ਜੇ ਕੋਈ ਬੰਦਾ ਕੰਟਰੈਕਟ ਤੇ ਲੈਂਡ ਲੈਣੀ ਚਾਹੁੰਦਾ, ਜੀ ਉਹ ਬੰਦਾ ਜਿਹੜਾ ਤੁਹਾਡੇ ਸਾਰਿਆਂ ਲਈ, ਯੂ ਮਸਟ ਲਿਸਨ ਟੂ ਇਟ ਬਿਕਾਜ਼ ਇਟ ਇਜ਼ ਫॉर ਦੀ NRIs। if you lease it to a person, so the law is that he cannot have Gardari in his name। ਠੀਕ ਹੈ और this ਗਰਦਾਰੀ ਮਾਲਕ ਦੇ ਨਾਂ ਰਹੇਗੀ। ਠੀਕ ਹੈ ਜੀ ਅੱਛਾ, ਜੇ ਮਾਲਕ ਜਿਹੜਾ ਉਹਦੇ ਕੋਲੋਂ ਕੋਈ ਉਹਦੇ ਚਲਾ ਜਾਂਦਾ ਹੈ ਕਿਸੇ ਅਦਾਲਤ ਝਗੜੇ 'ਚ, ਤੇ SDM will settle it in 1 month। ਔਰ ਉਹਦੇ ਜਿਹੜੇ ਰੂਲ ਬਣ ਰਹੇ ਆ ਉਹਦੇ ਜਿਹੜਾ ਇਟ ਇਜ਼ ਪ੍ਰੋ ਫਾਰਮਰ। ਸਰਦਾਰ ਸਾਹਿਬ, ਅਹਿਮ ਕੁਐਸਚਨ ਹੈਗਾ ਵੀ ਇਹ ਵੀ ਇੱਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਅਸੀਂ ਖਬਰਾਂ ਵਿੱਚ ਉਹ ਕਰ ਰਹੇ ਹੈਗੇ ਵੀ ਜਦੋਂ ਜੱਟਾਂ ਦੀ ਜਿਹੜੀ ਜ਼ਮੀਨ ਹੈਗੀ ਹੈ, ਵੱਡੇ ਜਿਹੜੇ ਸਰਮਾਏਦਾਰ ਹੈਗੇ ਨੇ ਉਹ ਆ ਕੇ ਲੈ ਲੈਣਗੇ, ਉਸ ਤੋਂ ਬਾਅਦ ਉਹਨਾਂ ਕੋਲੇ ਆਪਸ਼ਨ ਹੋਏਗੀ ਵੀ ਉਸ ਜ਼ਮੀਨ ਦੇ ਉੱਤੇ ਪੈਸਾ ਵੀ ਲੈ ਸਕਦੇ ਹੈਗੇ ਨੇ। ਉਸ ਨੋ देयर इज नो such provision। ਜੇ ਤੁਸੀਂ ਕਹੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਨਹੀਂ ਪਰ ਤੁਸੀਂ ਦੱਸ ਰਹੇ ਮੇਰੇ ਕੋਲ ਤਾਂ ਉਹਦੇ ਕੋਈ ਮੈਂ ਰਾਤੀ 4 ਘੰਟੇ ਲਗਾ ਕੇ no they can't take any loan on this your land। ਜੀ your land will remain your land, ਹਾਂਜੀ, title will be in your name। ਉਹਨਾਂ ਦੇ ਨਾਂ ਤੇ ਗਰਦੌਰੀ ਵੀ ਨਹੀਂ ਹੋਏਗੀ। ਉਹਨਾਂ ਦੇ ਕੰਟਰੈਕਟ ਹੋਏਗਾ। ਜਦੋਂ ਤੁਸੀਂ ਚਾਹੋਗੇ ਉਹਨਾਂ ਕੋਲੋਂ ਕੰਟਰੈਕਟ ਆਪਣਾ ਤੋੜ ਸਕਦੇ ਹੋ। ਜੇ ਤਾਂ SDM ਸਮਝਦਾ ਕਿ ਕਿਸਾਨ ਦੀ ਗਲਤੀ ਹੈ, ਫਾਰਮਰ ਦੀ ਗਲਤੀ ਹੈ, ਤੇ ਉਹਨੂੰ ਕੋਈ ਜੁਰਮਾਨਾ ਨਹੀਂ। ਠੀਕ ਹੈ ਜੀ। ਜੇ ਉਹ ਸਮਝਦਾ ਵੀ ਜਿਹਨੇ ਬੰਦੇ ਨੇ ਠੇਕੇ ਤੇ ਲਈ ਹੈ ਉਹਦੀ ਗਲਤੀ ਹੈ, ਤੇ ਉਹਨੂੰ ਜਿਹੜਾ ਆ 1.5 ਗੁਣਾ ਜੁਰਮਾਨਾ ਪਏਗਾ। 10,000 ਦਾ 15,000 ਦੇਣਾ ਪਏਗਾ। ਐਂਡ ਦੈਟ ਮੈਟਰ ਹੈਜ਼ ਟੂ ਬੀ ਸੈਟਲਡ ਇਨ 1 month। ਔਰ ਅਪੀਲ ਵੀ DC ਨੇ 1 ਮਹੀਨੇ 'ਚ ਸੁਣਨੀ ਹੈ। ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਅੱਗੇ ਨੋਮੀਨੇਟਿਡ ਅਫਸਰ ਹੈ, ਉਹਨੇ ਵੀ 1 ਮਹੀਨੇ, ਟੋਟਲੀ 3 months ਦੇ ਵਿੱਚ ਸੈਟਲ ਹੋ ਜਾਏਗਾ। ਔਰ ਡਿਟੇਲ ਬਣੀ ਹੋਏਗੀ। ਦਿਸ ਇਜ਼ ਵੈਰੀ ਗੁੱਡ ਫॉर NRIs। ਪਰ ਇੱਕ ਨਾਲ ਹੋਰ ਵੀ ਕਨਫਿਊਜ਼ਨ ਜਿਹੜੀ ਹੈਗੀ ਉਹ ਵੀ ਕਲੈਰੀਫਾਈ ਕਰੇ ਹੈਗੇ ਉਹ ਕਿ ਹੋ ਸਕਦਾ ਮੈਂ ਗੱਲ ਸਮਝਾਂ, ਮੈਂ ਜੋ ਮੈਂ ਪੜ੍ਹਿਆ ਹੈਗਾ ਉਹ ਅਲੱਗ ਲੱਗਦਾ ਹੈਗਾ। ਕੁਝ ਲੋਕੀ ਇਹ ਵੀ ਕਹਿ ਰਹੇ ਹੈਗੇ ਨੇ, ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਆ ਰਿਹਾ, ਮੀਡੀਆ ਦੇ ਵਿੱਚ ਵੀ ਆ ਰਿਹਾ ਹੈਗਾ ਵੀ ਜਿਹੜੀ MSP ਹੈਗੀ ਆ ਉਹ ਖਤਮ ਕਰੀ ਜਾਏਗੀ ਇਸ ਐਕਟ ਦੇ ਹਿਸਾਬ ਨਾਲ। ਦੇਖੋ MSP ਬਿਲਕੁਲ ਖਤਮ ਨਹੀਂ ਹੋ ਰਹੀ। MSP ਨੈਕਸਟ ਸੈਸ਼ਨ ਦੀ ਜਿਹੜੀ ਫਸਲ ਆ ਹੁਣ ਸਾਡੀ ਬੀਜੀ ਜਾਣੀ ਹੈ, ਹਲੇ ਕਣਕ ਬੀਜੀ ਨਹੀਂ ਗਈ। ਹਾਂਜੀ, ਕਣਕ ਨੂੰ ਅਸੀਂ ਹਾੜੀ ਦੀ ਫਸਲ ਕਹਿੰਦੇ ਆ। ਇਹਦਾ ਆਲਰੇਡੀ 50 ਰੁਪਏ ਵਧਾ ਕੇ MSP ਅਨਾਉਂਸ ਕਰਤੀ ਗਈ ਹੈ। ਦੂਜੀ ਗੱਲ, ਆਈ ਵਾਂਟ ਟੂ ਕਲੀਅਰ ਇਟ ਫॉर ਦੀ ਬੈਨੀਫਿਟ ਆਫ ਦਾ ਪੀਪਲ ਲਿਵਿੰਗ ਅਬਰਾਡ। ਉਹ ਇਹ ਹੈ ਕਿ ਅਸੀਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਰਾਹੀਂ ਜਿਹੜੀ 20 ਰੁਪਏ ਕਣਕ ਖਰੀਦਦੇ ਆ ਨਾ, 22 ਰੁਪਏ, ਉਹ 2 ਰੁਪਏ ਕਿਲੋ ਵੇਚਦੇ ਆ। ਠੀਕ ਹੈ। ਤੇ ਇਸੇ ਤਰ੍ਹਾਂ ਰਾਈਸ ਵੀ 5 ਰੁਪਏ ਕਿਲੋ ਦਿੰਦੇ ਆ। ਸੋ ਜੇਕਰ ਅਸੀਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨਾਲ ਇਹਨੂੰ ਫੂਡ ਨੂੰ ਦੇਣਾ ਆ ਲੋਕਾਂ ਨੂੰ, ਤਾਂ ਪਰਚੇਜ਼ ਕਿੱਥੋਂ ਕਰਨਾ? ਠੀਕ ਹੈ। ਸਟਾਕ ਕਿੱਥੇ ਕਰਨਾ? ਹਾਂਜੀ। ਸੋ ਅਸੀਂ ਉਹ ਇਸ ਕਰਕੇ ਕਿਸੇ ਵੀ ਬੰਦੇ ਦੀ ਕਦੇ MSP, ਮੋਦੀ ਜੀ ਨੇ, ਐਗਰੀਕਲਚਰ ਮਿਨਿਸਟਰ ਨੇ ਬਿਲਕੁਲ ਕਲੀਅਰ ਕਰਤਾ ਕਿ MSC ਵਿਲ ਕੰਟੀਨਿਊ। ਪਰ ਸਰਦਾਰ ਸਾਹਿਬ ਇਹ ਜਿਹੜੇ 3 ਐਕਟ ਹੋਏ ਹੈਗੇ ਨੇ, ਇਹ ਸਰਕਾਰ ਨੇ ਇੰਨੀ ਜਲਦਬਾਜ਼ੀ ਕੀ ਕਰਨੀ? ਸਪੈਸ਼ਲੀ ਜਿਹੜਾ ਇਹ ਕੋਵਿਡ ਦੇ ਦੌਰਾਨ ਇੰਨੀ ਜਲਦਬਾਜ਼ੀ ਦੇ ਵਿੱਚ ਪਾਸ ਕਰੇ ਹੈਗੇ ਨੇ, ਬਹੁਤ ਜਲਦੀ ਹਫ਼ਤੇ ਜਾਂ ਕੁਝ ਦਿਨਾਂ ਦੇ ਵਿੱਚ ਇਹ ਕਰ ਦਿੱਤੇ ਹੈਗੇ। ਇਹ ਜੇ ਟਰੂ, ਇਹਨੂੰ ਤੁਸੀਂ ਥੋੜਾ ਕਲੈਰੀਫਾਈ ਕਰੋਗੇ ਕਿੰਨਾ ਟਾਈਮ ਲੱਗਿਆ ਹੈਗਾ? ਜਲਦਬਾਜ਼ੀ ਹੋਈ ਹੈ ਹੈਗੀ ਹੈ? ਜਲਦਬਾਜ਼ੀ ਕੁਛ ਨਹੀਂ ਹੋਈ।
ਕਾਂਗਰਸ ਗਵਰਨਮੈਂਟ 2012 ਦੇ ਵਿੱਚ ਇਹਨੂੰ ਪਾਸ ਕਰਨਾ ਚਾਹੁੰਦੀ ਸੀ, ਪਰ ਉਹਨਾਂ ਕੋਲ ਨਾ ਇਸੇ ਐਕਟ ਨੂੰ, ਤੇ ਰਾਜ ਸਭਾ 'ਚ ਇਹਨਾਂ ਕੋਲ ਮੈਜੋਰਿਟੀ ਨਹੀਂ ਸੀਗੀ, ਇਸ ਕਰਕੇ ਇਹ ਐਕਟ ਪਾਸ ਨਹੀਂ ਹੋਇਆ। ਮੋਦੀ ਜੀ ਨੇ ਹੁਣ 2022 ਤੱਕ ਜਿਹੜਾ ਇੱਕ ਫੈਸਲਾ ਕੀਤਾ ਸੀ ਕਿ ਜ਼ਿਮੀਂਦਾਰਾਂ ਦੀ ਮੈਂ ਆਮਦਨ ਦੁੱਗਣੀ ਕਰਨੀ ਹੈ, ਤੇ ਹੁਣ ਸਾਲ ਤਾਂ ਡੇਢ ਹੀ ਰਹਿ ਗਿਆ। 2022 ਤੱਕ ਅਸੀਂ 20 ਤਾਂ ਖਤਮ ਹੋ ਗਿਆ ਆਲਮੋਸਟ, ਅਕਤੂਬਰ 'ਚ ਅਸੀਂ ਹੈਗੇ ਆ, ਅੱਗੇ ਰਹਿ ਗਿਆ 21 ਤੇ 22। ਹਾਂਜੀ, ਸੋ ਫॉर दैट ਕੁਛ ਨਾ ਕੁਛ ਤਾਂ ਕੰਮ ਚੰਗਾ ਕਰਨਾ ਹੀ ਪਏਗਾ ਜੇ ਵੱਡੇ। ਦੂਜੀ ਗੱਲ ਹੈ, ਇੱਕ ਨਵੀਂ ਇੱਕ ਜਿਹੜੀ ਹੈ ਨਾ, ਲੋਕ ਬਿਲਕੁਲ ਇਹਨੂੰ ਪੋਲੀਟੀਕਲ ਰੰਗਤ ਦਿੱਤੀ ਹੋਈ ਹੈ, ਮੈਂ ਜੋ ਸਮਝਦਾ ਇਹਦਾ ਦੇ ਹੈਵ ਨਥਿੰਗ ਟੂ ਡੂ ਵਿਦ ਦੀ ਫਾਰਮਰਸ। ਅੱਛਾ, ਜਦੋਂ ਤੱਕ ਤੁਸੀਂ ਐਕਟ ਨਹੀਂ ਪੜ੍ਹਦੇ ਕੋਈ ਪ੍ਰੋਵੀਜ਼ਨ ਤਾਂ ਦੱਸੋ ਵੀ ਆਹ ਗਲਤ ਆ। ਹੁਣ ਜੇ ਤਾਂ ਤੁਹਾਡੀ ਜ਼ਮੀਨ ਤੇ ਕਬਜ਼ਾ ਨਹੀਂ ਹੋਇਆ, ਤੁਸੀਂ ਭਾਵੇਂ ਅਮਰੀਕਾ ਬੈਠੇ ਰਹੋ, ਤੁਹਾਨੂੰ ਅੱਗੇ ਤੱਕ ਭਰਾ ਦੂਜੇ ਸਾਥੀ ਕਬਜ਼ਾ ਕਰ ਲੈਂਦੇ ਸੀ, ਹੁਣ ਤਾਂ ਕੋਈ ਕਬਜ਼ਾ ਕਰ ਹੀ ਨਹੀਂ ਸਕਦਾ ਜੀ। ਅਗਲੀ ਗੱਲ ਹੈ ਕਿ ਅੱਜ ਵੀ ਜੱਟ ਪੈਲੀ ਠੇਕੇ ਤੇ ਦਿੰਦਾ। ਹਾਂਜੀ ਹਾਂਜੀ ਹਾਂਜੀ, ਕੋਈ ਨਵਾਂ ਕੰਮ ਤਾਂ ਹੈ ਨਹੀਂ। ਹਾਂਜੀ ਹਾਂਜੀ, ਕੋਈ ਅੱਜ ਦਾ ਨਹੀਂ, ਸਦੀਆਂ ਤੋਂ ਦਿੰਦੇ ਆ ਰਹੇ ਆ। ਉਹ ਵੀ ਕੰਟਰੈਕਟ, ਉਹ ਦੈਟ ਇਜ਼ ਆਲਸੋ ਅ ਕੰਟਰੈਕਟ, ਪਰ ਉਹਦੇ 'ਚ ਪੰਗਾ ਇਹ ਹੈ, ਉਹਦੇ ਲਿਖਤੀ ਕੁਛ ਨਹੀਂ ਹੁੰਦਾ ਪਿੰਡਾਂ 'ਚ, ਤੇ ਮੁੜ ਕੇ ਛਡਾਣੀ ਮੁਸ਼ਕਿਲ ਹੋ ਜਾਂਦੀ ਹੈ। ਇਹਦੇ ਵਿੱਚ ਲਿਖਤੀ ਵੀ ਹੋਏਗਾ ਤੇ ਛਡਾਉਣੀ ਜਿਹੜੀ ਹੈ ਉਹ ਤਾਂ 1 ਮਿੰਟ ਦਾ ਕੰਮ ਹੈ। 3 ਮਹੀਨੇ 'ਚ ਤੁਹਾਡੀ ਪੈਲੀ ਉਹਨੂੰ ਖਾਲੀ ਕਰਨੀ ਪੈਗੀ, ਹੀ ਕਾਂਟ ਰਿਟੇਨ ਇਟ। ਹਾਂਜੀ, ਲੀਗਲੀ ਤੁਸੀਂ ਉਹਨੂੰ ਜਦੋਂ ਮਰਜ਼ੀ ਸੂ ਕਰ ਸਕਦੇ ਹੋ। ਸੋ ਇੱਕ ਗਲਤ ਰਿਊਮਰਸ ਐਂਡ ਐਪਰੀਹੈਂਸ਼ਨਸ ਇਨ ਦੀ ਪੋਇਜ਼ਨ ਕੀਤਾ ਜਾ ਰਿਹਾ ਕਿਸਾਨ ਦਾ ਮਾਈਂਡ। ਜਦ ਤੱਕ ਅਸੀਂ ਇੱਥੇ ਮੈਂ ਤੁਹਾਨੂੰ ਇੱਕ ਬਿਲਕੁਲ ਟੂ ਦਾ ਪੁਆਇੰਟ ਗੱਲ ਪੁੱਛਣੀ ਚਾਹਾਂਗਾ ਵੀ ਪੰਜਾਬੀ ਦੇ ਵਿੱਚ ਕਹਿੰਦੇ ਇੱਕ ਅਸੀਂ ਗਾਣਾ ਸੁਣਦੇ ਹੁੰਦੇ ਹੈਗੇ ਸੀਗੇ ਕਿ ਜਾਰੀ ਲੱਗੀ ਤੋਂ ਲਵਾ ਲੇ ਤਖਤੇ ਤੇ ਟੁੱਟੀ ਤੋਂ ਚੁਗਾਠ ਪੱਟ ਲਈ। ਜਿਹੜੀ ਅਕਾਲੀਆਂ ਦਾ ਤੇ ਤੁਹਾਡਾ ਬੀਜੇਪੀ ਦਾ ਹੈਗਾ ਸੀਗਾ ਸਾਂਝ ਹੈਗੀ ਸੀ, ਐਨਡੀਏ ਦੀ ਬੜੀ ਪੁਰਾਣੀ ਚੱਲੀ ਆ ਰਹੀ ਹੈਗੀ ਸੀ। ਈਵਨ ਕਿ ਪਾਰਲੀਮੈਂਟ ਦੇ ਵਿੱਚ ਵੀ ਤੁਸੀਂ ਕੀ ਅਕਾਲੀ ਦਲ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਹੈਗਾ ਸੀ? ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੈਗਾ ਸੀ? ਬੀਬੀ ਹਰਸਿਮਰਤ ਕੌਰ ਵੀ ਉੱਥੇ ਮਿਨਿਸਟਰ ਹੈਗੇ ਸੀ, ਪਾਰਲੀਮੈਂਟ ਦੇ ਵਿੱਚ ਇਹਨਾਂ ਨਾਲ ਸਾਂਝੀ ਕਰੀ ਹੈਗੀ ਸੀ। ਈਵਨ ਕਿ ਪੰਜਾਬ ਗੌਰਮੈਂਟ ਦੇ ਨਾਲ ਇਹ ਜਿਹੜੀ ਇਨਫੋਰਮੇਸ਼ਨ ਹੈਗੀ ਸਾਂਝੀ ਹੈਗੀ ਸੀ ਵੀ ਇਹ ਐਕਟ ਨੇ ਹੈਗੇ ਨੇ, ਜਿਹੜੇ ਕਾਨੂੰਨ ਇਹ ਐਕਟ ਬਣਨ ਜਾ ਰਹੇ ਹੈਗੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਬੀਬਾ ਹਰਸਿਮਰਤ ਕੌਰ ਜੀ 2014 ਤੋਂ ਮਿਨਿਸਟਰ ਨੇ, ਔਰ ਮਿਨਿਸਟਰ ਵੀ ਫੁੱਲ ਕੈਬਨਿਟ ਮਿਨਿਸਟਰ। So she was attending all the cabinet meetings. ਉਹਨੇ ਕੋਈ ਡਾਇਸੈਂਟਿੰਗ ਨੋਟ ਨਹੀਂ ਦਿੱਤਾ ਲਿਖਿਆ, ਕਿਸੇ ਜਗ੍ਹਾ ਕੋਈ ਗੱਲ ਨਹੀਂ ਕੀਤੀ, ਔਰ 25 ਜੂਨ ਤੋਂ ਲੈ ਕੇ ਜਿਹਦਾ ਰੈਜ਼ਿਗਨੇਸ਼ਨ ਦੇਣ ਤੱਕ ਉਹ ਇਹਦੇ ਹੱਕ 'ਚ ਬੋਲਦੇ ਆਏ ਆ। ਉਹਨਾਂ ਨੇ ਇਹਦਾ ਵਿਰੋਧ ਨਹੀਂ ਕੀਤਾ। ਲੇਕਿਨ ਹੁਣ ਇੱਕਦਮ ਹੀ ਕਿਸਾਨ ਦਾ ਇੱਥੇ ਦੇਖਿਆ ਫਾਰਮਰਸ ਦਾ ਮੂਡ, ਹਾਂਜੀ, ਉਹ ਵੀ ਉਹਨਾਂ ਲੋਕਾਂ ਦੇ ਰਾਹੀਂ ਜਿਹੜੇ ਲੋਕ ਆਪ ਕਿਸਾਨ ਹੈ ਨਹੀਂ, ਅੱਛਾ ਜੀ, ਉਹਨਾਂ ਨੇ ਉਹ ਵੀ ਆਪਣੀ ਜ਼ਮੀਨ ਲੱਭਦੇ ਫਿਰਦੇ ਆ। ਕਾਂਗਰਸ ਨੇ ਕੋਈ ਵੀ ਜਿਹੜਾ ਨਾ ਜਿੰਨਾ ਵਾਅਦਾ ਪਿਛਲੇ 5 ਸਾਲ ਪਹਿਲਾਂ ਜੋ 2017 'ਚ ਕੀਤਾ ਸੀ, 4 ਸਾਲ ਹੋ ਚੱਲੇ ਆ, ਉਹ ਪੂਰਾ ਨਹੀਂ ਕੀਤਾ। ਸੋ ਅੱਜ ਪਬਲਿਕ ਦਾ ਮੂਡ ਦੇਖੋ, ਜੋ ਮਾਈਨਿੰਗ ਹੋ ਰਹੀ ਆ, ਸ਼ਰਾਬ ਦਾ, ਕੋਵਿਡ ਦੇ ਹੁੰਦੇ ਸ਼ਰਾਬ ਦਾ ਕਿੱਡਾ ਵੱਡਾ ਸਕੈਂਡਲ ਹੋਇਆ, 250 ਬੰਦਾ ਮਰ ਗਿਆ। ਉਹ ਲੋਕਾਂ ਦੇ ਧਿਆਨ ਹਟਾਉਣ ਲਈ ਜਿਹੜੀ ਉਹਨਾਂ ਦੀ ਆਪਣੀ ਕਾਂਗਰਸ ਪਾਰਟੀ ਨੇ ਲਾਅ ਬਣਾਇਆ ਸੀਗਾ, ਉਸ ਲਾਅ ਨਹੀਂ ਪਾਸ ਕਰਾ ਸਕੀ ਸੀ। ਉਹਨੂੰ ਜੇ ਮੋਦੀ ਸਾਹਿਬ ਨੇ ਪਾਸ ਕਰਾਤਾ ਤੇ ਹੱਲਾ ਗੁੱਲਾ ਕਰਨ ਦਾ ਤਾਂ ਆਈਡੀਆ ਕੁਛ ਨਹੀਂ ਹੈ, ਕਿਉਂਕਿ ਉਹ ਜਿਹੜਾ ਹੱਲਾ ਗੁੱਲਾ ਤਾਂ ਕਰਦੇ ਜੇ ਉਹਨਾਂ ਨੇ ਨਾ ਉਦੋਂ ਡਿਸਕਸ ਕੀਤਾ ਹੁੰਦਾ। ਮੈਂ ਪਹਿਲਾਂ ਕਾਂਗਰਸ ਦੀ ਗੱਲ ਕਰਦਾ। ਦੂਜਾ, ਸੈਕਟਰੀ ਸਰਕਾਨ ਸਿੰਘ ਪੰਨੂ, ਉਹ ਜਾ ਕੇ ਉੱਥੇ ਮੀਟਿੰਗ ਅਟੈਂਡ ਕਰਕੇ ਆਉਂਦਾ। ਸਰ ਮਨਪ੍ਰੀਤ ਸਿੰਘ ਬਾਦਲ ਮੀਟਿੰਗ ਅਟੈਂਡ ਕਰਕੇ ਆਉਂਦੇ ਆ। ਸੀਐਮ ਇਹ ਜਿਹੜੇ ਇਹਨਾਂ ਦੇ ਨੁਮਾਇੰਦੇ ਮੀਟਿੰਗ ਅਟੈਂਡ ਕਰਕੇ ਆ ਰਹੇ ਆ ਐਗਰੀਕਲਚਰ ਮਿਨਿਸਟਰ ਨਾਲ ਜਾਂ ਐਗਰੀਕਲਚਰ ਸੈਕਟਰੀ ਨਾਲ, ਉੱਥੇ ਡਾਇਸੈਂਟਿੰਗ ਨੋਟ ਕਿਉਂ ਨਹੀਂ ਦਿੱਤਾ? ਬਿਲਕੁਲ, ਹਾਂਜੀ। ਤੀਜੀ ਗੱਲ ਹੈ ਜਿਹੜੀ ਹੁਣ ਇਹ ਬਾਦਲ ਸਾਹਿਬ ਦੀ ਹੈਗੀ ਹੈ, ਇਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ। ਜਿੱਥੇ ਹੁਣ ਪਿਛਲਾ ਇਲੈਕਸ਼ਨ ਦੇਖੋ 2019 ਦਾ, ਜਿੱਥੇ ਸਿੱਖ ਵੋਟ ਇਨ ਮੈਜੋਰਿਟੀ ਸੀ, ਉੱਥੇ ਅਕਾਲੀ ਦਲ ਸਾਰੀਆਂ ਹੀ ਸੀਟਾਂ ਹਾਰ ਗਿਆ। ਠੀਕ ਹੈ, ਉਹ ਸੀਟਾਂ ਜਿਹੜੀਆਂ ਕਾਂਗਰਸ ਨੇ ਜਿੱਤੀਆਂ ਜਾਂ ਇੱਕ ਸੀਟ ਆਮ ਆਦਮੀ ਨੇ ਜਿੱਤੀ ਹੈ। ਜਿੱਥੇ ਦੂਜਾ ਭਾਈਚਾਰਾ ਮੈਜੋਰਿਟੀ 'ਚ ਸੀਗਾ, ਜ਼ਿਆਦਾ ਸੀ, ਉੱਥੇ ਜਿਹੜਾ ਆ 4 ਸੀਟਾਂ ਅਸੀਂ ਜਿੱਤੀਆਂ, ਗੁਰਦਾਸਪੁਰ ਦੀ ਤੇ ਹੁਸ਼ਿਆਰਪੁਰ ਦੀ, ਫਾਜ਼ਿਲਕਾ ਬਠਿੰਡਾ ਤੇ ਫਿਰੋਜ਼ਪੁਰ। ਇਹ ਚਾਰੇ ਸੀਟਾਂ ਦੇ ਵਿੱਚ ਬਹੁਤੀਆਂ ਬੀਜੇਪੀ ਦੇ ਹੋਲਡ ਵਾਲੀਆਂ ਸੀਟਾਂ ਸੀ, ਜਿਹਦੇ ਕਰਕੇ ਜਿੱਤ ਸਕੇ। ਜਿੱਥੇ ਸਿੱਖ ਵੋਟ ਸੀ, ਉਹ ਸਿੱਖ ਇਹਨਾਂ ਤੋਂ ਕਿਉਂ ਨਾਰਾਜ਼ ਸੀ?
ਸਿੱਖ ਨਾਰਾਜ਼ ਦਾ ਕਾਰਨ ਇਹ ਸੀ ਕਿ ਇਹਨਾਂ ਨੇ 2007 ਦੇ ਵਿੱਚ ਜਦੋਂ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਬਾਦ ਕਲਗੀ ਲਾਈ ਤੇ ਉਹਦੇ ਖਿਲਾਫ ਕੇਸ ਨੂੰ ਪਰਸੂ ਨਹੀਂ ਕੀਤਾ, ਉਹ ਕੇਸ ਕੈਂਸਲ ਕਰ ਦਿੱਤਾ, ਹਾਲੇ ਤੱਕ ਹਾਈ ਕੋਰਟ ਚੱਲਦਾ। ਹਾਂਜੀ। ਦੂਜਾ, ਉਹਨੂੰ ਮਾਫੀ ਦੇ ਦਿੱਤੀ, ਹਾਂਜੀ, ਫਿਰ ਮਾਫੀ ਤੋਂ ਮੁੱਕਰ ਵੀ ਗਏ। ਹਾਂਜੀ। ਜਿਹੜੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਕਿੰਨੇ ਮਸਲੇ ਹੋਏ, ਜਦੋਂ ਬਰਗਾੜੀ ਦੇ ਵਿੱਚ ਲੋਕ ਬੈਠੇ ਸੀ ਪੁਰਅਮਨ ਢੰਗ ਨਾਲ ਇਹ ਕਿ ਮੁਲਜ਼ਮ ਫੜੇ ਜਾਣ, ਤੇ ਇਹਨਾਂ ਨੇ ਉਹਨਾਂ ਨੂੰ ਜਿਹੜਾ ਉਹਨਾਂ ਤੇ ਗੋਲੀ ਚਲਾਤੀ। ਬਿਲਕੁਲ। ਅੱਛਾ, ਉਸ ਤੋਂ ਬਾਅਦ ਇਹ ਨਹੀਂ, ਹੁਣ 328 ਸਰੂਪ ਦਰਬਾਰ ਸਾਹਿਬ ਦੇ ਵਿੱਚੋਂ, ਜਿੱਥੇ ਪ੍ਰੈਸ ਦੇ ਵਿੱਚੋਂ ਗੁਰੂ ਰਾਮਦਾਸ ਪ੍ਰੈਸ ਦੇ ਵਿੱਚੋਂ ਚੋਰੀ ਹੋ ਗਏ। ਹੁਣ ਗੱਲ ਤਾਂ ਇਹ ਹੈ ਵੀ ਸਿੱਖ ਸੰਗਤ SCPC ਦੇ ਮੂਹਰੇ ਅੱਜ ਵੀ ਧਰਨਾ ਲੱਗਾ ਹੋਇਆ। ਇਹ ਹੁਣ ਇਹਨਾਂ ਨੇ ਦੋ ਏਜੰਡੇ ਚੁੱਕੇ ਆ, ਇੱਕ ਤਾਂ ਜਥੇਦਾਰ ਸਾਹਿਬ ਨੂੰ ਨਾਲ ਲੈ ਕੇ ਤੇ ਖਾਲਿਸਤਾਨ ਦੀ ਗੱਲ ਕਰਨ ਲੱਗੇ ਆ। ਇਹ 1982 ਤੋਂ ਬਾਅਦ ਪਿੱਛੇ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਆ, ਤਾਂ ਕਿ ਦੁਬਾਰਾ ਅਸੀਂ ਸਿੱਖ ਸੈਂਟੀਮੈਂਟਸ ਨੂੰ ਐਕਸਪਲੋਇਟ ਕਰਕੇ ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣਾ ਕੇ ਔਰ ਜਥੇਦਾਰ ਸਾਹਿਬ ਨੂੰ ਯੂਜ਼ ਕਰਕੇ ਆਪਣੇ ਆਪ ਸਾਰੇ ਗਰੁੱਪ ਭੰਗ ਕਰਵਾ ਕੇ ਆਪ ਅਕਾਲੀ ਦਲ ਦੇ ਪ੍ਰਧਾਨ ਬਣ ਜਾਈਏ। ਇਹਨਾਂ ਨੂੰ ਹੁਣ ਇਹ ਆਪ ਨੂੰ ਨਹੀਂ ਪਤਾ ਲੱਗਦੀ, ਉਹ ਜਿਹਨੂੰ ਕਹਿੰਦੇ ਨੇ ਤਾਲੋ ਕੋਠੀ ਡੂਮਣੀ, ਇਹ ਗਾਵੇ ਹਲ ਪਤਾਲ, ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਰਨਾ ਕੀ ਹੈ ਤੇ ਕੀ ਨਹੀਂ ਕਰਨਾ। ਹੁਣ ਜਿਹੜੀ ਗੱਲ ਅੱਗੇ ਹੈਗੀ ਲੀਡਰਾਂ ਦੀ, ਮੈਂ ਤੁਹਾਨੂੰ ਬੜੀ ਹੈਰਾਨੀ ਦੇ ਦੱਸਦਾ ਕਿ 3 ਲੀਡਰ ਬੜੀਆਂ ਬਾਹਾਂ ਲਾਰਦੇ ਆ। ਮੈਂ ਤੇ ਹੋਣਾ ਜੀ, ਮੈਂ ਇਹਦੇ ਨਾਲ ਇੱਕ ਕਨੈਕਟਡ ਗੱਲ ਹੈਗੀ ਸੀਗੀ, ਤੁਹਾਡੇ ਨਾਲ ਪਰਸਨਲੀ ਕਨੈਕਟਡ ਹੈਗੀ ਹੈ, ਜਿਹੜੀ ਤੁਸੀਂ 2008 ਜਾਂ 2009 ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਅੰਮ੍ਰਿਤਸਰ ਦੇ ਵਿੱਚੋਂ SSP ਬਤੌਰ ਤੁਸੀਂ ਉਦੋਂ ਹੈਗੇ ਸੀਗੇ, ਤੁਹਾਨੂੰ ਜੰਮੂ ਦੇ ਵਿੱਚੋਂ ਕਿਹੜੀ ਸਰਕਾਰ ਨੇ ਕਿਉਂ ਲਗਾਇਆ ਹੈਗਾ ਸੀ, ਇਹ ਤੁਸੀਂ ਅੱਜ ਸਾਂਝੀ ਕਰੋ ਜੀ, ਬਿਲਕੁਲ ਖੁੱਲ ਕੇ ਗੱਲ ਦੱਸੋ। ਨਹੀਂ, ਗੱਲ ਇਹ ਸੀ ਕਿ ਅਸੀਂ ਬਾਦਲ ਸਾਹਿਬ ਦੇ ਬਹੁਤ ਨੇੜੇ ਸੀ। ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਮੇਰੇ ਬਾਦਲ ਸਾਹਿਬ ਨੇ 4 ਨਵੰਬਰ 1979 ਤੋਂ ਲੈ ਕੇ 2009 ਤੱਕ ਮੇਰੇ ਨਾਲ ਉਹਨਾਂ ਦੇ ਬਹੁਤ ਅੱਛੇ ਤਲਕਾਤ ਹੈ। ਜੋ ਮੈਂ ਉਹਨਾਂ ਨੂੰ ਕਹਿੰਦਾ ਸੀ ਉਹ ਕਰ ਵੀ ਦਿੰਦੇ ਸੀਗੇ, ਲੇਕਿਨ ਉਹ ਸਾਨੂੰ ਐਡਵਾਈਸ ਵੀ ਮੰਨਦੇ ਸੀਗੇ। ਈਵਨ ਮੇਰੇ ਕੋਲ CID ਦਾ ਤੇ ਡਿਸਟ੍ਰਿਕਟ ਦਾ ਚਾਰਜ ਇਕੱਠਾ ਹੀ ਸੀਗਾ। ਸੋ ਅਸੀਂ ਰਿਫਿਊਜ਼ ਕੀਤਾ, ਜਿਹੜੇ ਪੇਪਰ ਸਾਡੇ ਕੋਲ ਆਇਆ ਸੀ ਜਿਹਦੇ ਚ ਉਹਨਾਂ ਨੇ ਮਾਫੀ ਦਵਾਉਣਾ ਚਾਹੁੰਦੇ ਸੀ ਰਾਮ ਰਹੀਮ ਨੂੰ। ਅਸੀਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ PA ਵੀ ਹੈਗਾ, ਵੇਦਾਂਤੀ ਜੀ ਆਪ ਵੀ ਹੈਗੇ ਆ, ਅਸੀਂ ਉਹਨਾਂ ਨੂੰ ਕਿਹਾ ਕਿ ਉਹਨੇ ਮਾਫੀ ਨਹੀਂ ਮੰਗੀ, ਉਹਨੇ ਆਪ ਪੇਸ਼ ਹੋਣ ਨਹੀਂ ਆਇਆ, ਤੇ ਉਹ ਕਹਿੰਦਾ ਮੈਂ ਗਲਤੀ ਕੋਈ ਨਹੀਂ ਕੀਤੀ, ਤੇ ਫਿਰ ਇਹਨਾਂ ਨੂੰ ਮਾਫੀ ਕਿਉਂ ਦੇਣੀ ਹੈ। ਤੇ ਇਸ ਕਰਕੇ ਅਸੀਂ ਉਹਨਾਂ ਨੂੰ ਮਨਾ ਦਿੱਤਾ ਸੀ, ਬੰਦ ਕਰਾ ਦਿੱਤਾ ਸੀਗਾ, ਉਹਨਾਂ ਨੂੰ ਐਡਵਾਈਸ ਕੀਤੀ ਤੁਸੀਂ ਮਾਫ ਨਾ ਕਰਿਓ। ਇਸ ਦੇ ਉੱਤੇ ਉਹਨਾਂ ਨੇ ਵੇਦਾਂਤੀ ਜੀ ਨੂੰ ਵੀ ਕੱਢ ਦਿੱਤਾ ਨੌਕਰੀ ਤੋਂ। ਸਾਡੇ DGP ਸਾਹਿਬ ਸੀ ਸਰਦਾਰ NPS ਔਲਖ, ਉਹਨਾਂ ਦੀ ਬਦਲੀ NSG ਚ ਕਰਵਾਤੀ ਦਿੱਲੀ, ਹਲੇ ਕਿ ਉਹਨਾਂ ਦੀ ਰਿਟਾਇਰਮੈਂਟ ਬੜੀ ਛੇਤੀ ਡਿਊ ਸੀਗੀ। ਤੇ ਤੀਜੀ ਗੱਲ, ਉਹਨਾਂ ਨੇ ਮੈਨੂੰ ਇੱਥੋਂ ਬਦਲ ਕੇ ਤੇ ਜੰਮੂ ਭੇਜ ਦਿੱਤਾ ਤਾਂ ਕਿ ਇਹ ਜਿਹੜਾ ਅਸੀਂ ਆਪਣੀ ਮਰਜ਼ੀ ਦਾ ਕੰਮ ਕਰਵਾ ਸਕੀਏ, ਔਰ ਬਾਅਦ ਦੇ ਵਿੱਚ ਉਹਨਾਂ ਨੇ ਕਰਵਾਇਆ ਵੀ, ਜਿਹਦੇ ਰਿਪਰੀਕਸ਼ਨਸ ਤੁਸੀਂ ਅੱਜ ਤੱਕ ਦੇਖਦੇ ਹੋ ਵੀ ਕੀ ਹੋਏ ਜੀ। ਨਹੀਂ, ਪਰ ਇਹਦੇ ਨਾਲ ਇੱਕ ਇਹ ਵੀ ਹੈ ਸਰਦਾਰ ਸਾਹਿਬ, ਇਸ ਚੀਜ਼ ਦਾ ਜੇਕਰ ਆਪਾਂ ਸਾਰਾ ਕੁਛ ਹੀ ਇਹਨਾਂ ਨੂੰ ਅਕਾਲੀਆਂ ਨੂੰ ਬਲੇਮ ਕਰੀਏ ਹੈਗੇ, ਪਰ ਤੁਸੀਂ ਵੀ ਤਾਂ, ਤੁਹਾਡੀ ਪਾਰਟੀ ਵੀ ਤਾਂ ਭਾਈਵਾਲ ਹੈਗੀ ਸੀ ਇਹਨਾਂ ਦੀ ਉਦੋਂ ਉਸ ਟਾਈਮ ਤੇ। ਦੇਖੋ, ਸਾਡੀ ਪਾਰਟੀ ਪੁਰਾਣੀ ਭਾਈਵਾਲ ਸੀ। ਭਾਈਵਾਲਾਂ ਦਾ ਮਕਸਦ ਇਹ ਹੁੰਦਾ, ਜਿਵੇਂ ਇਹਨਾਂ ਦਾ 2007 ਦੇ ਵਿੱਚ ਵੀ ਗਵਰਨਮੈਂਟ ਨਹੀਂ ਸੀ ਬਣਦੀ, ਉਹਦੇ ਵਿੱਚ BJP ਦੀਆਂ ਜ਼ਿਆਦਾ ਸੀਟਾਂ ਸੀਗੀਆਂ। 1996 ਤੋਂ ਲੈ ਕੇ ਇਹ ਅਲਾਇੰਸ ਚੱਲਿਆ ਆ ਰਿਹਾ ਸੀਗਾ। ਤਾਂ ਜੇ ਕੋਈ ਦੋਸਤ ਮੁਸੀਬਤ ਹੋਵੇ, ਦੋਸਤ ਗਲਤ ਵੀ ਹੋਵੇ, ਤੇ ਨਾਲ ਖੜੇ ਤਾਂ ਹੋਣਾ ਪੈਂਦਾ ਜੀ। ਅਸੀਂ ਤਾਂ ਹੁਣ ਵੀ ਨਹੀਂ ਇਹਨਾਂ ਨੂੰ ਆਖਿਆ ਤੁਸੀਂ ਭੱਜ ਜਾਓ ਜੀ। ਔਰ ਅਸੀਂ ਗੱਲ ਕਰੀ ਹੈਗੀ ਹੈ, ਠੀਕ ਹੈ, ਇਹਨਾਂ ਦੀ ਸਰਕਾਰ ਨੇ, ਇਹਨਾਂ ਨੇ ਨਹੀਂ ਉਸ ਚੀਜ਼ ਦਾ ਆਈ ਥਿੰਕ ਖਮਿਆਜਾ ਵੀ ਭੁਗਤ ਰਹੇ ਹੈਗੇ ਨੇ ਜੀ। ਪਰ ਹੁਣ ਦੇਖੋ, ਬਾਦਲ ਸਾਹਿਬ ਇਹਦੀ ਆਪਣੀ ਕੈਪਟਨ ਸਾਹਿਬ ਦੀ ਸਰਕਾਰ ਹੈਗੀ ਹੈ, ਤੇ ਹੁਣ ਕਿਉਂ ਨਹੀਂ ਇਨਸਾਫ ਮਿਲ ਰਿਹਾ ਹੈਗਾ ਜੀ ਉਸ ਚੀਜ਼ ਦਾ। ਕੈਪਟਨ ਸਾਹਿਬ ਵੀ ਡਰਾਮਾ ਕਰ ਰਿਹਾ, ਪੋਲੀਟੀਕਲ ਮਾਈਲੇਜ ਲੈਣੀ ਚਾਹੁੰਦੇ ਆ, ਉਹ ਇਹਨੂੰ ਲਿੰਗਰ ਆਨ ਕਰਨਾ ਚਾਹੁੰਦੇ ਆ। ਉਦੋਂ ਤੱਕ 2000 ਦੇਖੋ ਤਾਂ 3 ਮਹੀਨੇ ਚ ਇਨਵੈਸਟੀਗੇਸ਼ਨ ਮੁਕੰਮਲ ਹੋਣੀ ਚਾਹੀਦੀ ਹੈ। ਅੱਜ ਇਹਨਾਂ ਨੇ ਸਹੁੰ ਖਾ ਕੇ ਵੀ 2017 ਤੋਂ ਲੈ ਕੇ ਪੌਣੇ 4 ਸਾਲ ਹੋ ਗਏ, ਤੇ ਉਹੀ ਖੱਟੜਾ ਸਾਹਿਬ ਪਹਿਲਾਂ ਤਫਤੀਸ਼ ਕਰਦੇ ਸੀ, ਉਹੀ ਅੱਜ ਕਰਦੇ ਆ। ਤੁਸੀਂ ਗੁਰਮੀਤ ਰਾਮ ਰਹੀਮ ਨੂੰ ਤਾਂ ਫੜਦੇ ਨਹੀਂ, ਹਾਂਜੀ, ਤੇ ਇਹ ਤਾਂ ਪੁਲਿਸ ਵਾਲੇ ਤਾਂ ਪਤਾ ਹੀ ਆ ਵੀ ਕਿਹੜੇ ਕਿਹੜੇ ਨੇ ਗੋਲੀ ਚਲਾਈ, ਜਦੋਂ ਮਰਜ਼ੀ ਫੜ ਕੇ ਡਿਸਮਿਸ ਕਰ ਦਿਓ, ਅੰਦਰ ਦਿਓ, ਟੇਕ ਐਕਸ਼ਨ ਅਗੇਂਸਟ them, ਕੌਣ ਰੋਕਦਾ ਤੁਹਾਨੂੰ, ਹਾਂਜੀ। ਸੋ ਉਹ ਜਿਹੜੀ ਹੈ ਨਾ, ਉਹ ਇਹ ਵੀ ਪੋਲੀਟੀਕਲ ਮਾਈਲੇਜ ਉਹਦੇ ਚ ਲੈਣੀ ਚਾਹੁੰਦੇ ਆ ਕਿ ਅਸੀਂ ਐਕਸ਼ਨ ਕੀਤਾ ਤਾਂ ਕਿ ਇਹਨੂੰ ਲਮਕਾਇਆ ਜਾਵੇ, ਤੇ ਨਿਕਲਣਾ ਹਲੇ ਤੱਕ ਕੁਝ ਨਿਕਲਿਆ ਨਹੀਂ।
ਤੇ ਮੈਨੂੰ ਅੱਗੇ ਵੀ ਨਿਕਲਣ ਦੀ ਆਸ ਨਹੀਂ ਹੈਗੀ, ਜਿਸ ਤਰ੍ਹਾਂ ਦੀ ਸਲੋ ਪ੍ਰੋਸੈਸ ਇਨਵੈਸਟੀਗੇਸ਼ਨ ਦਾ ਚੱਲ ਰਿਹਾ। ਜਦੋਂ ਤੁਸੀਂ ਰਾਮ ਰਹੀਮ ਹੀ ਨਹੀਂ ਫੜਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਤਾਂ ਦੋਸ਼ੀ ਤੁਸੀਂ ਇੱਕ ਵੀ ਸਜ਼ਾ ਨਹੀਂ ਕਰਾਏ। ਤੁਹਾਡਾ ਜਿਹੜਾ ਸਾਰਾ ਥਰਸਟ ਹੈ ਉਹ ਉਹਨਾਂ ਤੇ ਹੈ, ਬਰਗਾੜੀ ਜਿੱਥੇ ਪੁਲਿਸ ਨੇ ਗੋਲੀ ਚਲਾਈ। ਤੁਸੀਂ ਉਹ ਰਾਮ ਰਹੀਮ ਨੂੰ ਵਿਨ ਓਵਰ ਕਰਨਾ ਚਾਹੁੰਦੇ ਹੋ ਵੋਟਾਂ ਵਾਸਤੇ, ਉਹਨੂੰ ਕਿਉਂ ਨਹੀਂ ਫੜਦੇ? ਦਿਸ ਇਜ਼ ਦੀ ਕੁਐਸਚਨ। ਸੋ ਇਹ ਜਿਹੜੀ ਹੈ ਇਹ ਵੀ ਸਾਰਾ ਕੁਝ ਜਿਹੜਾ ਨਾ ਪੋਲਿਟਿਕਸ ਹੋ ਰਹੀ ਹੈ। ਇਹਨੂੰ ਰੀਅਲ ਜਿਹੜਾ ਆ ਇਨਵੈਸਟੀਗੇਸ਼ਨ ਕਰਾ ਕੇ ਅਸਲ ਦੋਸ਼ੀਆਂ ਨੂੰ ਸਜ਼ਾ ਕਰਾਉਣੀ ਇਹ ਬਹੁਤ ਜ਼ਰੂਰੀ ਹੈ ਔਰ ਇਹ ਹੋਣੇ ਚਾਹੀਦੇ। ਸਰਦਾਰ ਸਾਹਿਬ, ਆਪਾਂ ਵਾਪਸ ਫੇਰ ਆਉਣੇ ਹੈਗੇ ਕਿਸਾਨਾਂ ਦੀ ਜਿਹੜੇ ਇਸ਼ੂ ਦੇ ਉੱਤੇ ਆਉਣੇ ਹੈਗੇ ਆ। ਕੁਝ ਜਿਹੜੇ ਲੀਡਰ ਹੈਗੇ ਨੇ ਦੇਖਿਆ, ਜਿਵੇਂ ਵਰਿੰਦਰ ਢਿੱਲੋਂ ਜੀ ਹੈਗੇ ਨੇ, ਆਪਣੇ ਯੂਥ ਕਾਂਗਰਸ ਦੇ ਹੈਗੇ ਨੇ, ਕੁਝ ਹੋਰ ਵੀ, ਈਵਨ ਕਿ ਸਿੱਧੂ ਸਾਹਿਬ ਤੇ ਵੀ ਉਹ ਲੱਗਦਾ ਹੈਗਾ, ਤੇ ਕੁਝ ਹੋਰ ਵੀ ਅਕਾਲੀ ਲੀਡਰਾਂ ਤੇ ਵੀ ਲੱਗਦਾ ਹੈਗਾ ਜਿਹੜੇ ਪ੍ਰੋਮੀਨੈਂਟ ਅੱਜ ਕੱਲ੍ਹ ਬਹੁਤ ਬੋਲ ਰਹੇ ਹੈਗੇ ਨੇ ਵੀ ਉਹ ਤਾਂ ਖੁਦ ਆਪ ਹੀ ਕਿਸਾਨ ਨਹੀਂ ਹੈਗੇ, ਕਿਸਾਨਾਂ ਦੀ ਕੀ ਗੱਲ ਕਰਨਗੇ? ਜਾਂ ਟਰੂ? ਇਹ ਬਿਲਕੁਲ ਸਹੀ ਹੈ ਜੀ। ਤੁਸੀਂ ਇਹਨਾਂ ਦੇ ਜਿਹੜਾ 2017 ਦੇ ਵਿੱਚ ਇਲੈਕਸ਼ਨ ਐਫੀਡੇਵਿਟ ਦਿੱਤੇ ਆ ਉਹਨਾਂ ਨੂੰ ਚੈੱਕ ਕਰ ਲਓ। ਵਰਿੰਦਰ ਢਿੱਲੋਂ ਦਾ ਜਿਹੜਾ ਉਹਨੇ ਲਿਖਿਆ ਕਿ ਮੇਰੇ ਕੋਲ ਇੱਕ ਨਾ ਐਗਰੀਕਲਚਰ ਲੈਂਡ, ਅੱਗੇ ਲਫ਼ਜ਼ ਹੈ NIL। ਇਹ ਕੌਣ ਹੈਗੇ ਨੇ? ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਵਰਿੰਦਰ ਢਿੱਲੋਂ? ਇਹ ਕਾਂਗਰਸ ਦੇ ਲੀਡਰ ਹੈ ਔਰ ਯੂਥ ਕਾਂਗਰਸ ਦੇ ਪ੍ਰਧਾਨ ਹੈ ਪੰਜਾਬ ਦੇ, ਜਿਨ੍ਹਾਂ ਨੇ ਟਰੈਕਟਰ ਪਹਿਲਾਂ ਇੱਥੇ ਵੀ ਸਾੜਿਆ ਪੰਜਾਬ 'ਚ, ਫਿਰ ਉਹ ਟਰੈਕਟਰ ਜਾ ਕੇ ਦਿੱਲੀ ਦੇ ਵਿੱਚ ਵੀ ਸਾੜਿਆ। ਹੁਣ ਪੈਲੀ ਤੁਹਾਡੇ ਕੋਲ ਹੈ ਨਹੀਂ, ਟਰੈਕਟਰ ਕਾਹਦੇ ਲਈ ਖਰੀਦਦੇ ਹੋ? ਉਹ ਵੀ ਕੁਆੜੀਆਂ ਤੋਂ, ਰਾਜਨੀਤਿਕ ਡਰਾਮਾ ਕਰਨ ਲਈ। ਦੂਜੇ ਹੈਗੇ ਆ ਸਰਦਾਰ ਨਵਜੋਤ ਸਿੰਘ ਸਿੱਧੂ। ਸਰਦਾਰ ਨਵਜੋਤ ਸਿੰਘ ਸਿੱਧੂ, ਇਹ ਸਾਰਾ ਇੰਟਰਨੈਟ ਤੇ ਅਵੇਲੇਬਲ ਹੈ, ਮੇਰੇ ਖਿਆਲ ਸਭ ਨੂੰ ਚੈੱਕ ਕਰ ਲੈਣਾ ਚਾਹੀਦਾ। ਉਹਨਾਂ ਦੇ ਕੋਲ ਬਾਕੀ ਪ੍ਰਾਪਰਟੀ ਤਾਂ ਬੜੇ ਪਲਾਟ ਵੀ ਹੈ ਤੇ ਜਮਾ ਵੀ ਹੈ, ਤੇ ਲੇਕਿਨ ਐਗਰੀਕਲਚਰ ਜਿਹੜੀ ਪ੍ਰਾਪਰਟੀ ਆ ਉਹ ਨਿਲ ਹੈਗੀ ਆ। ਤੀਜੀ ਸਰਦਾਰ ਦਲਜੀਤ ਸਿੰਘ ਚੀਮਾ, ਜਿਹੜੇ ਰਿਪਰੈਜ਼ੈਂਟ ਕਰਦੇ ਆ ਇਹਨਾਂ ਨੂੰ, ਬਾਦਲ ਅਕਾਲੀ ਦਲ ਦੇ ਸਪੋਕਸ ਪਰਸਨ ਹੈਗੇ ਆ, ਉਹਨਾਂ ਦੇ ਕੋਲ ਵੀ ਸ਼੍ਰੀਮਾਨ ਜੀ ਕੋਲ 1 ਇੰਚ ਜ਼ਮੀਨ ਨਹੀਂ ਹੈਗੀ। ਤੁਹਾਡੇ ਗਵਾਂਢੀ ਹੈਗੇ ਮੇਰੇ ਹਾਲ ਨਾਲ, ਤੁਹਾਡੀ ਕੰਸਟੀਚੁਐਂਸੀ ਤਾਂ ਨਹੀਂ ਨੇੜੇ ਪੈਂਦੀ ਹੈਗੀ? ਨਹੀਂ, ਉਹ ਸਾਡੀ ਕੰਸਟੀਚੁਐਂਸੀ ਦੇ ਹੀ ਹੈ। ਹੀ ਬਿਲੋਂਗਸ ਟੂ, ਹੀ ਵਾਸ ਕੰਟੈਸਟਿੰਗ ਫਰਮ ਰੋਪੜ ਓਨਲੀ। ਹਾਂਜੀ, ਸਾਡੇ ਜ਼ਿਲ੍ਹੇ ਤੋਂ ਕੰਟੈਸਟ ਕਰਦੇ ਆ, ਪਰ ਉਹ ਫਾਰਮਰ ਤਾਂ ਨਹੀਂ ਹੈਗੇ। ਡਾਕਟਰ ਤਾਂ ਜ਼ਰੂਰ ਹੋਣਗੇ, ਬਿਜ਼ਨਸਮੈਨ ਜ਼ਰੂਰ ਹੋਣਗੇ। ਸਿੱਧੂ ਸਾਹਿਬ ਨੇ ਐਕਟਿੰਗ ਦੇ ਵਿੱਚ ਜਾਂ ਲਾਫਟਰ ਚੈਨਲ ਦੇ ਵਿੱਚ ਜਾਂ ਕਪਿਲ ਸ਼ੋਅ 'ਚ ਪੈਸੇ ਕਮਾਏ ਆ, ਕ੍ਰਿਕਟ 'ਚ ਪੈਸੇ ਕਮਾਏ ਆ। ਵਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਹੋਰ ਬਿਜ਼ਨਸ 'ਚ ਪੈਸੇ ਕਮਾਏ ਆ। ਪੈਸੇ ਇਹਨਾਂ ਕੋਲ ਚੰਗੇ ਨੇ, ਪਰ ਗੱਲ ਇਹ ਆ ਵੀ ਫਾਰਮਰ ਉਹ ਹੈ ਜੀ। ਇਹ ਲੋਕ ਦੇ ਆਰ ਆਲ ਪਲੇਇੰਗ ਪੋਲਿਟਿਕਸ। ਤੁਸੀਂ ਕਿਸਾਨਾਂ ਦਾ ਦਰਦ ਨਾ ਤੁਸੀਂ ਕਰਦੇ। ਤੁਸੀਂ ਇੰਪੋਰਟੈਂਟ ਗੱਲ ਕਰ ਰਹੇ ਹੈਗੇ ਹੋ। ਮੈਂ ਕੱਲ ਸਰਦਾਰ ਸਿੰਘ ਜੌਲ ਨਾਲ ਵੀ ਮੇਰੀ ਡੀਟੇਲ ਦੇ ਵਿੱਚ ਗੱਲ ਹੋਈ ਹੈਗੀ ਸੀ। ਉਹਨਾਂ ਨੇ ਫਿਰ ਮੈਨੂੰ ਰੈਫਰ ਕਰਿਆ ਹੈਗਾ ਵੀ ਤੁਸੀਂ ਮੇਰਾ ਆਰਟੀਕਲ ਪੜ੍ਹੋ, ਇੰਡੀਅਨ ਐਕਸਪ੍ਰੈਸ ਵਾਲਾ ਹੈਗਾ। ਤੇ ਰਾਜੋਵਾਣਾ ਸਾਹਿਬ ਹੈਗੇ ਨੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ, ਉਹਨਾਂ ਦੇ ਨਾਲ ਵੀ ਮੈਂ ਗੱਲ ਹੋਈ ਹੈਗੀ। ਰਾਜੋਵਾਣਾ ਸਾਹਿਬ ਨਾਲ ਜੋ ਗੱਲ ਹੋਈ, ਮੈਂ ਵੀ ਤੁਸੀਂ ਦੇਖੋ ਪੋਲੀਟੀਕਲ ਪਾਰਟੀਆਂ ਉਹ ਕਿਸਾਨਾਂ ਦੀ ਗੱਲ ਕਰ ਰਹੀ ਹੈਗੇ ਨੇ। ਅਕਾਲੀ ਦਲ ਵੀ ਉਹ ਚਾਹੇ ਪੰਜਾਬ ਬੰਦ ਹੋਵੇ ਪਰ ਉਹ ਟਰੈਕਟਰ ਉਹ ਰੈਲੀ ਕਰ ਰਹੇ ਹੈਗੇ ਨੇ, ਉਹ ਵੀ ਰੈਲੀ ਕਰ ਰਹੇ ਹੈਗੇ ਨੇ, ਕੈਪਟਨ ਸਾਹਿਬ ਵੀ ਕਰ ਰਹੇ ਹੈਗੇ ਨੇ, ਪਰ ਕਿਸਾਨ ਵੀ ਇੱਕ ਜਗ੍ਹਾ ਤੇ ਬੈਠਾ ਹੈਗਾ ਆਪਣਾ ਉਹ ਕਰ ਰਹੇ ਹੈਗੇ। ਇਹ ਸਾਰੇ ਇਕੱਠੇ ਹੋ ਕੇ ਕਿਉਂ ਨਹੀਂ ਕਰ ਰਹੇ ਹੈਗੇ ਜੀ? ਗੱਲ ਇਹ ਹੈ, ਕਿਸਾਨ ਜਿਹੜੇ ਤੁਰੇ ਆ ਉਹ ਵਿਚਾਰਿਆਂ ਨੂੰ ਗੁੰਮਰਾਹ ਕਰ ਦਿੱਤਾ ਪੋਲੀਟੀਸ਼ੀਅਨਾਂ ਨੇ। ਪਹਿਲ ਤਾਂ ਪੋਲੀਟੀਸ਼ੀਅਨਾਂ ਨੇ ਕੀਤੀ ਕਿ ਅਸੀਂ ਕਰਾਂਗੇ, ਤੇ ਕਿਸਾਨ ਤਾਂ ਪਿੱਛੇ ਰਹਿ ਗਿਆ। ਕਿਸਾਨ ਨੂੰ ਤਾਂ ਹਾਲੇ ਵੀ ਪਿੰਡਾਂ ਦੀ ਡਿਵੈਲਪਮੈਂਟ ਲਈ ਪੈਸਾ ਮਿਲਿਆ, 6-6 ਹਜ਼ਾਰ ਰੁਪਇਆ ਮੋਦੀ ਸਾਹਿਬ ਨੇ ਕਿਸਾਨ ਨੂੰ ਦਿੱਤਾ ਹੈ, ਅੱਗੇ ਵੀ ਮਿਲਣਗੇ ਪੈਸੇ। ਕਿਸਾਨ ਨਾਲ ਜਦੋਂ ਕੋਈ ਕਿਸਾਨ ਤੋਂ ਬਿਨਾਂ ਕਿਵੇਂ ਜੀ ਸਕਦਾ ਹੈ ਭਾਰਤੀ ਜਨਤਾ ਪਾਰਟੀ ਜਾਂ ਕੋਈ ਲੀਡਰਸ਼ਿਪ? ਸਾਡਾ ਵੱਡਾ ਜਿਹੜਾ ਕੰਮ ਹੈ, ਕਿੱਤਾ ਹੈ, ਉਹ ਕਿਸਾਨੀ ਹੈ ਜੀ। ਵੀ ਆਰ ਆਲ ਬੇਸਿਕਲੀ ਫਾਰਮਰਸ। ਸੋ ਫਾਰਮਰ ਅਮੀਰ ਹੋਏਗਾ, ਦੇਸ਼ ਅਮੀਰ ਹੋਏਗਾ ਤਾਂ ਗੱਲ ਚੱਲੇਗੀ। ਸੋ ਹੁਣ ਫੂਡ ਪ੍ਰੋਸੈਸਿੰਗ ਯੂਨਿਟ ਪੰਜਾਬ 'ਚ ਲੱਗਣੇ ਆ ਜਾਂ ਕੋਈ ਪਲਾਨ ਕਰਨੀ ਹੈ। ਇਹ ਜਿਹੜੇ ਪਿਛਲੇ 25 ਸਾਲ ਤੋਂ ਗਵਰਨਮੈਂਟ ਦੇ ਵਿੱਚ ਹੈਗੇ ਆ, ਸਿੰਸ 1917 ਜਿਹੜੇ 1997, ਉਹਨਾਂ ਦਾ ਅੱਜ ਤਾਈਂ ਕੋਈ ਪਲਾਨ ਨਹੀਂ ਹੈਗਾ। ਨਾ ਉਹ ਕਿਸੇ ਨੂੰ ਦੱਸ ਸਕਦੇ ਆ ਕਿ ਪੰਜਾਬ ਸਰਕਾਰ ਨੇ ਕਿਹੜੀ ਪਲੈਨਿੰਗ ਬਣਾਈ ਹੈ ਫੂਡ ਪ੍ਰੋਸੈਸ ਯੂਨਿਟ ਦੀ, ਤੇ ਕਿਹੜੀ ਪਲੈਨਿੰਗ ਜਿਹੜੀ ਹੈ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਮਿਨਿਸਟਰ ਬਣਾ ਕੇ ਰੱਖੀ ਹੈ। ਸੋ ਦੇ ਆਰ ਐਕਸਪਲੋਇਟਿੰਗ ਦੀ ਫਾਰਮਰ। ਉਹਨਾਂ ਦੇ ਇਮੋਸ਼ਨਲੀ ਬਲੈਕਮੇਲ ਕੀਤਾ ਜਾ ਰਿਹਾ, ਸੱਚਾਈ ਉਹਨਾਂ ਨੂੰ ਦੱਸੀ ਨਹੀਂ ਜਾ ਰਹੀ। ਦਿਸ ਇਜ਼ ਦਾ ਰੀਜ਼ਨ। ਅਸੀਂ ਨਹੀਂ ਚਾਹੁੰਦੇ। ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਰਸੋਂ ਪਿਛਲੇ ਹਫ਼ਤੇ ਇੰਟਰਵਿਊ ਕਰਿਆ ਹੈਗਾ ਸੀਗਾ, ਉਹਨਾਂ ਨੇ ਮੈਨੂੰ ਕਿਹਾ ਹੈਗਾ ਸੀ ਇੰਟਰਵਿਊ ਦੇ ਦੌਰਾਨ, ਜਿਹੜੀ ਕਿ ਪਬਲਿਕ ਡੋਮੇਨ ਦੇ ਵਿੱਚ ਆਲਰੇਡੀ ਆ ਚੁੱਕੀ ਹੈਗੀ, ਅਸੀਂ ਪੋਸਟ ਕਰ ਚੁੱਕੇ ਹਾਂ। ਉਹ ਕਹਿੰਦੇ ਵੀ ਚਹਿਲ ਸਾਹਿਬ, ਇਹ ਮੈਂ ਐਗਜ਼ੈਕਟਲੀ ਸੇਮ ਕੁਐਸਚਨ ਪੁੱਛਿਆ ਸੀ। ਉਹ ਕਹਿੰਦੇ ਵੀ ਇਹਨਾਂ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਹੈਗਾ। ਉਹਨਾਂ ਨੇ ਕੁਐਸਚਨ ਉਹ ਕਿਹਾ ਸੀ ਵੀ ਦੀਨ ਇਮਾਨ ਨਹੀਂ ਹੈਗਾ,
ਔਰ ਕਹਿੰਦੇ ਯੂ ਨੈਵਰ ਨੋ, ਤੁਸੀਂ ਕਹਿ ਰਹੇ ਹੋ ਵੀ ਇਹ ਬੀਜੇਪੀ ਛੱਡ ਕੇ ਬਾਹਰ ਆ ਗਏ ਹੈਗੇ, ਇਹਨਾਂ ਨੇ ਜਾ ਕੇ ਫੇਰ ਕਹਿੰਦੇ ਚਾਦਰ ਪਾ ਲੈਣੀ ਉਹਨਾਂ ਤੇ, ਬੀਜੇਪੀ ਵਾਲਿਆਂ ਤੇ। ਦੇਖੋ ਜਿਹੜੀਆਂ ਨਾ ਪੋਲੀਟੀਕਲ ਸੰਭਾਵਨਾਵਾਂ ਤੂੰ ਕੋਈ ਨਾ ਨਹੀਂ ਕਰ ਸਕਦਾ। ਹਾਂਜੀ, ਇਹ ਤਾਂ ਅਸੀਂ ਨਹੀਂ ਕਹਿ ਸਕਦੇ ਵੀ ਕੱਲ ਕੀ ਹੁੰਦਾ, ਫਿਊਚਰ ਕੀ ਹੈਗਾ, ਕਿਸੇ ਦਾ ਕੀ ਹੋਏਗਾ। ਲੇਕਿਨ ਗੱਲ ਇਹ ਹੈ ਉਹਨਾਂ ਦੇ ਥੱਲੇ ਜ਼ਮੀਨ ਨਹੀਂ ਹੈਗੀ। ਜ਼ਮੀਨ ਤੋਂ ਬਿਨਾਂ ਰਾਜਨੀਤੀ ਕਿਵੇਂ ਹੋਏਗੀ? ਕੋਈ ਬੰਦਾ ਵੀ ਉਹਨਾਂ ਨੂੰ ਤਾਂ ਹੀ ਨਾਲ ਲਏਗਾ ਨਾ ਜੇ ਇਹਨਾਂ ਦੇ ਪੱਲੇ ਹੋਵੇ। ਉਹ ਇਹ ਤਾਂ ਮਾਵਾਂ ਧੀਆਂ ਰੋਣ ਵਾਲੀਆਂ, ਪਿਓ ਪੁੱਤਰ ਜਾਂਜੀ। ਹਾਂਜੀ ਸਾਡੇ ਕੋਲੇ ਦੇਖੋ ਸਰਦਾਰ ਸਾਹਿਬ, ਤੁਸੀਂ ਕਿਉਂਕਿ ਤੁਸੀਂ ਪੰਜਾਬ ਦੀ ਜਿਹੜੀ ਪੋਲਿਟਿਕਸ ਨੂੰ ਵੀ ਬਹੁਤ ਡੀਪਲੀ ਸਟੱਡੀ ਕਰਿਆ, ਅਕਾਲੀ ਦਲ ਕੋਲੇ ਕੀ ਹੈਗਾ ਇਹੀ ਚੀਜ਼? ਇੱਕ ਤਾਂ ਪੰਥਕ ਏਜੰਡਾ ਹੈਗਾ ਸੀਗਾ, ਦੂਸਰਾ ਕਿਸਾਨਾਂ ਦਾ ਹੈਗਾ ਸੀਗਾ, ਹੋਰ ਵੀ ਹੈਗਾ ਇਸ ਤੋਂ ਸਿਵਾ? ਨਹੀਂ, ਇਹਨਾਂ ਦੇ ਦੇਖੋ ਕਿਸਾਨ, ਇਹਨਾਂ ਨੇ ਪੰਥ ਨੂੰ ਏਜੰਡਾ ਬਣਾ ਕੇ ਹੁਣ ਕਿਸਾਨ ਨੂੰ ਵੀ ਇਹ ਪੰਥਕ ਏਜੰਡਾ ਬਣਾ ਰਹੇ ਆ। ਇਹ ਜਿਹੜੇ 3 ਤਖਤਾਂ ਤੋਂ ਮਾਰਚ ਲੈ ਕੇ ਨਿਕਲੇ ਆ, ਇਹ ਬੜੀ ਖਤਰਨਾਕ ਨਹੀਂ ਹੈਗੀ ਤੁਹਾਨੂੰ ਜਿਹੜੀ ਇਹ ਤੁਸੀਂ ਗੱਲ ਕਹਿ ਰਹੇ ਹੋ ਵੀ ਪੰਥਕ ਏਜੰਡਾ ਬਣਾ ਰਹੇ ਹੈਗੇ ਨੇ, ਜਿਹੜੀ ਇਹ ਬੜੀ ਡੇਂਜਰਸ ਇਕੁਏਸ਼ਨ ਨਹੀਂ ਕ੍ਰੀਏਟ ਹੋ ਰਹੀ? ਇਹ ਬੜਾ ਡੇਂਜਰਸ ਕਰ ਰਹੇ ਨੇ ਜੀ। ਇਹ ਸਮਝਦੇ ਆ ਕਿ ਜਦੋਂ ਵੀ ਪਾਵਰ ਜਾਂਦੀ ਹੈ ਪੰਥ ਦਾ ਏਜੰਡਾ ਚੁੱਕ ਲਓ। ਹਾਂਜੀ, ਲੋਕਾਂ ਨੂੰ ਜਿਹੜੀਆਂ ਕੁੱਟਮਾਰ ਕਰਾਓ, ਐਕਸੈਸਿਸ ਹੋਣਗੀਆਂ, ਲੋਕੀ ਸਾਡੇ ਨਾਲ ਤੁਰਨਗੇ। ਇਹ ਜਿਹੜਾ ਦਿਸ ਇਜ਼ ਦਾ ਵਰਸਟ ਏਜੰਡਾ ਹਾਂਜੀ ਜਿਹਨੂੰ ਇਹ ਯੂਜ਼ ਕਰ ਰਹੇ ਆ ਜੀ। ਨਹੀਂ, ਪਰ ਇਹਦੇ ਨਾਲ ਇੱਕ ਇਹ ਹੈਗਾ ਵੀ ਜਿਹੜੀ ਇੰਟਰਸਟਿੰਗ ਕਈ ਵਾਰੀ ਹਾਸੋਹੀਣੀ ਗੱਲ ਇਹ ਲੱਗ ਰਹੀ ਹੈਗੀ ਹੈ, ਬਾਹਰ ਬੈਠ ਕੇ ਤੁਸੀਂ ਦੇਖੋ ਜਿਹੜੇ ਸਿਆਣੇ ਬੰਦੇ ਨੇ ਸਮਝਦਾ ਸੋਚਦੇ ਹੈਗੇ ਨੇ ਵੀ ਦੇਖੋ 3 ਐਕਟ ਬਣ ਚੁੱਕੇ ਹੈਗੇ ਨੇ। ਕਿਹਨੇ ਬਣਾਏ ਹੈਗੇ ਜੀ? ਬੀਜੇਪੀ ਨੇ। ਕਿੱਥੇ? ਸੈਂਟਰ ਦੇ ਵਿੱਚ, ਠੀਕ ਹੈ। ਔਰ ਉਹਨਾਂ ਦੇ ਫਾਈਨਲ ਸਾਈਨ ਕਿਨੇ ਹੈਗੇ ਕਰੇ ਹੈਗੇ ਨੇ? ਰਾਸ਼ਟਰਪਤੀ ਸਾਹਿਬ ਨੇ। ਪਰ ਇਹ ਜਿਹੜਾ ਹੈਗਾ ਇਹ ਆਪਣੇ ਜਿਹੜੀਆਂ ਰੈਲੀਆਂ ਕਰੀ ਜਾਂਦੇ ਹੈਗੇ ਨੇ, ਸ਼ੰਭੂ ਬਾਰਡਰ ਨਹੀਂ ਕ੍ਰਾਸ ਕਰਦੇ ਹੈਗੇ, ਜਾਂ ਫਿਰ ਗਵਰਨਰ ਸਾਹਿਬ ਨੂੰ ਉੱਥੇ ਆਪਣਾ ਜਿਹੜਾ ਮੈਮੋਰੈਂਡਮ ਦੇ ਜਾਂਦੇ ਹੈਗੇ ਨੇ। ਇਹਦੇ ਪਿੱਛੇ ਕੀ ਲੌਜਿਕ ਹੈਗਾ? ਇਹ ਲੋਕਾਂ ਨੂੰ ਸਾਰੀ ਲੋਕਾਂ ਨੂੰ ਜਿਵੇਂ ਕਹਿੰਦੇ ਨੇ ਨਾ ਵੀ ਪੰਜਾਬ ਵਿੱਚ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਆ, ਇਹਨਾਂ ਦੀ ਇਹ ਹਾਲਤ ਹੈ। ਹਾਂਜੀ, ਇਹ ਐਵੇਂ ਆਪਣੇ ਆਪ ਨੂੰ ਕਿਸਾਨ ਪ੍ਰੇਮੀ ਦੱਸ ਰਹੇ ਆ। 2 ਤਰ੍ਹਾਂ ਦੇ ਲੋਕ ਹੈਗੇ ਆ, ਇੱਕ ਤਾਂ ਲੈਂਡਲੈਸ ਲੋਕ ਹੈ ਜਿਨ੍ਹਾਂ ਨੇ ਕਿਸਾਨੀ ਦੇ ਕਦੇ ਖੇਤ 'ਚ ਪਾਰ ਨਹੀਂ ਪਾਇਆ, ਦੂਜੇ ਵੱਡੇ ਜ਼ਗੀਰਦਾਰ ਹੈ ਜਿਨ੍ਹਾਂ ਨੇ ਵੀ ਕਦੇ ਖੇਤਾਂ 'ਚ ਪੈਰ ਨਹੀਂ ਪਾਇਆ। ਹਾਂਜੀ, ਤੇ ਜਿਹੜਾ ਖੇਤ ਮਜ਼ਦੂਰ ਹੈ ਜਾਂ ਖੇਤ ਦਾ ਵਾਹੀਕਾਰ ਹੈਗਾ, ਉਹ ਵਿਚਾਰਾ ਦਾ ਝੋਨਾ ਵੱਢਣ ਤੇ ਲੱਗਾ ਤੇ ਅੱਗੇ ਜਿਹੜੀ ਹੈ ਉਹਨੇ ਕਣਕ ਬੀਜਣੀ ਹੈ। ਉਹਨੂੰ ਜਿਹੜਾ ਨਾ ਇਹਨਾਂ ਨੇ ਪੰਜਾਬ ਕਨਫਿਊਜ਼ਨ ਕਰਕੇ ਤੇ ਜ਼ਿਮੀਂਦਾਰਾਂ ਦਾ ਫਾਇਦੇ ਦੀ ਥਾਂ ਨੁਕਸਾਨ ਕਰ ਰਿਹਾ। ਮੈਂ ਸਮਝਦਾ ਇਹਨਾਂ ਨੂੰ ਦੇ ਹੈਵ ਦੀ ਪਾਵਰਸ। ਇਹ ਆਪ ਬਾਦਲ ਸਾਹਿਬ ਪੰਜਾਬ 'ਚ ਪਾਵਰ 'ਚ ਰਹੇ ਆ, ਜਿਹੜੇ ਆਪਣੇ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਪਾਵਰ 'ਚ ਹੈ। ਇਹਨਾਂ ਦੀ ਸਰਕਾਰ ਦਿੱਲੀ ਦੇ ਵਿੱਚ ਬੜੇ ਲੰਬੇ ਸਮੇਂ ਤੱਕ ਰਹੀ ਹੈ। MSP ਤੇ ਪਹਿਲਾਂ ਇਹ ਕਲੀਅਰ ਹੋਣ ਵੀ ਕਿਹੜੇ ਲਾਅ 'ਚ ਹੈਗੀ ਹੈ, ਵੇਅਰ ਇਜ਼ ਦਾ ਰੂਲ ਕਿ ਅਸੀਂ ਸਾਰੀ ਲਾਈਫ ਲਵਾਂਗੇ। ਜਿਹੜੀ ਚੀਜ਼ ਤੁਸੀਂ ਆਪ ਨੇ ਪਾਸ ਕੀਤੀ, ਹੁਣ ਤੁਸੀਂ ਸਾਨੂੰ ਕਹਿ ਦਿਓ ਵੀ ਜਿਹੜੀ ਹੈ ਬੀਜੇਪੀ ਭਾਰਤੀ ਜਨਤਾ ਪਾਰਟੀ ਇਹ ਸਾਰੀ ਉਮਰ ਵਾਸਤੇ ਕਦੋਂ ਤੱਕ ਦਾ ਲਿਖ ਕੇ ਦੇ ਦੇ। ਇਹ ਜਿਹੜੀਆਂ ਨਾ ਇਹ ਥੀਸ ਆਰ ਦੀ ਕਨਵੈਨਸ਼ਨਸ ਜਿਹਦੇ ਵਾਸਤੇ ਹਰ ਬੰਦਾ ਇਹ ਕਹਿੰਦਾ ਹੈ ਕਿ ਭਾਈ ਅਸੀਂ ਇਹਨਾਂ ਨੂੰ MSP ਵਿਲ ਕੰਟੀਨਿਊ। ਪਬਲਿਕ ਜਿਹੜੀ ਆ ਪਰਚੇਜ਼ ਸਿਸਟਮ ਹੈ FCI ਦੇ ਰਾਹੀਂ ਇਹ ਕੰਟੀਨਿਊ ਕਰੇਗਾ। ਦੇਰ ਆਰ 2 ਵੇਜ਼, ਇੱਕ ਤੁਹਾਡੇ ਕੋਲ ਟੁੱਟੀ ਲਾਰੀ ਹੈਗੀ ਆ ਤੇ ਇੱਕ ਤੁਹਾਡੇ ਕੋਲ 에ਅਰ ਕੰਡੀਸ਼ਨ ਬੱਸ ਹੈ, ਜਿਹਦੇ 'ਚ ਵੀ ਤੁਸੀਂ ਬਹਿਣਾ ਚਾਹੋ, ਸਾਨੂੰ ਕੋਈ ਇਤਰਾਜ਼ ਨਹੀਂ। ਠੀਕ ਹੈ ਸਰ, ਦਿਸ ਇਜ਼ ਦੀ ਰੀਅਲ ਗਰੰਟੀ। ਦੂਜੀ ਗੱਲ ਹੈ, ਜਿਹੜਾ ਫਾਰਮਰ ਹੈਗਾ ਉਹਦੀ ਜ਼ਮੀਨ ਦਾ ਕੋਈ ਬੰਦਾ ਉਹਦੇ ਤੇ ਕਬਜ਼ਾ ਨਹੀਂ ਜੇ ਕਰ ਸਕਦਾ। ਠੇਕੇ ਤੇ ਅਸੀਂ ਪਹਿਲਾਂ ਵੀ ਦਿੰਦੇ ਆ, ਤੇ ਜੇ ਹੁਣ ਕੋਈ ਬਾਹਰ ਦਾ ਠੇਕਾ ਉਹ ਸਾਡੇ ਕੋਲ ਧੱਕੇ ਤੋਂ ਦੱਸੇ ਕਰਾ ਲੇਗਾ। ਠੀਕ ਹੈ, ਕਿਹੜੇ ਲਾਅ 'ਚ ਲਿਖਿਆ ਵੀ ਇੱਥੇ ਵੀ ਤੁਸੀਂ ਤੁਹਾਨੂੰ ਯੂ ਵਿਲ ਹੈਵ ਟੂ ਲੀਜ਼ ਦੀ ਲੈਂਡ? ਹਾਂਜੀ, ਹਰ ਚੀਜ਼ ਦਾ ਜਿਹੜੇ ਹੈ ਨਾ ਮਿਸ ਇੰਟਰਪ੍ਰੇਟ ਕੀਤਾ ਜਾ ਰਿਹਾ। ਸੋ ਉਹ ਜਿਹੜੀ ਹੈ ਲੋਕਾਂ ਨੂੰ, ਮੈਂ ਸਮਝਦਾ ਸਭ ਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਇਹ ਕੋਈ ਵੱਡਾ ਐਕਟ ਨਹੀਂ। ਤੁਸੀਂ ਲੋਕ ਸਭਾ ਦੇ ਵਿੱਚੋਂ ਜਾਂ ਰਾਜ ਸਭਾ 'ਚ ਇਹਨੂੰ ਐਕਟ ਨੂੰ ਡਾਊਨਲੋਡ ਕਰ ਲਓ, ਸਾਰੇ ਸਟੱਡੀ ਕਰੋ। ਉਹਦੇ 'ਚ ਕਿਤੇ ਗਲਤੀ ਨਜ਼ਰ ਆਉਂਦੀ ਹੈ ਜਾਂ ਕੋਈ ਪੁਰਾਣੀ ਚੀਜ਼ ਰਹਿ ਗਈ ਤੇ ਸਰਕਾਰ ਤੋਂ ਉਹਨੂੰ ਠੀਕ ਕਰਨਾ ਚਾਹੀਦਾ ਹੈ। ਤੇ ਅਸੀਂ ਤਾਂ ਲੋਕਾਂ ਦੀ ਆਵਾਜ਼ ਸਰਕਾਰ ਕੋਲ ਪਹੁੰਚਾਉਣ ਵਾਲੇ ਹੁੰਦੇ ਆ, ਜਿਹੜੇ ਸਪੋਕਸਪਰਸਨ ਹੈ, ਤੇ ਸਰਕਾਰ ਦੀ ਗੱਲ ਲੋਕਾਂ ਤੱਕ ਲੈ ਕੇ ਜਾਣ ਵਾਲੇ ਆ। ਜੇ ਕੋਈ ਵਾਕਈ ਜੈਨੂਅਨ ਹੈ ਤੇ ਮੈਂ ਸਮਝਦਾ ਸਰਕਾਰ ਨੂੰ ਉਹ ਗੱਲ ਜਿਹੜੀ ਆ ਅਸੀਂ ਵੀ ਉਹਨਾਂ ਨੂੰ ਦੱਸਾਂਗੇ ਕਿ ਲੋਕ ਇਸ ਗੱਲੋਂ ਨਾਰਾਜ਼ ਹੈ।
ਨਹੀਂ, ਤੁਹਾਡੀ ਸਰਦਾਰ ਸਾਹਿਬ ਤੁਸੀਂ ਜਿਹੜੀ ਜਿਹੜੀ ਗੱਲ ਕਰੀ ਹੈਗੀ ਹੈ, ਜਿਹੜੀ ਮਿਸਇਨਫੋਰਮੇਸ਼ਨ ਹੈ ਤੇ ਡਿਸਇਨਫੋਰਮੇਸ਼ਨ ਹੈ, ਇੱਕ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਲੋਕਾਂ ਨਾਲ, ਮੈਂ ਪਰਸਨਲੀ ਵੀ, ਕਿਉਂਕਿ ਤੁਹਾਡੀ ਇੰਟਰਵਿਊ ਤੋਂ ਪਹਿਲਾਂ ਮੈਂ ਹੋਰ ਵੀ ਕਾਫੀ ਲੋਕਾਂ ਨੂੰ ਆਲਰੇਡੀ ਇਸੇ ਸਬਜੈਕਟ ਦੇ ਉੱਤੇ ਮੈਂ ਇੰਟਰਵਿਊ ਕਰਨਾ ਹੈਗਾ ਸੀਗਾ। ਮੈਨੂੰ ਕੁਝ ਜਿਹੜਾ ਜਿਹੜਾ ਸਮਝ ਆ ਰਹੀ ਹੈਗੇ ਵੀ ਈਵਨ ਕਿ ਕੁਝ ਜਿਹੜੇ ਪ੍ਰੋਮੀਨੈਂਟ ਜਿਹੜੇ ਲੋਕੀ ਹੈਗੇ ਸੀ, ਉਹਨਾਂ ਨੇ ਖੁਦ ਨੇ ਐਕਟ ਨਹੀਂ ਪੜ੍ਹੇ ਹੋਏ ਹੈਗੇ ਜੀ। ਉਹ ਜਿਹੜੀ ਸੁਣੀ ਸੁਣਾਈ ਗੱਲ ਹੁੰਦੀ ਹੈਗੀ ਵੀ ਐਂ ਹੋ ਗਿਆ, ਵਾਹ ਹੋ ਗਿਆ ਹੈਗਾ। ਇੱਕ ਤਾਂ ਇਹ ਚੀਜ਼ ਮੈਨੂੰ ਨੋਟ ਹੋਈ ਹੈਗੀ, ਮਿਸਇਨਫੋਰਮੇਸ਼ਨ ਹੋਗੀ, ਡਿਸਇਨਫੋਰਮੇਸ਼ਨ। ਪਰ ਤੁਹਾਡਾ ਦੇਖੋ, ਤੁਹਾਡਾ ਇਹ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਤੁਹਾਡੇ ਸਿਰ ਤੇ ਹੈਗੀ ਹੈ, ਤੁਹਾਡੇ ਮੋਢਿਆਂ ਤੇ ਹੈਗੀ ਹੈ, ਤੁਹਾਡੀ ਸਰਕਾਰ ਦੇ ਮੋਢਿਆਂ ਤੇ, ਕਿਉਂਕਿ ਕਾਨੂੰਨ ਤੁਸੀਂ ਬਣਾਇਆ ਹੈਗਾ। ਤੁਸੀਂ ਆ ਕੇ ਪੰਜਾਬ ਦੇ ਲੋਕਾਂ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਨਾਲ ਕੋਈ ਵਾਰਤਾਲਾਪ ਨਹੀਂ ਕਰੋਗੇ, ਤੁਹਾਡੀ ਲੀਡਰਸ਼ਿਪ ਨਹੀਂ ਆਏਗੀ ਕੋਈ, ਤਾਂ ਜੋ ਕੋਈ ਉਹਨਾਂ ਨੂੰ ਕੋਈ ਮਿਸਅੰਡਰਸਟੈਂਡਿੰਗ ਹੈਗੀ ਉਹਨੂੰ ਕਲੀਅਰ ਕਰੋਗੇ। ਜੇਕਰ ਕੋਈ ਉਹਦੇ ਵਿੱਚ ਥੋੜੀ ਮੋਟੀ ਕੋਈ ਉਹ ਵੀ ਹੈਗੀ ਹੈ, ਕੋਈ ਸੋਧ ਵੀ ਕਰਨ ਦੀ ਜ਼ਰੂਰਤ ਹੈਗੀ ਹੈ, ਇਹਦੇ ਲਈ ਵੀ ਤੁਸੀਂ ਓਪਨ ਹੈਗੇ ਹੋ? ਦੇਖੋ, ਅਸੀਂ ਪਹਿਲੀ ਗੱਲ ਤਾਂ ਹੈ, ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਇਨ ਕੰਟੈਕਟ ਹੈਗੇ ਆ। ਸਾਡੀ ਇੱਕ ਟੀਮ ਲੱਗੀ ਹੋਈ ਹੈ, ਸੁਰਜੀਤ ਕੁਮਾਰ ਜਿਆਣੀ ਜੀ ਆਪ ਜ਼ਿਮੀਂਦਾਰ ਜੱਟ ਹੈਗੇ ਆ, ਉਹਨਾਂ ਦੇ ਅੰਡਰ ਇਹ ਲੱਗੀ ਹੋਈ ਹੈ। ਸਾਰੇ ਜ਼ਿਮੀਂਦਾਰ ਆ ਉਹਦੇ ਚ, ਮੈਂ ਆਪ ਜ਼ਿਮੀਂਦਾਰ ਹਾਂ। ਅਸੀਂ ਸਾਰਿਆਂ ਨੂੰ ਕੰਟੈਕਟ ਕਰ ਰਹੇ ਹਾਂ। ਅਸੀਂ ਜਿਹੜੀਆਂ ਜੈਨੂਇਨ ਪ੍ਰੋਬਲਮਸ ਹੈਗੀਆਂ, ਜੇ ਬਿਲਕੁਲ ਜੈਨੂਇਨ ਹੋਣਗੀ, ਕੋਈ ਪਹਿਲੀ ਤਾਂ ਗੱਲ ਹੈ ਐਪਰੀਹੈਂਸ਼ਨਸ ਐਂਡ ਰਿਊਮਰਸ ਜਿਹੜੀਆਂ, ਇਹਨਾਂ ਨੂੰ ਡਿਸਪੈਲ ਕਰਨਾ, ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਇਹ ਝੂਠ ਹੈਗਾ ਯਾਰ, ਇਹ ਗੱਲ ਸੱਚ ਨਹੀਂ ਹੈਗੀ। ਬਹੁਤ ਸਾਰੇ ਲੋਕ ਹੈ। ਦੂਜਾ, ਆਪ ਜੀ ਨੇ ਗੱਲ ਕੀਤੀ, ਮੈਂ ਹਾਲੇ ਵੀ ਹੱਥ ਦੇ ਵਿੱਚ ਐਕਟ ਲੈ ਕੇ ਬੈਠਾ ਹੈ, so that if you ask any question I will explain you the law and the point। so ਜਦੋਂ ਤੱਕ ਅਸੀਂ ਇਹ ਗੱਲਾਂ ਸਾਰਿਆਂ ਨੂੰ ਦੱਸਦੇ ਆ, ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ, ਕਿਸਾਨਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ ਕਿਸਾਨਾਂ ਦੀ ਗੱਲ ਨਹੀਂ ਹੋ ਰਹੀ, ਇਹ ਗੱਲ ਰਾਜਨੀਤੀ ਦੀ ਹੋ ਰਹੀ ਹੈ, ਇਹ 2022 ਦੀ ਇਲੈਕਸ਼ਨ ਦੀ ਹੋ ਰਹੀ ਹੈ। ਇਹ ਜ਼ਮੀਨ ਉਹਦੇ ਲਈ ਤਲਾਸ਼ੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ, ਭਾਵੇਂ ਉਹ ਆਮ ਆਦਮੀ ਪਾਰਟੀ ਹੈ, ਭਾਵੇਂ ਕਾਂਗਰਸ ਹੈ, ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ। ਗਾਟ ਇਟ। ਨਹੀਂ, ਤੁਸੀਂ ਬਹੁਤ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਸਮਝਾਈ ਹੈਗੀ ਹੈ। ਪਰ ਜਿਹੜਾ ਤੁਸੀਂ, ਮੈਂ ਫੇਰ ਉਸੇ ਗੱਲ ਤੇ ਦੁਬਾਰਾ ਤੁਹਾਨੂੰ ਲੈ ਕੇ ਜਾਣਾ ਹੈਗਾ ਵੀ ਜਿਹੜੀ ਕਈ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਉਹ ਰੜਕਦੀਆਂ ਹੁੰਦੀਆਂ ਹੈਗੀਆਂ ਨੇ, ਬਾਹਰ ਬੈਠੇ ਸਾਨੂੰ ਵੀ ਇਹ ਰੜਕ ਰਹੀਆਂ ਹੈਗੀਆਂ ਨੇ। ਮੈਂ ਤਰਲੋਚਨ ਸਿੰਘ ਹੈਗੇ ਨੇ, ਜਿਹੜੇ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹੋਏ ਹੈਗੇ ਨੇ, ਉਹਨਾਂ ਨਾਲ ਮੇਰੀ ਖੁੱਲ ਕੇ ਗੱਲ ਹੋਈ ਇਸ ਟੌਪਿਕ ਦੇ ਉੱਤੇ। ਉਹਨਾਂ ਦਾ ਵੀ ਇਹ ਇੱਕ ਬਹੁਤ ਵੱਡਾ ਫਿਕਰ ਸੀ, ਕੰਸਰਨ ਹੈਗਾ ਸੀ ਵੀ ਜੇ ਇਸ ਇਸ਼ੂ ਨੂੰ ਜੇਕਰ ਸਿੱਖਾਂ ਦਾ ਇਸ਼ੂ ਬਣਾ ਦਿੱਤਾ ਗਿਆ ਹੈਗਾ ਤੇ ਸਿੱਖਾਂ ਲਈ ਇੱਕ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈਗਾ, ਘਾਣ ਹੋ ਸਕਦਾ ਹੈਗਾ ਵੀ ਜੇ ਪੁਰਾਣੇ ਜਿਹੜੇ ਦੌਰ ਦੇ ਵਿੱਚੋਂ ਪੰਜਾਬ ਨਿਕਲਿਆ ਹੈਗਾ, ਦੁਬਾਰਾ ਉਹ ਜਿਹਾ ਦੌਰ ਕਦੇ ਸ਼ੁਰੂ ਹੋ ਸਕਦਾ ਜੀ। ਇਜ਼ ਇਟ ਟਰੂ? ਦੇਖੋ, ਲੋਕ ਬਹੁਤ ਸਿਆਣੇ ਹੋ ਗਏ। 1982 ਦਾ ਤੇ 2020 ਦਾ ਬੜਾ ਫਰਕ ਹੈ ਜੀ। ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣਾ ਚਾਹੀਦਾ, ਦਿਸ ਇਜ਼ 38 years long journey, lot of water has gone down the rivers। ਇਹ ਗੱਲ ਉਹ ਨਹੀਂ ਬਣਨੀ, ਹੁਣ ਲੋਕੀ ਸਮਝ ਚੁੱਕੇ ਆ ਜੀ। ਦੂਜੀ ਗੱਲ ਇਹ ਹੈ ਕਿ ਅਸੀਂ ਪੁਰਾਣੀ ਦਵਾਈ ਲੈ ਕੇ ਨਾ ਇਹਨਾਂ ਨੂੰ ਇਮੋਸ਼ਨਲ ਕਾਰਡ ਜੇ ਪਲੇ ਕਰਾਂਗੇ, ਹੁਣ ਉਹ ਸਿੱਖਾਂ ਨੇ ਨਹੀਂ ਬਣਨਾ। ਉਦੋਂ ਤੁਹਾਡੇ ਤੇ ਇਹ ਸੀ ਕਿ ਤੁਸੀਂ ਸਿੱਖ ਪੰਥ ਲਈ ਕੁਰਬਾਨੀਆਂ ਦਿੰਦੇ ਸੀ, ਭਾਵੇਂ ਲੈ ਕੇ ਤੁਸੀਂ ਕੁਝ ਵੀ ਨਹੀਂ ਦਿੱਤਾ, ਨਾ ਤੁਸੀਂ ਚੰਡੀਗੜ੍ਹ ਲੈ ਕੇ ਦਿੱਤਾ, ਨਾ ਪਾਣੀਆਂ ਦਾ ਮਸਲਾ ਹੱਲ ਕਰਾਇਆ ਰਿਵਰ ਵਾਟਰ ਦਾ, ਨਾ ਭਾਖੜੇ ਦਾ ਕਮਜ਼ੋਰੀ ਲਈ, ਨਾ ਚੰਡੀਗੜ੍ਹ ਲਿਆ, ਕੀਤਾ ਤੁਸੀਂ ਕੁਝ ਵੀ ਨਹੀਂ। ਲੇਕਿਨ ਗੱਲਾਂ ਜ਼ਰੂਰ ਕਰਦੇ ਰਹੇ 66 ਤੋਂ ਬਾਅਦ ਵੀ ਹਮ ਇਹ ਕरेंगे, ਹਮ ਉਹ ਕरेंगे, ਹੋਇਆ ਕੁਝ ਨਹੀਂ। ਜਦੋਂ ਤੁਸੀਂ ਪਾਵਰ ਵੀ ਹੰਢਾਈ ਆ, ਕੇਂਦਰ 'ਚ ਵੀ ਤੁਹਾਡੀ ਸਰਕਾਰਾਂ ਰਹੀਆਂ। ਰਾਜੀਵ ਲੌਂਗੋਵਾਲ ਅਕਾਰਡ ਵਾਸ ਨੈਵਰ ਇੰਪਲੀਮੈਂਟਡ। ਗੱਲ ਇਹ ਹੈ ਕਿ ਤੁਸੀਂ ਜਿਹੜੀ ਹੈ ਨਾ, ਦੇ ਆਰ ਟਰਾਈਂਗ ਟੂ ਪਲੇ ਦੀ ਇਮੋਸ਼ਨਲ ਕਾਰਡ। ਪੀਪਲ ਆਰ ਵੈਰੀ ਨਾਓ ਲਰਨਡ ਔਰ ਦੇ ਨੋ ਈਚ ਐਂਡ ਐਵਰੀਥਿੰਗ। ਗੱਲ ਤਾਂ ਸਾਡੀ ਇਹ ਹੈ ਕਿ ਜਿਹੜੇ ਨੌਜਵਾਨ ਸਾਡੇ ਬਾਹਰ ਰਹਿ ਗਏ, ਜਿਹੜੇ ਨੌਜਵਾਨ ਸਾਡੇ 25 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਆ, ਅਸੀਂ ਤਾਂ ਉਹਨਾਂ ਲਈ ਚਿੰਤਾ ਤੋਂ ਰਹਿ, ਤਾਂ ਕਿ ਉਹ ਬੱਚੇ ਬਾਹਰ ਆਉਣ। ਜਿਹੜੀ ਕੋਈ ਵੀ ਬੰਦਾ, ਆਪ ਜੀ ਨਾਲ ਵੀ ਬੜੇ ਲੋਕਾਂ ਦਾ ਸੰਪਰਕ ਹੋਣਾ ਹੈ, ਜਿਹੜੇ ਬੰਦੇ ਇੰਡੀਆ ਆਉਣੇ ਚਾਹੁੰਦੇ ਆ, ਜੇ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ, ਉਹਨਾਂ ਨੂੰ ਵੀਜ਼ਾ ਲੈ ਕੇ ਦੇਣ ਦੀ ਸਾਡੀ ਜ਼ਿੰਮੇਵਾਰੀ ਹੈ। ਸੋ ਅਸੀਂ NRIਆਂ ਤੋਂ ਬਿਨਾਂ ਪੰਜਾਬ ਬਾਰੇ ਸੋਚ ਵੀ ਨਹੀਂ ਸਕਦੇ। ਸੋ ਵੀ ਆਰ ਫਾਰ ਦੀ NRIs and we will have their help to promote their villages। ਇਹ ਨਹੀਂ ਹੈਗਾ ਕਿ ਅਸੀਂ ਸਿੱਖਾਂ ਦੇ ਵਿਰੋਧੀ ਤਾਂ ਕੋਈ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਨੂੰ ਕਈ ਬੰਦਿਆਂ ਨੇ ਗੱਲ ਕੀਤੀ, ਬੜਾ ਮੇਰੀ ਫੇਸਬੁੱਕ ਤੇ ਵੀ ਲਿਖਦੇ ਆ ਕਿ ਤੁਸੀਂ ਤਾਂ ਜੀ ਇੱਕ ਅੱਛੇ ਵਿਦਵਾਨ ਲੇਖਕ ਹੋ, ਤੇ ਤੁਸੀਂ ਇਹ ਜਿਹੜੀ ਇੱਥੇ ਕਿਵੇਂ ਆ ਗਏ? ਤੇ ਮੈਂ ਉਹਨਾਂ ਨੂੰ ਜਵਾਬ ਦਿੰਦਾ ਹੁੰਦਾ ਕਿ ਯਾਰ, ਪੁਲਿਸ ਮਹਿਕਮਾ ਚੰਗਾ ਸੀ, ਤੇ ਮੈਂ ਪੁਲਿਸ ਮਹਿਕਮੇ 'ਚ ਰਹਿ ਕੇ ਕੋਸ਼ਿਸ਼ ਕੀਤੀ ਇਨਸਾਫ ਦੇਣ ਦੀ, ਚੰਗੇ ਕੰਮ ਕਰਨ ਦੀ, ਇੱਕ ਲੇਖਕ ਬਣਨ ਦੀ। ਤੇ ਤੁਸੀਂ, ਮੈਂ ਸਮਝਦਾ ਕਿ ਮੈਂ ਪੰਥ ਨੂੰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨਹੀਂ ਹੋਵਾਂਗਾ।
ਸੋ ਮਾਈ ਲਾਈਫ ਇਜ਼ ਡੈਡੀਕੇਟਿਡ ਟੂ ਦੀ ਪੰਥ ਐਂਡ ਸ਼੍ਰੀ ਗੁਰੂ ਗ੍ਰੰਥ ਸਾਹਿਬ। ਅਸੀਂ ਕਦੇ ਵੀ ਐਸੀ ਕੋਈ ਗੱਲ ਨਹੀਂ ਕਰਾਂਗਾ, ਮੈਂ ਖਾਸ ਕਰਕੇ ਆਪਣੀ ਕਹਿੰਦਾ ਹੈ, ਜਿਹਦੇ 'ਚ ਮੇਰੇ ਕੌਮ ਦੇ ਖਿਲਾਫ ਕੁਝ ਜਾਂਦਾ ਹੋਵੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਖਿਲਾਫ ਜਾਂਦਾ ਹੋਵੇ। ਸੋ ਸਾਨੂੰ ਸਾਰਿਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਆਉਣਾ ਚਾਹੀਦਾ। ਕੋਈ ਖਾਸ ਪਾਰਟੀ ਜਿਹੜੀ ਹੈ ਉਹ ਗੁਰੂਆਂ ਨੇ ਜਾਂ ਪੰਥ ਵੱਲੋਂ ਨਿਸ਼ਚਿਤ ਨਹੀਂ ਹੈਗੀ ਕਿ ਇਸੇ ਪਾਰਟੀ ਜਿਹੜੀ ਹੈ ਸਿੱਖਾਂ ਨੂੰ ਇਹਦੇ ਨਾਲ ਹੀ ਜੁੜਨਾ ਹੈ। ਇੱਕ ਭਰਮ ਪੈਦਾ ਕੀਤਾ ਜਾ ਰਿਹਾ ਔਰ ਉਹਨਾਂ ਨੇ ਸਿੱਖਾਂ ਦਾ ਨੁਕਸਾਨ। ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮੈਂ ਇੱਕ ਲਾਈਨ ਸੁਣਾ ਕੇ ਕਰਾਂਗਾ, ਮੋਹੇ ਇਹ ਵੰਜ ਸੇ ਨਹੀਂ ਕਾਜ, ਘਟੇ ਮੂਲ ਨਿਤ ਬੜੇ ਵਿਆਜ। ਜਿਹਦੇ ਸਾਡਾ ਮੂਲ ਘਟੀ ਜਾਂਦਾ ਤੇ ਵਿਆਜ ਵਧੀ ਜਾਂਦਾ, ਇਹੋ ਜਿਹਾ ਬਿਜ਼ਨਸ ਨਹੀਂ ਕਰਨਾ ਚਾਹੀਦਾ। ਸੋ ਇਹ ਇਸੇ ਤਰ੍ਹਾਂ ਦਾ ਬਿਜ਼ਨਸ ਹੋ ਰਿਹਾ ਪੰਜਾਬ ਦੇ ਵਿੱਚ। ਇਹਦੇ ਦੌਰਾਨ ਹੀ ਨਾ ਵੀ ਮੈਂ ਇੱਕ ਤੁਹਾਨੂੰ, ਤੁਸੀਂ ਮੈਸੇਜ ਆਪਣਾ ਪੰਜਾਬੀ ਡਾਇਸਪੋਰੇ ਨੂੰ ਤੁਸੀਂ ਦੇ ਰਹੇ ਹੈਗੇ ਹੋ, ਪਰ ਇਸੇ ਦੇ ਥਰੂ ਮੈਂ ਸਾਡਾ ਜਿਹੜਾ ਮੈਸੇਜ ਹੈਗਾ, ਅਸੀਂ ਚਾਹੁੰਦੇ ਵੀ ਸਾਡਾ ਜਿਹੜਾ ਮੈਸੇਜ ਹੈਗਾ ਉਹ ਲੀਡਰਸ਼ਿਪ ਤੱਕ ਵੀ ਜਾਵੇ ਹੈਗੇ। ਬੀਜੇਪੀ ਨੇ, ਤੁਸੀਂ ਜਿਹੜੀ ਪੋਲੀਟੀਕਲ ਅਸਾਈਲਮ ਦੀ ਗੱਲ ਕਰੀ ਹੈ, ਪਾਸਪੋਰਟ ਦੀ ਗੱਲ ਕਰੀ ਹੈਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਦੋ ਰਾਏ ਨਹੀਂ ਹੈਗੀਆਂ ਜੀ। ਲੋਕਾਂ ਨੂੰ ਅਸੀਂ ਸਫਰ ਹੁੰਦੇ ਦੇਖਿਆ, ਕਿਉਂਕਿ ਮੈਂ ਪਰਸਨਲੀ ਉਸ ਚੀਜ਼ ਦੇ ਵਿੱਚ ਇਨਵੋਲਵ ਹੈਗਾ ਸੀਗਾ ਔਰ ਮੇਰੇ ਤੇ ਵੀ, ਮੇਰੀ ਫੇਸਬੁੱਕ ਦੇ ਉੱਤੇ, ਮੇਰੇ ਸੋਸ਼ਲ ਮੀਡੀਆ ਤੇ ਮੈਨੂੰ ਵੀ ਟਰੋਲ ਕੀਤਾ ਗਿਆ ਹੈਗਾ, ਮੈਨੂੰ ਵੀ ਗਦਾਰ ਕਿਹਾ ਗਿਆ, ਮੈਨੂੰ ਸਰਕਾਰਾਂ ਦਾ ਬੰਦਾ ਕਿਹਾ ਹੈਗਾ, ਮੈਨੂੰ ਪਤਾ ਨਹੀਂ ਕਿਹੜੀ ਕਿਹੜੀ ਪਾਰਟੀ ਨਾਲ ਜੋੜ ਦਿੱਤਾ ਹੈਗਾ ਜੀ। ਠੀਕ ਹੈ, ਕਿਉਂਕਿ ਅਸੀਂ ਲੋਕਾਂ ਦੀ ਗੱਲ ਕਰਦੇ ਹੈਗੇ ਸੀਗੇ ਤਾਂ ਜੋ ਹਜ਼ਾਰਾਂ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ ਹੈਗਾ ਵੀ ਦੇਖੋ ਜਿਹੜੇ 30 35 40 ਸਾਲ ਦੇ ਇੱਥੇ ਸਫ਼ਰ ਕਰ ਰਹੇ ਹੈਗੇ ਸੀ, ਪੋਲੀਟੀਕਲ ਅਸਾਈਲਮਾਂ ਲੈ ਕੇ ਬੈਠੇ ਹੋਏ ਹੈਗੇ ਸੀਗੇ, ਆ ਜਾ ਨਹੀਂ ਸਕਦੇ ਹੈਗੇ ਸੀ, ਉਹਨਾਂ ਲਈ ਰਸਤਾ ਖੁੱਲਿਆ ਹੈਗਾ। ਸਰਕਾਰ ਨੇ ਬਹੁਤ ਚੰਗਾ ਕੰਮ ਕਰਿਆ ਹੈਗਾ। ਇਹਦੇ ਨਾਲ ਹੋਰ ਵੀ ਕਾਫੀ ਜਿਹੜੇ ਚੰਗੇ ਕੰਮ ਹੋਏ ਨੇ ਹੈਗੇ ਨੇ, ਜਿਹੜੇ 550th ਬਰਥਡੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਗਿਆ ਹੈਗਾ, ਕੋਰੀਡੋਰ ਖੋਲਣ ਦੇ ਵਿੱਚ PM ਸਾਹਿਬ ਦੀ ਸ਼ਮੂਲੀਅਤ ਜਿਹੜੀ ਹੈਗੀ ਹੈ। ਉਸ ਤੋਂ ਬਾਅਦ ਕਿ ਈਵਨ ਕਿ ਤੁਹਾਡੇ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਵਾਜਪਾਈ ਸਾਹਿਬ ਹੈਗੇ ਸੀਗੇ, ਉਦੋਂ ਜੋ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਦਿੱਤੀ ਗਈ ਹੈਗੀ ਹੈ, ਚੰਗੇ ਕੰਮ ਹੋਏ ਹੈਗੇ ਨੇ। ਪਰ ਇੰਨੇ ਹੋਣ ਦੇ ਬਾਵਜੂਦ ਵੀ ਜਿਹੜੀ ਮੇਰਾ ਕੁਐਸਚਨ, ਜਿਹੜਾ ਮੈਸੇਜ ਹੈਗਾ ਤੁਹਾਨੂੰ, ਤੁਹਾਡੀ ਪਾਰਟੀ ਦੇ ਵਿੱਚ ਇੱਕ ਕਮਜ਼ੋਰੀ ਮੈਨੂੰ ਨਜ਼ਰ ਆ ਰਹੀ ਹੈਗੀ ਜੀ। ਤੁਸੀਂ ਇੰਨਾ ਕਰਨ ਦੇ ਬਾਵਜੂਦ ਵੀ ਜਿਹੜਾ ਪ੍ਰੋਪਰ ਮੈਸੇਜ ਹੈਗਾ ਉਹ ਮੈਸੇਜ ਲੋਕਾਂ ਤੱਕ ਨਹੀਂ ਪਹੁੰਚਾ ਸਕੇ ਹੈਗੇ। ਔਰ ਆਈ ਥਿੰਕ ਇਸੇ ਚੀਜ਼ ਦਾ ਜਿਹੜਾ ਨਤੀਜਾ ਹੈਗਾ ਅੱਜ ਕੱਲ੍ਹ ਵੀ ਜਿਹੜਾ ਹੈਗਾ ਇਹ ਤੁਹਾਡੇ, ਤੁਸੀਂ ਕੁਝ ਹੋਰ ਕਹਿ ਰਹੇ ਹੈਗੇ ਹੋ, ਜਿਹੜੀ ਇਨਫੋਰਮੇਸ਼ਨ ਲੋਕਾਂ ਕੋਲ ਜਾ ਰਹੀ ਹੈਗੀ ਹੈ ਉਹ ਮੈਨੂਪਲੇਟ ਕੁਝ ਹੋਰ ਹੋ ਕੇ ਜਾ ਰਹੀ ਹੈਗੀ। ਆਈ ਥਿੰਕ ਉੱਥੇ ਕੋਈ ਗੈਪ ਮੈਨੂੰ ਨਜ਼ਰ ਆਉਂਦਾ। ਇਹ ਤੁਸੀਂ ਬਿਲਕੁਲ ਹੀ ਠੀਕ ਕਹਿ ਰਹੇ ਹੋ ਚਾਹਲ ਸਾਹਿਬ, ਕਿਉਂਕਿ ਬੀਜੇਪੀ ਪੰਜਾਬ ਦੇ ਵਿੱਚ ਕਦੇ ਇੰਨੇ ਜੋਗੀ ਨਹੀਂ ਰਹੀ ਡਿਊਰਿੰਗ ਦਾ ਲਾਸਟ 70 ਈਅਰਸ, ਜਿਹਨੂੰ ਅਸੀਂ ਕਹਿ ਸਕਦੇ ਹਾਂ ਜਦੋਂ ਦਾ ਸੰਵਿਧਾਨ ਬਣਿਆ, ਜਦੋਂ ਦੀ ਇਹਨਾਂ ਨੇ ਕਦੇ ਆਪਣੀ ਗਵਰਨਮੈਂਟ ਫਾਰਮ ਕੀਤੀ ਹੋਵੇ ਨਾ। ਇਹਨਾਂ ਦੀ ਇੰਨੀ ਵੱਡੀ ਸਟਰੈਂਥ ਸੀ ਕਿ ਇਹ ਪੰਜਾਬ ਦੇ ਕਿਸੇ ਵੀ ਪੋਲੀਟੀਕਲ ਡਿਸੀਜਨ ਨੂੰ ਇਹ ਆਪਣੀ ਢੰਗ ਨਾਲ ਮੋਲਡ ਕਰ ਸਕਦੇ ਹੋ। ਦਿੱਕਤ ਇਹ ਆਈ, ਪੰਜਾਬੀ ਸੂਬੇ ਦਾ ਮੋਰਚਾ ਜਿਹੜਾ ਹੈ ਨਾ ਉਹ ਕਾਂਗਰਸ ਰਾਜ ਵੇਲੇ ਚੱਲਿਆ ਤੇ ਕਾਂਗਰਸ ਨੇ ਹੀ ਲੋਕਾਂ ਨੂੰ ਮਜਬੂਰ ਕੀਤਾ ਕਿ ਅਸੀਂ ਤੁਹਾਨੂੰ ਪੰਜਾਬੀ ਸੂਬਾ ਨਹੀਂ ਦੇਣਾ। ਜਿਹੜੇ ਪੰਜਾਬੀ ਬੋਲਦੇ ਇਲਾਕੇ, ਕਰਨਾਲ ਦੇ, ਊਨੇ ਦੇ, ਇਹ ਸਾਰੇ ਜਿਹੜੇ ਫਾਜ਼ਿਲਕਾ ਬੋਰਡ ਦੇ ਰਹਿ ਗਏ ਨਾਲੋਂ, ਇਹਦੇ ਲਈ ਜ਼ਿੰਮੇਵਾਰ ਕਾਂਗਰਸ ਗਵਰਨਮੈਂਟ ਹੈ। ਬੀਜੇਪੀ ਤਾਂ ਉਦੋਂ ਐਗਜ਼ਿਸਟ ਨਹੀਂ ਸੀ ਕਰਦੀ, 2 ਸੀਟਾਂ ਲਈ ਕੀ ਕਰ ਲੈਣਗੇ। ਲੇਕਿਨ ਜਦੋਂ ਹੁਣ ਵੀ ਜੋ ਕੁਝ ਹੋ ਰਿਹਾ ਹੈ, ਗੱਲ ਇਹ ਹੈ ਕਿ ਕਦੋਂ ਜਿਹੜੀ ਆ ਕਾਂਗਰਸ ਦੀ ਗਵਰਨਮੈਂਟ ਨੇ ਸਿੱਖਾਂ ਨੂੰ ਦਿੱਲੀ ਦੇ ਵਿੱਚ ਦੰਗਿਆਂ 'ਚ ਮਾਰਿਆ, ਇਹਦੇ ਦੰਗਿਆਂ ਦੇ ਨਾਂ ਦੇ ਦਿੱਤਾ। ਬੀਜੇਪੀ ਸਰਕਾਰ ਨੇ ਆਈ ਹੈ ਤੇ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਕੀਤੀ ਹੈ, ਕੰਪਨਸੇਸ਼ਨ ਦੀ ਗੱਲ ਕੀਤੀ ਹੈ। ਇਹ ਮੈਂ ਮੰਨਦਾ, ਜਿਹੜੇ ਜ਼ਖਮ 36 ਸਾਲ ਪਹਿਲਾਂ ਲੱਗੇ ਨਾ, ਉਹ ਜ਼ਖਮਾਂ ਦੀ ਭਰਪਾਈ ਨਹੀਂ ਹੁੰਦੀ। ਉਹ ਇੱਕ ਵਾਰੀ ਵੱਡਾ ਨਾਸੂਰ ਬਣ ਜਾਏ ਨਾ ਤੇ ਉਹ ਛੇਤੀ ਠੀਕ ਨਹੀਂ ਹੁੰਦਾ। ਦਿਸ ਇਜ਼ ਵੇਅਰ ਸਿੱਖ ਸਾਈਕੀ ਹੈਜ਼ ਸਫਰਡ। ਦੂਜੀ ਗੱਲ ਹੈ, ਜਿਹੜੇ ਸਿੱਖਾਂ ਨੂੰ ਨਾਲ ਲਾਇਆ ਸੀ ਇਸ ਕਰਕੇ ਕਿ ਤੁਸੀਂ ਸਿੱਖਾਂ ਦੀ ਗੱਲ ਕਰੋ। ਮੈਂ ਪੁਲਿਸ ਵੀ ਰਿਹਾ, ਅਸੀਂ ਉਹ ਗੱਲਾਂ ਕਰਦੇ ਵੀ ਰਹੇ ਹਾਂ, ਲੇਕਿਨ ਇਹਨਾਂ ਨੇ ਕਦੇ ਵੀ ਕੋਈ ਜਾ ਕੇ ਖਲੋਤਾ ਤਾਂ ਹੈ ਨਹੀਂ ਸਿੱਖਾਂ ਲਈ। ਅੱਜ ਵੀ ਕਈ ਮਸਲੇ ਨੇ, ਮੰਗੂ ਵਟ ਦਾ ਮਸਲਾ ਹੈ, ਗੁਰਦੁਆਰਾ ਡਾਂਗਬਾਰ ਸਾਹਿਬ ਦਾ ਮਸਲਾ ਹੈ, ਜਿਹੜਾ ਤੁਹਾਡਾ ਹਰਕੀ ਪੌੜੀ ਦਾ ਮਸਲਾ ਹੈਗਾ। ਇਹ ਗੱਲ ਜਿਹੜੀ ਹੈ ਨਾ, ਇਹ ਸਾਰੇ ਇਸ਼ੂਜ਼ ਆਰ ਟੂ ਬੀ ਟੈਕਲਡ। ਅਸੀਂ ਇਹ ਸਾਰੇ ਹੋਣੇ ਚਾਹੀਦੇ ਆ, ਪਰ ਸਿੱਖ ਜਿਹੜੇ ਆ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਸਿੱਖਾਂ ਨੂੰ ਭਰਮ ਭੁਲੇਖੇ ਦੂਰ ਕਰਨ ਦੀ, ਪਹਿਲਾਂ ਆਪਣਾ ਦੁਸ਼ਮਣ ਪਹਿਚਾਨਣ ਦੀ ਲੋੜ ਹੈ। ਕੀ ਦੁਸ਼ਮਣ ਉਹ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ? ਇੰਦਰਾ ਗਾਂਧੀ ਨੇ ਨਵੰਬਰ 1983 ਦੇ ਵਿੱਚ ਅਕਾਲੀ ਸਰਕਾਰ ਨੂੰ ਕਹਿ ਦਿੱਤਾ ਸੀ ਕਿ ਅਸੀਂ ਤੁਹਾਡੇ ਤੇ, ਅਕਾਲੀਆਂ ਨੂੰ, ਟੌੜਾ ਸਾਹਿਬ ਨੇ ਮਤਾ ਨੰਬਰ 13 ਪਾਇਆ ਹੋਇਆ ਨਵੰਬਰ 1983 ਦਾ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਫੌਜ ਦਾ ਹੀ ਹਮਲਾ ਕਰਾਉਣਾ ਚਾਹੁੰਦੀ ਹੈ। ਇਹ ਰਿਕਾਰਡ ਦਾ ਹਿੱਸਾ ਆ। ਤੁਸੀਂ ਦੱਸੋ, ਫਿਰ ਉਹਨਾਂ ਨੇ ਲਿੰਗਰ ਔਨ ਕਰਦੇ ਰਹੇ
ਕਿ ਜਨਵਰੀ 85 ਦਾ ਇਲੈਕਸ਼ਨ ਆ, ਉਹ ਤੋਂ ਪਹਿਲਾਂ ਸਿੱਖਾਂ ਨੂੰ ਮਾਰੂੰਗੀ। ਜੀ ਤੁਸੀਂ ਇਹ ਸਾਰਾ ਕੁਝ ਔਰ ਨਵੰਬਰ ਦੇ ਵਿੱਚ ਹੀ ਉਹ ਮਾਰਗਰਟ ਥੈਚਰ ਨੂੰ ਲੈਟਰ ਲਿਖਦੀ ਹੈ ਕਿ ਮੈਂ ਜਿਹੜੀ ਹੈ ਤੁਹਾਡੇ ਤੋਂ ਹੈਲਪ ਚਾਹੁੰਦੀ ਆ, ਯੂ ਗਾਈਡ ਮੀ ਹਾਊ ਕੈਨ ਬੀ ਆਪਰੇਟ ਇਨਸਾਈਡ ਦੀ ਗੋਲਡਨ ਟੈਂਪਲ ਟੂ ਫਲਸ਼ ਆਊਟ ਦੀ ਸੋ ਕਾਲਡ ਟੈਰਰਿਸਟ। तो ये देखो बड़ा एक ਜਿਹੜੀ ਹੈ ਨਾ ਇੱਕ ਲੰਬੀ ਬਹਿਸ ਦਾ ਵਿਸ਼ਾ ਹੋਣਾ ਚਾਹੀਦਾ ਹੈ, ਲੇਕਿਨ ਇਸ ਵੇਲੇ ਆਪਣਾ ਇਹ ਵਿਸ਼ਾ ਹੈ ਕਿ ਸਿੱਖਾਂ ਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਹੋਵੇ, ਪੰਜਾਬ ਦਾ ਫਾਇਦਾ। ਇਸ ਕਰਕੇ ਮੈਂ ਸਿੱਖ ਸ਼ਬਦ ਵਰਤਣਾ ਨਹੀਂ ਚਾਹੀਦਾ, ਸਾਰੇ ਪੰਜਾਬੀਆਂ ਦਾ ਫਾਇਦਾ ਹੋਣਾ ਚਾਹੀਦਾ ਹੈ। ਸਾਡੀ ਪਾਪੂਲੇਸ਼ਨ ਪਹਿਲਾਂ ਇੱਥੇ 63% ਸੀ, ਹੁਣ ਘਟ ਕੇ 58% ਰਹਿ ਗਈ ਹੈ। ਸਾਨੂੰ ਪੰਜਾਬ ਡਿਵੈਲਪ ਕਰਨਾ ਹੀ ਪਏਗਾ। ਹਾਂਜੀ, ਤੇ ਆਪ ਜੀ ਜਿਹੜੇ ਬਾਹਰ ਬੈਠੇ ਹੋ, ਤੁਹਾਡੀ ਵੀ ਸਾਨੂੰ ਸਹਿਯੋਗ ਦੀ ਲੋੜ ਹੈ। ਅਸੀਂ ਤਾਂ ਮੈਨੂੰ ਕਈ ਬੰਦੇ ਮਿਲਦੇ ਹੁੰਦੇ ਆ ਤੇ ਮੈਂ ਇਹ ਗੱਲ ਉਹਨਾਂ ਨੂੰ ਆਖਦਾ ਹੁੰਦਾ ਕਿ ਭਾਈ ਹਰਬ ਧਾਲੀਵਾਲ ਹੋਰੀ ਮਿਨਿਸਟਰ ਬਣ ਗਏ, ਤੁਹਾਡੇ ਹੋਰ ਮੰਤਰੀ ਬਣ ਗਏ, ਨਵਦੀਪ ਬੈਂਸ ਬਣ ਗਿਆ, ਸਾਰ ਹਰਜੀਤ ਸਿੰਘ ਸੱਜਣ ਬਣ ਗਏ, ਵਰਦੀਸ਼ ਤੱਗਰ ਬਣ ਗਏ, ਇੱਕ ਨਹੀਂ ਅਨੇਕਾਂ ਹੀ ਬਣ ਗਏ। ਇਸੇ ਤਰ੍ਹਾਂ ਹੀ ਤੁਹਾਡੇ ਨਿੱਕੀ ਹੇਲੇ ਬਣ ਗਈ। ਜੋ ਵੀ ਬੰਦੇ ਸਾਡੇ ਤਰੱਕੀ ਕਰ ਗਏ ਪੰਜਾਬ ਦੇ, ਜਿਹੜੇ ਜਿਨ੍ਹਾਂ ਦੀ ਬੈਕਗ੍ਰਾਉਂਡ ਆ, ਥੋੜਾ ਥੋੜਾ ਤੁਹਾਨੂੰ ਵੀ ਗਿਆਨ ਬਖਸ਼ੋ, ਅਸੀਂ ਵੀ ਆਪਣੇ ਪੰਜਾਬ ਨੂੰ ਤੁਹਾਡੇ ਅਮਰੀਕਾ ਕੈਨੇਡਾ ਵਰਗਾ ਬਣਾ ਲਈਏ। ਤੇ ਤੁਹਾਨੂੰ ਸਾਡੇ ਨਾਲ ਲੱਗੋ, ਤੁਸੀਂ ਸਾਡੇ ਗਾਈਡ ਬਣੋ। ਅਸੀਂ ਸਰਕਾਰ ਦੇ ਨਾਲ ਜਿਹੜੀ ਹੈ ਇਹ ਗੱਲ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਹੁਕਮ ਹੈ ਜਿਹੜਾ ਲੋਕੀ ਹਮੇਸ਼ਾ ਮਿਸਕੋਟ ਕਰਦੇ ਆ। ਉਹ ਹੁਕਮ ਹੈ ਜਫਰਨਾਮੇ 'ਚ ਲਿਖਿਆ, ਚੁਕਾਰ ਅਜ਼ ਹਮਾ ਹੀਲ ਤੇ ਦਰਗੁਦਸਤ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸ। ਜਦੋਂ ਹੋਰ ਸਾਰੇ ਵਸੀਲੇ ਖਤਮ ਹੋ ਜਾਣ, ਹੋਰ ਵਸੀਲੇ ਸੰਵਾਦ ਹੈਗਾ, ਗੱਲਬਾਤ ਹੈ। ਜੇ ਸੰਪਰਕ ਤੇ ਸੰਵਾਦ ਨਹੀਂ ਹੋਏਗਾ, ਗੁਰੂ ਸਾਹਿਬ ਤਾਂ ਜਫਰਨਾਮਾ ਲਿਖਣ ਤੋਂ ਬਾਅਦ ਵੀ ਦੱਖਣ ਨੂੰ ਚੱਲ ਪਏ ਸੀ ਕਿ ਔਰੰਗਜ਼ੇਬ ਨਾਲ ਮੁਲਾਕਾਤ ਕਰਾਂਗਾ। ਬਹਾਦਰ ਸ਼ਾਹ ਨਾਲ ਮੈਂ ਮੁਲਾਕਾਤ ਕੀਤੀ ਗੁਰੂ ਪਾਤਸ਼ਾਹ ਨੇ। ਦੇਖੋ, ਅਸੀਂ ਆਪਣੇ ਗੁਰੂਆਂ ਦੇ ਇਤਿਹਾਸ ਨੂੰ ਲੈ ਕੇ ਚੱਲੀਏ। ਜਹਾਂਗੀਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕੈਦ ਕੀਤਾ ਤੇ ਗੁਰੂ ਜਹਾਂਗੀਰ ਦਾ ਲਈ ਗੁਰੂ ਸਾਹਿਬ ਸ਼ਿਕਾਰ ਵੀ ਖੇਡਦੇ ਰਹੇ। ਸੋ ਇੱਕ ਬੜਾ ਜਿਹੜੀ ਹੈ ਨਾ, ਅਸੀਂ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਦੇ। ਅਸੀਂ ਜਿਸ ਬੰਦੇ ਨਾਲ ਵੀ ਜਾ ਕੇ ਗੱਲ ਕਰਾਂਗੇ ਤੇ ਉਸ ਬੰਦੇ ਤੋਂ ਅਸੀਂ ਆਪਣੀ ਚੀਜ਼, ਜੇ ਅਸੀਂ ਟੇਬਲ ਤੇ ਬਹਿ ਗਏ, ਫਿਰ ਦੇਖੋ ਸਾਡੇ ਜੋ ਚੰਗਾ ਕੌਣ ਹੈ, ਕੀ ਅਸੀਂ ਉਹਨਾਂ ਨੂੰ ਕਨਵਿੰਸ ਕਰ ਸਕਦੇ ਹਾਂ। ਜੇ ਅਸੀਂ ਕਨਵਿੰਸ ਕਰ ਸਕਦੇ ਹਾਂ ਤੇ ਮੈਂ ਸਮਝਦਾ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਸੀ। ਲੇਕਿਨ ਅੱਜ ਤੱਕ ਕਨਵਿੰਸ ਤਾਂ ਜ਼ਰੂਰ ਕਰਾ ਲਿਆ ਗਿਆ। ਉਹ ਇਸ ਗੱਲ ਲਈ ਕਰਵਾ ਰਿਹਾ ਕਿ ਸਾਨੂੰ ਆ ਦੇ ਦਿਓ, ਫॉर ਪਰਸਨਲ ਗੇਨ, not for the gain of the community. This we have not done so far. ਉਹਦੇ ਲਈ ਸਾਰਿਆਂ ਨੂੰ ਮਿਲ ਕੇ ਉਦਮ ਕਰਨਾ ਚਾਹੀਦਾ ਹੈ। ਇਹਦੇ ਵਿੱਚ ਤੁਹਾਡੀ ਜਿਹੜੀ ਬੀਜੇਪੀ ਦੇ ਵਿੱਚ ਇੱਕ ਹੋਰ ਵੀ ਚੀਜ਼ ਨਾ ਜਾਵੇ ਤਾਂ ਤੁਹਾਡਾ ਪਰਿਵਾਰਵਾਦ ਨਹੀਂ ਹੈਗਾ ਨਾ ਇਸੇ ਪਾਰਟੀ ਦੇ ਵਿੱਚ, ਇਹ ਡਿਫਰੈਂਸ਼ੀਏਟ ਕਰਦੀ ਹੈ ਬਾਕੀ ਪਾਰਟੀਆਂ ਦੇ ਨਾਲ। ਜੇ ਪਰਿਵਾਰਵਾਦ ਹੁੰਦਾ ਤੇ ਇਕਬਾਲ ਸਿੰਘ ਨੈਸ਼ਨਲ ਸਪੋਕਸਮੈਨ ਨਾ ਬਣਦਾ। ਕੀ ਬਾਤ ਹੈ। ਹਾਂਜੀ, ਤੇ ਜਿਹੜੀ ਹੈ ਨਾ, ਕੋਈ ਮੇਰਾ ਤਾਂ ਕੋਈ ਬੈਕਗ੍ਰਾਉਂਡ ਸੀ ਤੁਹਾਡੀ ਬੀਜੇਪੀ ਨਾਲ ਜਾਂ ਕਿਸੇ ਨਾਲ ਪਹਿਲਾਂ ਪੁਰਾਣੀ ਐਫੀਲੀਏਸ਼ਨ ਹੈਗੀ ਸੀ? ਮੇਰੀ ਕੋਈ ਮੇਰੀ ਬੈਕਗ੍ਰਾਉਂਡ ਨਹੀਂ, ਸਵਾਏ ਆਈ ਹੈਡ ਪਰਸਨਲ ਰਿਲੇਸ਼ਨ ਵਿਦ ਮਿਸਟਰ ਬਾਦਲ। ਉਹ ਵੀ ਮੈਂ ਕਿਸੇ ਵੇਲੇ ਤੁਹਾਨੂੰ ਸੁਣਾ ਦਿਆਂਗਾ ਉਹਦੇ ਕਾਰਨ ਕੀ ਸੀਗੇ। ਮੈਂ ਇੱਕ ਵਾਰੀ ਸਮਗਲਰ ਫੜ ਕੇ ਅੰਦਰ ਦਿੱਤੇ ਸੀ। ਇਹ 78-79 ਦੀ ਗੱਲ ਹੈ, ਤਰਨਤਾਰਨ, ਸਰਿਆਲੀ ਤੇ ਇੱਥੇ ਆਪਣਾ ਜੰਡਿਆਲੇ ਗੁਰੂ 'ਚ। ਤੇ ਉਹ ਸਾਰੇ ਐਮਐਲਏ ਜਿਹੜੇ ਉਸ ਵੇਲੇ ਦੇ ਸੀ ਨਾ, ਮੇਰੀ ਕੰਪਲੇਂਟ ਕਰਦੇ ਸੀ ਵੀ ਇਹਨਾਂ ਦੇ ਖਿਲਾਫ ਐਕਸ਼ਨ ਹੈ। ਤੇ ਜਥੇਦਾਰ ਮੋਹਨ ਸਿੰਘ ਤੁੜ ਜਿਹੜੇ ਆ, ਉਹ ਮੇਰੇ ਸਪੋਰਟਰ ਸੀ। ਇਸ ਕਰਕੇ ਸਪੋਰਟਰ ਸੀ, ਮੇਰਾ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਕੁਛ ਨਹੀਂ ਸੀ। ਉਹ ਕਹਿਣ ਲੱਗੇ, ਪੁੱਤਰਾ ਅਸੀਂ ਸਮਗਲਰਾਂ ਦੀਆਂ ਵੋਟਾਂ ਨਾਲ ਸਰਕਾਰਾਂ ਨਹੀਂ ਚਲਾਉਣੀਆਂ। ਮੈਂ ਬਾਦਲ ਸਾਹਿਬ ਨੂੰ ਕਹਿ ਦਿੱਤਾ ਹੈ ਕਿ ਇਹ ਮੁੰਡਾ ਇਮਾਨਦਾਰ ਹੈ ਤੇ ਇਹ ਮੇਰੇ ਇਲਾਕੇ ਚੋਂ ਜਾਣਾ ਨਹੀਂ ਚਾਹੀਦਾ। ਹਾਂਜੀ, ਸੋ ਉਹ ਵਿਚਾਰੇ ਚਲੇ ਗਏ ਸੰਸਾਰ ਤੋਂ ਜਿਹੜੇ। ਉਸ ਤੋਂ ਬਾਅਦ ਮੈਨੂੰ ਬਾਦਲ ਸਾਹਿਬ ਨੇ ਬੁਲਾਇਆ ਆਪਣੀ ਕੋਠੀ। ਇਹਨਾਂ ਨੇ ਮੈਨੂੰ ਬੜੀ ਮੇਰੀ ਇੱਜ਼ਤ ਕੀਤੀ ਔਰ ਮੈਨੂੰ ਕਿਹਾ ਕਿ ਹਰ ਬੰਦਾ ਤੇਰੀ ਇਮਾਨਦਾਰੀ ਦੀ ਇੱਜ਼ਤ ਕਰਦਾ ਤੇ ਮੈਂ ਤੈਨੂੰ ਆਪਣਾ ਬੱਚਾ ਸਮਝਦਾ। ਤੇ ਮੇਰੀ ਸਿਰਫ ਪੋਲੀਟੀਸ਼ੀਅਨਾਂ ਵੱਲ ਇੰਨੀ ਗੱਲ ਹੈ ਕਿ ਉਹਨਾਂ ਦੀ ਗੱਲ ਸੁਣ ਲਿਆ ਕਰੋ ਤੇ ਕੰਮ ਉਹ ਕਰੋ ਜਿਹੜਾ ਜਾਇਜ਼ ਹੋਵੇ। ਇਹਨਾਂ ਦੀ 3 ਮਹੀਨੇ ਬਾਅਦ ਸਰਕਾਰ ਟੁੱਟ ਗਈ। ਉਸ ਤੋਂ ਬਾਅਦ ਲਗਾਤਾਰ ਬਾਦਲ ਸਾਹਿਬ ਵਾਸ ਇਨ ਮਾਈ ਕੰਟੈਕਟ, ਮੈਂ ਵੀ ਰਾਦਰ ਉਹਨਾਂ ਦੇ ਕੰਟੈਕਟ ਸੀਗਾ ਕਿ ਜਦੋਂ ਵੀ ਕਿਤੇ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਸੀ ਤੇ ਮੈਂ ਆਈ ਯੂਜ਼ ਟੂ ਹੈਲਪ ਹਿਮ ਐਜ਼ SPCID ਔਰ ਬਟ ਵੇਅਰ ਐਵਰ ਆਈ ਵਾਸ ਪੋਸਟਡ। ਔਰ ਮੇਰੀ ਜਿਹੜੀ, ਕਿਉਂਕਿ ਮੈਂ ਇੰਟੈਲੀਜੈਂਸ ਸੀਗਾ ਤੇ ਮੇਰੇ ਕੋਲੋਂ ਇਹ ਇਨਪੁਟ ਵੀ ਮੈਂ ਇਹਨਾਂ ਨੂੰ ਦਿੰਦਾ ਸੀਗਾ
ਕਿ ਆਹ ਬੰਦਾ ਜਿੱਤ ਸਕਦਾ ਜਾਂ ਨਹੀਂ ਜਿੱਤ ਸਕਦਾ ਜਾਂ ਹੋਣਾ ਚਾਹੀਦਾ। ਤਾਂ ਉਹ ਹੀ ਵਾਸ ਅ ਗ੍ਰੇਟ ਮੈਨ, ਮਹਾਰਾਜ ਕਰੇ ਹਾਲੇ ਵੀ ਲੰਬੀ ਉਮਰ ਹੋਵੇ। ਉਹ ਮੈਂ ਜੋ ਉਹਨਾਂ ਨੂੰ ਐਡਵਾਈਸ ਦਿੰਦਾ ਸੀ ਉਹ ਮੰਨ ਲੈਂਦਾ ਸੀ। ਇਸ ਕਰਕੇ ਮੇਰੇ ਬਾਦਲ ਸਾਹਿਬ ਨਾਲ ਬਹੁਤ ਅੱਛੇ ਰਿਲੇਸ਼ਨ ਹੈ ਫॉर 30 ਇਅਰਸ। ਇਸ ਤੋਂ ਇਲਾਵਾ ਇਹਦੇ ਲਈ ਮੈਂ ਸਫ਼ਰ ਵੀ ਕੀਤਾ। ਮੈਂ ਬਾਦਲ ਸਾਹਿਬ ਦਾ ਤੇ ਅਕਾਲ ਤਖਤ ਸਾਹਿਬ ਦਾ ਧੰਨਵਾਦੀ ਵੀ ਹਾਂ ਕਿ ਮੈਨੂੰ ਜੀਂਦੇ ਜੀ ਇੱਕ ਪੁਲਿਸ ਅਫਸਰ ਨੂੰ ਸ਼੍ਰੋਮਣੀ ਸਿੱਖ ਸਾਹਿਤਕਾਰ ਦਾ ਅਵਾਰਡ SGPC ਨੇ 2006 ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਪੁਰਬ ਤੇ ਦਿੱਤਾ। ਹਾਂ, ਮੈਂ ਇਹਨਾਂ ਦੇ ਇੱਕ ਮੈਨ ਆਫ ਹਿਸਟਰੀ ਮੈਨੂੰ ਬਣਾਤਾ। ਮੈਂ ਮਿਸ ਕਰ ਗਿਆ ਕਿ ਰਿਪੀਟ ਕਰੋ, ਕੀ ਅਵਾਰਡ ਸੀਗਾ ਜੀ, ਕਿਹਨਾਂ ਨੇ ਦਿੱਤਾ ਸੀ? 2006 ਦੇ ਵਿੱਚ 2006 ਗੁਰੂ ਅਰਜਨ ਦੇਵ ਸਾਹਿਬ ਦਾ 400 ਸਾਲਾ ਸ਼ਹੀਦੀ ਪੁਰਬ ਤਰਨਤਾਰਨ 'ਚ ਮਨਾਇਆ ਸੀ ਤੇ ਮੈਨੂੰ ਅਕਾਲ ਤਖਤ ਸਾਹਿਬ ਤੇ SGPC ਨੇ ਸ਼੍ਰੋਮਣੀ ਸਿੱਖ ਸਾਹਿਤਕਾਰ ਦਾ ਅਵਾਰਡ ਦਿੱਤਾ ਸੀ ਫਾਰ ਮਾਈ ਰਾਈਟਿੰਗਸ। ਹਾਂਜੀ, ਸੋ ਆਈ ਐਮ ਦੀ ਓਨਲੀ ਮੈਨ ਇਨ ਹਿਸਟਰੀ ਜਿਹਨੂੰ ਸਿੱਖ ਪੁਲਿਸ ਅਫਸਰ ਨੂੰ ਇੱਕ ਸਾਹਿਤਕਾਰ ਦਾ ਅਵਾਰਡ ਅਕਾਲ ਤਖਤ ਸਾਹਿਬ ਤੋਂ ਮਿਲਿਆ ਹੋਵੇ। ਜਦੋਂ ਕਿ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦੀਆਂ ਤੇ ਗੱਲਾਂ ਹੁਣ ਵੀ ਚੱਲਦੀਆਂ ਕਿ ਉਹਦੇ ਖਿਲਾਫ ਹੋਣਾ ਚਾਹੀਦਾ। ਸੋ ਆਈ ਐਮ ਸੋ ਥੈਂਕਫੁਲ ਟੂ ਦਾ ਗੋਡ ਕਿ ਮੈਂ ਉਸ ਤੋਂ ਬਾਅਦ 2006 ਤੋਂ ਅੱਜ 2020 ਖਤਮ ਹੋਣ ਜਾ ਰਿਹਾ, ਮੇਰਾ 14 ਸਾਲ ਦਾ ਟੋਟਲ ਸੰਕਲਪ ਹੈ ਆਈ ਐਮ ਡੈਡੀਕੇਟਿਡ ਟੂ ਦੀ ਗੁਰੂ ਐਂਡ ਦਾ ਪੰਥ। ਸੋ ਮੈਂ ਉਹੀ ਕੰਮ ਜਿਹੜੀ ਹੈ ਨਾ, ਮੈਂ ਤਾਂ ਜੋ ਪ੍ਰਾਪਤ ਕਰਨਾ ਸੀ ਕਰ ਲਿਆ। ਮੈਨੂੰ ਤਾਂ ਹੁਣ ਕੁਛ ਨਹੀਂ ਚਾਹੀਦਾ। ਮੈਂ ਲੇਖਕ ਹੈਗਾ, ਸੱਚਾ ਵੀ ਲਿਖ ਦੀਦਾ, ਝੂਠਾ ਵੀ ਲਿਖ ਦੀਦਾ, ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਮਾੜਾ ਲੱਗਦਾ। ਲੇਕਿਨ ਮੈਂ ਇਹ ਸਮਝਣਾ ਕਿ ਇਫ ਯੂ ਹੈਵ ਟੂ ਚੂਜ਼ ਬਿਟਵੀਨ ਕਾਂਗਰਸ ਐਂਡ ਦੀ BJP, the Sikhs must choose BJP। ਕਾਂਗਰਸ ਨੇ ਸਾਹਿਬ ਇੱਥੇ ਮੇਰਾ ਸੈਕੰਡ ਲਾਸਟ ਕੁਐਸਚਨ ਹੈ ਕਿਉਂਕਿ ਆਪਣਾ ਟਾਈਮ ਵੀ ਹੋ ਗਿਆ ਹੈਗਾ। ਕੁਝ ਲੋਕ ਕੀ ਕਹਿੰਦੇ ਹੈਗੇ ਨੇ, ਕਿਉਂਕਿ ਇਹ ਵਿਰੋਧੀ ਪਾਰਟੀਆਂ ਤੁਹਾਡੇ ਭਾਈਵਾਲ ਹੀ ਕਹਿੰਦੇ ਨੇ, ਮੈਂ ਤਾਂ ਹਾਲੇ ਵੀ ਉਹਨਾਂ ਨੂੰ ਤੁਹਾਡੇ ਭਾਈਵਾਲ ਹੀ ਕਹੂੰਗਾ ਹੈਗਾ, ਤੇ ਉਹ ਕਹਿੰਦੇ ਵੀ ਇਹਨਾਂ ਕੋਲੇ ਜਿਹੜੇ BJP ਵਾਲਿਆਂ ਕੋਲੇ ਇਹਨਾਂ ਕੋਲੇ ਤਾਂ ਕੈਂਡੀਡੇਟ ਹੀ ਨਹੀਂ ਆਉਣੇ ਹੈਗੇ, ਵੀ ਇਹਨਾਂ ਦੇ ਸਿੱਖਾਂ ਦੇ ਵਿੱਚ ਤਾਂ ਇਹਨਾਂ ਦੀ ਪਛਾਣ ਹੀ ਨਹੀਂ ਹੈਗੀ BJP ਦੀ, ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲਣੇ ਹੈਗੇ। ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਜ਼ਰੂਰਤ ਪਈ ਹੈਗੀ ਸਾਰੀਆਂ ਸੀਟਾਂ ਦੇ ਉੱਤੇ ਇਲੈਕਸ਼ਨ ਤੁਸੀਂ ਐਜ਼ ਏ BJP ਕੈਂਡੀਡੇਟ ਲੜੋਗੇ ਹੈਗੇ, ਤੁਹਾਡੇ ਕੋਲੇ ਕੈਂਡੀਡੇਟ ਹੋਣਗੇ? ਦੂਜੀ ਗੱਲ, ਉਹਦੇ ਵਿੱਚ ਉਹ ਸਿੱਖ ਚਿਹਰੇ ਕਿੰਨੇ ਕੁ ਹੋਣਗੇ? ਦੇਖੋ, ਜਿਹੜੀ 58% ਪਾਪੂਲੇਸ਼ਨ ਸਿੱਖਾਂ ਦੀ ਆ, ਦੈਟ ਇਜ਼ ਅਸ਼ੋਰਡ ਕਿ 60% ਤਾਂ ਸਿੱਖ ਹੋਣਗੇ ਹੀ। ਹਾਂਜੀ, ਸੋ ਸਾਡੇ ਕੋਲ ਜਿਹੜੀ ਗੱਲ ਇਹ ਕਹਿ ਰਿਹਾ ਕਿ ਤੁਹਾਡੇ ਕੋਲ ਕੈਂਡੀਡੇਟ ਨਹੀਂ। ਅਸੀਂ 92 ਦਾ ਇਲੈਕਸ਼ਨ ਹੋਇਆ, ਉਦੋਂ ਵੀ 62 ਸੀਟਾਂ ਤੇ ਲੜੇ ਸੀ। 85 ਦੇ ਵਿੱਚ ਵੀ 62 ਸੀਟਾਂ ਤੇ ਲੜੇ ਸੀ। ਤੇ ਤੁਹਾਡੇ ਸਾਹਮਣੇ ਵੀ ਜੇ ਬਾਕੀ ਪ੍ਰੋਗਰੈਸ ਕਰ ਰਹੇ ਆ ਤੇ ਸਾਡੀ ਹੁਣ ਕੇਂਦਰ ਦੇ ਵਿੱਚ ਸਰਕਾਰ ਬਣੀ ਆ 92 ਤੋਂ ਬਾਅਦ 2 ਵਾਰੀ, ਬਲਕਿ 3 ਵਾਰੀ ਬਣ ਚੁੱਕੀ ਹੈ। ਵਾਜਪਾਈ ਸਾਹਿਬ ਨੇ ਕੀਤਾ, ਫਿਰ ਮੋਦੀ ਸਾਹਿਬ ਦੀ 2 ਵਾਰੀ ਬਣੀ ਹੈ, ਤੇ ਸਾਡੇ ਕੋਲ ਅਸੀਂ ਅੱਗੇ ਵਧੇ ਹੀ ਨਹੀਂ। So we have candidate in all the districts and all constituencies who are worth contesting the election। ਹੁਣ ਗੱਲ ਇਹ ਹੈ ਕਿ ਜਿਹੜਾ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ, ਜਿਹੜਾ ਉਹਨਾਂ ਦਾ ਦੇਖਿਆ ਜਾਵੇ ਵੀ ਜਿਹੜੇ ਚਿਹਰੇ ਇਹ ਨਜ਼ਰ ਆਉਂਦੇ ਆ, ਜਿਹੜੇ ਅਕਾਲੀ ਦਲ ਵੀ ਕਹਿ ਰਿਹਾ ਇਹਨਾਂ ਚਿਹਰਿਆਂ ਦੀ ਬੈਕਗ੍ਰਾਉਂਡ ਕੀ ਹੈ, ਇਹਨਾਂ ਦੀ what is their contribution to the ਪੰਥ, what is their contribution to the ਪੰਜਾਬ। ਹਾਂਜੀ, ਤੇ ਅਸੀਂ ਇਹ ਤਾਂ ਲੀਡਰ ਬਣਦਾ ਹੁੰਦਾ ਲੋਕਾਂ ਦੇ ਜਿਹੜਾ ਸੇਵਾ ਕਰੇਗਾ। ਸੋ ਪਾਰਟੀ ਤਾਂ ਇੱਕ ਓਪਰਚੁਨਿਟੀ ਦਿੰਦੀ ਹੁੰਦੀ ਹੈ। ਨਹੀਂ, ਇਹਦੇ ਵਿੱਚ ਹੈਗੇ ਦੇਖੋ ਇਕਬਾਲ ਸਿੰਘ ਲਾਲਪੁਰਾ ਜੀ, ਦੇਖੋ ਉਹਨਾਂ ਦੀ ਹੈਸੀਅਤ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈਗੀ ਸੀ, ਤੁਸੀਂ ਤੁਹਾਨੂੰ ਕਿੱਡਾ ਵੱਡਾ ਅਹੁਦਾ ਦਿੱਤਾ ਹੈਗਾ, ਮੇਰਾ ਕੋਈ ਇਮੈਜਿਨ ਨਹੀਂ ਕਰ ਸਕਦਾ। ਵੀ ਵਰ ਸ਼ੌਕਡ। ਠੀਕ ਹੈ, ਇਹਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਮੇਰੀ ਕੱਲ ਰਾਤ ਦੀ ਗੱਲ ਹੋਈ ਹੈਗੀ ਇੱਥੋਂ, ਕੱਲ ਰਾਤ ਕਿ ਸਵੇਰੇ ਕਿਸੇ ਬੜੇ ਇੰਟੈਲੈਕਚੁਅਲ ਬੰਦੇ ਨਾਲ ਗੱਲ ਹੋਈ ਹੈਗੀ ਸੀ। ਉਹ ਕਹਿੰਦੇ ਵੀ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦਿਓ ਵੀ BJP ਜਿਹੜੀ ਹੈਗੀ ਹੈ, BJP ਦੇ ਵਿੱਚੋਂ BJP ਔਰ ਅਕਾਲੀ ਦਲ ਦੇ ਵਿੱਚੋਂ ਕਿੰਨੇ MP ਹੈਗੇ ਨੇ ਅੱਜ ਕੱਲ ਜਿਹੜੇ ਮਤਲਬ ਗਏ ਹੈਗੇ ਸੀ ਪਿੱਛੇ? 4 ਗਏ ਹੈਗੇ ਸੀਗੇ। 4 ਗਏ। 4 ਦੇ ਵਿੱਚੋਂ BJP ਦੇ ਵਿੱਚੋਂ ਸਾਰੇ ਉਹਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਨ੍ਹਾਂ ਦਾ BJP ਨਾਲ ਕਨੈਕਸ਼ਨ ਹੈਗਾ ਕਿੰਨੇ ਮੰਤਰੀ ਹੈਗੇ ਸੀਗੇ? 3 ਹੈਗੇ। ਇੱਕ ਹੈਗਾ, ਨਹੀਂ 4। ਜਦੋਂ ਹੁਣ ਇਸ ਵੇਲੇ ਦੇ ਪ੍ਰੈਜ਼ੈਂਟ ਮੈਂਬਰ ਪਾਰਲੀਮੈਂਟ, ਉਹਨਾਂ ਚੋਂ ਇੱਕ ਮੰਤਰੀ ਹੈ ਸੋਮ ਪ੍ਰਕਾਸ਼ ਜੀ ਮੰਤਰੀ ਹੈਗੇ ਨੇ। ਹਰਦੀਪ ਸਿੰਘ ਪੁਰੀ ਜਿਹੜੇ ਹਾਰ ਵੀ ਚੁੱਕੇ ਹੈਗੇ ਸੀ, ਉਹਨਾਂ ਨੂੰ ਹਾਂਜੀ, ਉਹ ਹੀ ਇਜ਼ MP ਫਰਮ ਉੱਤਰ ਪ੍ਰਦੇਸ਼, ਬਟ ਹੀ ਇਜ਼ ਅ ਮਿਨਿਸਟਰ ਕੰਟੈਸਟਡ ਇੱਥੋਂ ਕਰੀ ਹੈਗੇ ਜੀ, ਆਪਣੇ ਅੰਮ੍ਰਿਤਸਰ ਤੋਂ ਕਰੀ ਹੈਗੀ ਹੈ। ਠੀਕ ਹੈ, ਉਹ ਕੈਂਡੀਡੇਟ ਸੀਗੇ। ਤੀਜੇ ਜਿਹੜੇ ਕੈਂਡੀਡੇਟ ਹੈਗੇ ਸੀ ਬੀਬਾ ਹਰਸਿਮਰਤ ਵੀ ਪੰਜਾਬ ਦੇ ਚੋਂ ਗਏ ਹੈਗੇ ਸੀਗੇ। ਮਤਲਬ 8 ਸੀਟਾਂ ਦੇ ਵਿੱਚੋਂ ਉਹਨਾਂ ਨੂੰ ਕਹਿੰਦੇ ਤੁਸੀਂ 3 ਮੰਤਰੀ ਉਹਨਾਂ ਨੂੰ ਦੇ ਦਿੱਤੇ, ਵੀ ਤੁਸੀਂ ਹੋਰ ਕੀ ਲੱਭ ਰਹੇ ਹੈਗੇ ਹੋ? ਉਹਨਾਂ ਦਾ ਕਹਿਣ ਦਾ ਮਤਲਬ ਵੀ ਹੋਰ ਤੁਸੀਂ ਕੀ, ਫਿਰ ਤੁਸੀਂ ਕਿਵੇਂ ਕਲੇਮ ਕਹਿ ਸਕਦੇ ਵੀ ਤੁਹਾਡਾ BJP ਜਾਂ ਤੁਹਾਨੂੰ ਇਗਨੋਰ ਕਰ ਰਹੀ ਹੈ, ਪੰਜਾਬ ਨੂੰ ਇਗਨੋਰ ਕਰ ਰਹੀ ਹੈ, ਜਾਂ ਸਿੱਖਾਂ ਨੂੰ ਇਗਨੋਰ ਕਰ ਰਹੀ ਹੈਗੀ ਹੈ?
ਪੰਜਾਬੀਆਂ ਦੇਖੋ ਨੂੰ? ਗੱਲ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੇ ਆਪ ਹੀ ਇਗਨੋਰ ਹੋ ਗਏ। ਪਾਰਲੀਮੈਂਟ ਦੇ ਵਿੱਚ ਜਿੰਨੇ ਸਿੱਖ ਮੈਂਬਰ ਪਾਰਲੀਮੈਂਟ ਹੈ, ਇਹ ਜੀ ਕਦੇ ਸਾਰੇ ਇਕੱਠੇ ਹੋ ਕੇ ਨਹੀਂ ਬੈਠੇ। ਜੀ। ਮੈਨੂੰ ਤਾਂ ਦੇਖੋ ਅਫਸੋਸ ਨਾਲ ਕਹਿਣਾ ਪੈ ਰਿਹਾ, ਜਿਹੜਾ ਕੰਮ ਸਾਡੇ ਕਰਨ ਵਾਲੇ ਨੇ ਹਾਂਜੀ ਇਹਨਾਂ ਨੇ ਕਦੇ ਇਕੱਠੇ ਹੋ ਕੇ ਅਸੈਂਬਲੀ 'ਚ ਨਹੀਂ ਬੈਠੇ। ਅਸੀਂ ਹਾਂਜੀ ਸੁਣ ਕੇ ਬੜੇ ਖੁਸ਼ ਹੁੰਦੇ ਆ ਕਿ ਹਾਂਜੀ ਟਰੰਪ ਨੇ ਜਾਂ ਜਸਟਿਨ ਟਰੂਡੋ ਨੇ ਹਾਂਜੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਅਸੈਂਬਲੀ 'ਚ ਜਾਂ ਤੁਹਾਡੀ ਪਾਰਲੀਮੈਂਟ ਦੇ ਵਿੱਚ। ਤੇ ਹਾਂਜੀ ਸਾਡੇ ਆਪਣਾ ਚੰਡੀਗੜ੍ਹ ਤਾਂ ਹੋਇਆ ਨਹੀਂ। ਬਿਲਕੁਲ ਹਾਂਜੀ, ਬਿਲਕੁਲ। ਅਸੀਂ ਕਦੇ ਅਸੀਂ ਬੱਬ ਦੀ ਪਾਰਟੀ ਲਾਈਨ ਤੋਂ ਉੱਠ ਕੇ ਕਦੇ ਸੋਚਿਆ ਹੀ ਨਹੀਂ ਹਾਂਜੀ ਕਿ ਭਾਈ ਅਸੀਂ ਪੰਥ ਦੀ ਗੱਲ ਕਰਨੀ ਹੈ, ਜੀ ਅਸੀਂ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਹਾਂ। ਲੈਟ ਜੀ ਅਸ ਡੂ ਸਮਥਿੰਗ ਫॉर ਦੀ ਸਿੱਖ ਬॉयਜ਼। ਜੀ ਇਹ ਬੱਚੇ ਬਾਹਰ ਨਾ ਜਾਣ। ਜੀ ਬੱਚਿਆਂ ਨੂੰ ਮੈਂ ਇੱਕ ਕਿਤਾਬ ਲਿਖੀ ਸੀ ਜਿਹਦੇ 'ਚ ਮੈਂ ਲਿਖਿਆ ਸੀ ਸਿੰਘੋ ਖਬਰਦਾਰ। ਮੈਂ ਆਖਿਆ ਸੀ ਕਿ 2010 ਤੋਂ ਬਾਅਦ ਪੰਜਾਬ ਦਾ ਨਾ ਤਾਂ ਡੀਜੀਪੀ ਸਿੱਖ ਲੱਗੇਗਾ, ਨਾ ਚੀਫ ਸੈਕਟਰੀ ਸਿੱਖ ਲੱਗੇਗਾ ਫॉर द ਨੈਕਸਟ 30-40 ਇਅਰਸ। ਅੱਛਾ ਉਹ ਸਮਾਂ ਅੱਜ 10 ਸਾਲ ਹੋ ਗਿਆ। ਪੰਜਾਬ ਦਾ ਕੋਈ ਵੀ ਸਿੱਖ ਜਿਹੜਾ ਅਫਸਰ ਹੈ, ਇਹਨਾਂ ਨੂੰ ਅਸੀਂ ਕਿਵੇਂ ਬਣਾਈਏ IAS। ਸਾਨੂੰ ਜਿਹੜੀ ਹੈ ਦੇਖੋ ਬੜੀ ਜ਼ਰੂਰਤ ਹੈ। ਅਸੀਂ ਤਾਂ ਹਰ ਬੰਦੇ ਨੂੰ, ਮੈਂ ਤਾਂ ਇੱਕ ਬੈਗਰ ਹੈਗਾ ਜੀ, ਜੀ ਮੈਂ ਗੁੱਸਾ ਨਾ ਕਰਿਓ, ਮੈਂ ਤਾਂ ਹਰ ਇੱਕ ਤੋਂ ਮੰਗਦਾ ਹੁੰਦਾ। ਜੇ ਮੇਰੀ ਬੇਟੀ ਆਵੇ ਤਾਂ ਵੀ ਉਹਦੇ ਕੋਲ ਮੰਗ ਲਈਦਾ ਵੀ ਮੇਰੇ ਸਕੂਲ ਦੇ ਬੱਚਿਆਂ ਨੂੰ ਕੁਝ ਨੌਲੇਜ ਦੇ ਕੇ ਜਾ। ਕੁਝ ਜਿਹੜੀ ਹੈ ਜੇ ਤੁਸੀਂ ਰਿਸ਼ਤੇਦਾਰ ਆਉਂਦੇ ਆ ਤੇ ਅਸੀਂ ਤਾਂ ਵੀ ਆਰ ਕੰਟਰੀਬਿਊਟਿੰਗ ਫਰਮ ਆਵਰ ਪਾਕਟ। ਜੀ ਅਸੀਂ ਇਸ ਇਲਾਕੇ 'ਚ ਬੈਠੇ ਹਾਂ। ਸਾਡੀ ਆਰਗੇਨਾਈਜੇਸ਼ਨ ਹੈ ਹਿਊਮੈਨਿਟੀ ਫਸਟ। ਮੇਰਾ ਅੱਛਾ ਬੇਟਾ ਉਹਦਾ ਹੈਗਾ ਚੇਅਰਮੈਨ ਹੈ, ਜੀ ਅਜੇਵੀਰ ਸਿੰਘ। ਸੋ ਜੀ ਅਸੀਂ ਦੇਖੋ 4000 ਬੰਦੇ ਨੂੰ ਖਾਣਾ ਦਿੱਤਾ ਇਸ ਜੀ ਵਾਰੀ ਕੋਵਿਡ ਦੇ ਵਿੱਚ। ਜੀ ਸਾਰਾ ਇਲਾਕਾ ਸੈਨੀਟਾਈਜ਼ ਕਰਾਇਆ, ਜੀ ਹਾਂਜੀ, ਸਪਰੇਅ ਕਰਾ ਕੇ। ਤੇ ਜੀ ਹੁਣ ਅਸੀਂ 2 ਲੱਖ ਤੋਂ ਉੱਤੇ ਮਾਸਕ ਵੰਡ ਚੁੱਕੇ ਆ। ਅੱਛਾ ਜੀ ਪੁਲਿਸ ਵਾਲਿਆਂ ਨੂੰ ਮੈਡੀਸਨ ਗੋਲੀਆਂ ਦਿੱਤੀਆਂ। ਤੇ ਅੱਛਾ ਅਸੀਂ ਤਾਂ ਵੀ ਆਰ ਡੇਲੀ ਇਨਟੂ ਹਿਊਮੈਨਿਟੀ ਸਰਵਿਸ। ਅਸੀਂ ਕੋਈ ਰਾਜਨੀਤੀ ਨਹੀਂ। ਦੇਖੋ ਮੈਂ ਤਾਂ ਬੜਾ ਓਨੈਸਟ ਹੈਗਾ ਕਿ ਜੋ ਅਚੀਵ ਕਰਨਾ ਅਸੀਂ ਨਾ, ਅਸੀਂ ਕਦੇ ਨਹੀਂ ਸੀ ਸੋਚਿਆ ਵੀ ਪਿੰਡਾਂ 'ਚ ਹਲ ਵਾਹੁੰਦੇ ਤੇ ਹਾਂਜੀ ਬੌਲਦਾਂ ਨੂੰ ਹੱਕ ਦੇ ਤੇ ਹਾਂਜੀ ਅਸੀਂ ਜਰਨੈਲ ਬਣ ਜਾਵਾਂਗੇ ਤੇ ਸਾਨੂੰ ਸਲੂਟ ਵੱਜਣਗੇ। ਇਹ ਹਾਂਜੀ ਤਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਸਾਡੇ ਬਜ਼ੁਰਗਾਂ ਦੀ ਕੋਈ ਮਿਹਨਤ ਹੈ ਤੇ ਜਿਨ੍ਹਾਂ ਦੀ ਜਾਂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਆ, ਸਾਨੂੰ ਜਰਨੈਲੀਆਂ ਵੀ ਮਿਲੀਆਂ ਤੇ ਇਹ ਅਹੁਦੇ ਵੀ ਮਿਲੇ। ਤੇ ਜੀ ਹੁਣ ਜਿਹੜਾ ਆ ਇਟ ਇਜ਼ ਆਵਰ ਟਰਨ ਟੂ ਡੂ ਸਮਥਿੰਗ ਫॉर द ਪੰਥ। ਜੀ ਜੇ ਅਸੀਂ ਬੀਜੇਪੀ ਦੇ ਨਾਲ ਮਿਲ ਕੇ ਕੁਝ ਕੌਮ ਦੀ ਸੇਵਾ ਕਰ ਸਕਦੇ ਹਾਂ, ਕੁਝ ਜੀ ਬੱਚਿਆਂ ਦਾ ਭਵਿੱਖ ਬਣਾ ਸਕਦੇ ਹਾਂ, ਤੇ ਮੈਂ ਸਮਝਦਾ ਵੀ ਕੋਈ ਮਾੜੀ ਆਪਸ਼ਨ ਨਹੀਂ ਹੈਗੀ। ਜੀ ਇਨਸਟੈਡ ਆਫ ਜਿਹੜੇ ਹੈ ਨਾ ਉਹਨਾਂ ਬੰਦਿਆਂ ਤੇ ਹੀ ਬੈਟਿੰਗ ਕਰਦੇ ਰਹੇ ਜਿਨ੍ਹਾਂ ਹਾਂਜੀ ਲੋਕਾਂ ਨੇ 30 ਸਾਲ ਕੌਮ ਨੂੰ, ਉਹ ਜਿਨ੍ਹਾਂ ਨੇ ਮਰਜੀਵੜੇ ਬਣਾ ਦਿੱਤੇ ਲੱਖਾਂ ਮੋਟੇ ਹਾਂਜੀ ਬੰਦੇ 1983-84 ਚ। ਜੀ ਔਰ ਉਹ ਫਿਰ ਮਰਜੀਵੜਿਆਂ ਤੋਂ ਆਪ ਤੁਸੀਂ ਸਰੈਂਡਰ ਕਰ ਗਏ। ਹਾਂਜੀ ਦੇਖੋ ਇੱਕ ਪੰਥ ਗੱਲਾਂ ਫੇਰ ਤੁਹਾਡੇ ਨਾਲ ਕਰਾਂਗੇ ਕਿਸੇ ਵੇਲੇ। ਜੀ ਜੀ ਸਾਡੇ ਮਨ 'ਚ ਵੀ ਦੁੱਖ ਹੈਗਾ। ਅਸੀਂ ਵੀ ਸਫ਼ਰ ਕੀਤਾ ਸਰਵਿਸ ਦੇ ਵਿੱਚ ਐਜ਼ ਸਿੱਖ, ਹਾਂਜੀ। ਹਾਂਜੀ ਜਿਹੜਾ ਇਹ ਨਹੀਂ ਹੈਗਾ ਕਿ not a rosy picture for the Sikhs in Punjab, but ਜੀ responsibility lies with the Sikh leadership, the old Sikh leadership. ਵੈਰੀ ਇਹਨਾਂ ਨੇ ਸਿੱਖਾਂ ਨੂੰ ਬੈਕ ਸਟੈਪ ਕੀਤਾ, ਜੀ ਹਾਂਜੀ। ਜੀ ਜਦੋਂ KPS ਗਿੱਲ ਲਿਖਦਾ ਹੈ ਕਿ ਮੇਰੇ ਕੋਲ ਰਾਤ ਨੂੰ ਆ ਕੇ ਮਿਲ ਕੇ ਇਹ ਕੰਮ ਕਰਾਉਂਦੇ ਹੁੰਦੇ ਸੀ, ਬਦਲੀਆਂ ਕਰਾਉਣ ਨੂੰ, ਜਾਂ ਮੇਰੇ ਨਾਲ ਡਿਸਕਸ਼ਨ ਹੁੰਦੀ ਸੀ ਇਹਦੇ ਬਾਰੇ, ਇਨਕਾਊਂਟਰਸ ਬਾਰੇ, ਬੰਦੇ ਮਾਰਨ ਬਾਰੇ, ਤੇ ਪੜ੍ਹ ਕੇ ਇੱਕ ਚੰਗੇ ਸਿੱਖ ਦਾ ਸਿਰ ਹੀ ਨੀਵਾਂ ਹੋਏਗਾ, ਜੀ ਜੀ ਹਾਂਜੀ। ਡੂ ਯੂ ਫਾਈਂਡ ਕਿ ਉਹ ਦੇ ਆਰ ਬੈਟਰ ਪੀਪਲ? ਜੀ ਜੀ ਲਾਲਪੁਰਾ ਸਾਹਿਬ, ਇਹ ਸੋ ਜਿਹੜਾ ਆਪਣਾ ਸੌਰੀ ਟਾਈਮ ਆਪਣਾ ਆਲਮੋਸਟ ਪੂਰਾ ਹੋ ਗਿਆ ਹੈਗਾ ਜੀ। ਤੇ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹੈਗਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਇਹ ਟਾਈਮ ਕੱਢਿਆ ਹੈਗਾ, ਸਾਡੇ ਨਾਲ ਬਹੁਤ ਅੱਛੀਆਂ ਗੱਲਾਂ ਸਾਂਝੀਆਂ ਕਰੀਆਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਨਾਟ ਓਨਲੀ ਦਿਸ ਇਸ਼ੂ ਤੇ ਹੋਰ ਵੀ ਟੌਪਿਕ ਜਿਹੜੇ ਵੀ ਹੋਣਗੇ ਹੈਗੇ, ਸਰਕਾਰ ਦੇ ਰਿਲੇਟਡ ਹੋਣਗੇ, ਸਿੱਖਾਂ ਦੇ ਰਿਲੇਟਡ ਹੋਣਗੇ, ਪੰਜਾਬੀਆਂ ਦੇ ਰਿਲੇਟਡ ਹੋਣਗੇ, ਅਸੀਂ ਬਿਲਕੁਲ ਠੋਕ ਕੇ ਟੂ ਦਾ ਪੁਆਇੰਟ ਤੁਹਾਨੂੰ ਕੁਐਸਚਨ ਕਰਾਂਗੇ ਹੈਗੇ। ਔਰ ਅਸੀਂ ਉਮੀਦ ਕਰਦੇ ਹੈਗੇ ਵੀ ਜਿਹੜਾ ਅੱਜ ਕੱਲ੍ਹ ਪੰਜਾਬ ਦੇ ਵਿੱਚ ਇਸ਼ੂ ਚੱਲ ਰਿਹਾ ਹੈਗਾ, ਸਿੱਖਾਂ ਦਾ ਇਸ਼ੂ ਚੱਲ ਰਿਹਾ ਹੈਗਾ ਜਾਂ ਕਿਸਾਨਾਂ ਦਾ ਇਸ਼ੂ ਚੱਲ ਰਿਹਾ, ਵੀ ਇਹਦਾ ਕੋਈ ਇਕੱਠੇ ਹੋ ਕੇ ਡਾਇਲੌਗ ਟੇਬਲ ਤੇ ਬੈਠ ਕੇ ਇਸ ਚੀਜ਼ ਦਾ ਕੋਈ ਪ੍ਰੋਪਰਲੀ ਕੋਈ ਨਾ ਕੋਈ ਰਸਤਾ ਨਿਕਲੇ। ਪਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਵਾਹਿਗੁਰੂ। ਚਹਿਲ ਸਾਹਿਬ, ਅਸੀਂ ਵੀ ਅਰਦਾਸ ਕਰਦੇ ਆ ਕਿ ਜਲਦੀ ਪੰਜਾਬ ਵਿੱਚ ਅਮਨ ਆਵੇ ਤੇ ਨਾਲ ਦੀ ਨਾਲ ਖੁਸ਼ਹਾਲੀ ਤੇ ਤਰੱਕੀ ਵੀ ਆਵੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।